ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਪੋਲਿਟਿਕਸ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਦੇ ਵਿੱਚ ਸਿਆਸੀ ਲੋਕਾਂ ਦੀਆਂ ਬਹੁਤ ਸਾਰੀਆਂ ਗੱਲਾਂ ਆਪ ਜੀ ਦੇ ਸਾਹਮਣੇ ਰੱਖਦਾ ਹੁੰਦਾ ਪਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਗੱਲਾਂ ਉਹ ਹੋਣ ਜਿਹੜੀਆਂ ਆਮ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਕਿ ਉਹਨਾਂ ਸਵਾਲਾਂ ਦੇ ਜਵਾਬ ਤਾਂ ਮਿਲਣ ਕਿ ਅਸਲ ਦੇ ਵਿੱਚ ਜੇ ਇੱਕ ਪਾਰਟੀ ਇੱਕ ਗੱਲ ਕਹਿੰਦੀ ਆ ਤਾਂ ਦੂਸਰੀ ਉਹਦੇ ਬਾਰੇ ਕੀ ਕਹਿੰਦੀ ਆ ਕਿਉਂਕਿ ਪਤਾ ਤਾਂ ਹੀ ਲੱਗਦਾ ਸਾਰੀਆਂ ਗੱਲਾਂ ਦਾ ਜਦੋਂ ਆਪਾਂ ਸਾਰਿਆਂ ਦੀ ਗੱਲ ਸੁਣਦੇ ਹਾਂ। ਅੱਜ ਮੇਰੀ ਕੋਸ਼ਿਸ਼ ਹੋਊਗੀ ਕਿ ਜਿਹੜੇ ਇਹ ਖੇਤੀ ਆਰਡੀਨੈਂਸ ਆਏ ਫਿਰ ਬਿੱਲ ਬਣੇ ਤੇ ਹੁਣ ਉਹ ਕਾਨੂੰਨ ਬਣ ਚੁੱਕੇ ਆ ਉਹਨਾਂ ਦੇ ਲਈ ਇਸ ਵਕਤ ਪੂਰਾ ਪੰਜਾਬ ਉੱਬਲ ਰਿਹਾ ਤੇ ਇੱਕ ਪਾਰਟੀ ਦੂਸਰੇ ਨੂੰ ਦੂਸਰੀ ਪਾਰਟੀ ਤੀਸਰੇ ਨੂੰ ਤੀਸਰੀ ਚੌਥੀ ਨੂੰ ਦੂਸ਼ਣਬਾਜ਼ੀ ਚੱਲ ਰਹੀ ਹੈ ਪਰ ਅਸਲ ਦੇ ਵਿੱਚ ਜਿਹੜੇ ਗਾਡਰਾਂ ਤੇ ਬੈਠੇ ਕਿਸਾਨ ਨੇ ਉਹਨਾਂ ਦਾ ਜਿਹੜਾ ਗੁੱਸਾ ਰੋਹ ਹੈ ਉਹਨਾਂ ਨੂੰ ਕੌਣ ਸਮਝਾਊਗਾ ਕਿ ਅਸਲ 'ਚ ਹੋ ਕੀ ਰਿਹਾ। ਸੋ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਕੱਢਣ ਦੀ ਆਪਾਂ ਕੋਸ਼ਿਸ਼ ਕਰਾਂਗੇ। ਇਸੇ ਲਈ ਪੰਜਾਬ ਬੀਜੇਪੀ ਤੋਂ ਉਹਨਾਂ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਜੀ ਨੂੰ ਆਪਾਂ ਸੱਦਾ ਦਿੱਤਾ ਜਿਹੜੇ ਕਿ ਐਗਰੀਕਲਚਰ ਇਕੋਨੋਮਿਸਟ ਵੀ ਨੇ। ਸੋ ਦੋਨਾਂ ਚੀਜ਼ਾਂ ਦਾ ਸੁਮੇਲ ਹੋ ਜਾਊਗਾ, ਇੱਕ ਤਾਂ ਐਗਰੀਕਲਚਰ ਦੀ ਗੱਲ ਵੀ ਹੋ ਜਾਊਗੀ ਪਲੱਸ ਪਾਰਟੀ ਦੀ ਗੱਲ ਵੀ ਕਰ ਲਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੁਭਾਸ਼ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ। ਧੰਨਵਾਦ ਤੁਹਾਡਾ ਮਹਾਰਾਜ, ਤੁਸੀਂ ਆਏ ਹੋ ਕਿੱਥੇ ਪੰਜਾਬ ਨੂੰ ਬਲਦੀ ਦੇ ਬੁੱਥੇ ਢਾ ਦਿੱਤਾ ਜੇ, ਕੀ ਉਹ ਕਰ ਦਿੱਤਾ ਜੇ ਕਾਨੂੰਨ ਕੀ ਹੈ, ਸਮਝਾਓ ਕੁਛ ਸਾਨੂੰ। ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਓਪਨਿੰਗ ਰਿਮਾਰਕਸ ਇਹਦੇ ਬਾਰੇ ਦੇ ਦਿਆਂ ਕਿ ਜਿਹੜੇ 3 ਕਾਨੂੰਨ ਮੋਦੀ ਸਰਕਾਰ ਨੇ ਬਣਾਏ ਨੇ, ਹੁਣ ਪਹਿਲਾਂ ਆਰਡੀਨੈਂਸ ਦੇ ਰੂਪ 'ਚ ਆਏ ਔਰ ਹੁਣ ਪਾਰਲੀਮੈਂਟ 'ਚ ਜੋ ਸੰਵਿਧਾਨ ਦੀ ਇੱਕ ਵਿਵਸਥਾ ਹੈ ਪਾਰਲੀਮੈਂਟ 'ਚੋਂ ਆਏ, ਪਾਰਲੀਮੈਂਟ 'ਚ ਬਹਿਸ ਹੋਈ ਔਰ ਪਾਰਲੀਮੈਂਟ 'ਚ ਬਿੱਲ ਪਾਰਿਤ ਹੋ ਕੇ ਕਾਨੂੰਨ ਬਣ ਗਏ ਰਾਸ਼ਟਰਪਤੀ ਜੀ ਦੇ ਹਸਤਾਖਰਾਂ ਤੋਂ ਬਾਅਦ। ਇਹਨਾਂ 3 ਕਾਨੂੰਨਾਂ ਨੂੰ ਬਣਾਉਣ ਦੇ ਪਿੱਛੇ ਜੋ ਮਨਸ਼ਾ ਹੈ ਸਾਡੀ, ਉਹ ਮਨਸ਼ਾ ਬੜੀ ਸਪਸ਼ਟ ਹੈ ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਕਿਸਾਨਾਂ ਨਾਲ ਇੱਕ ਵਾਅਦਾ ਕੀਤਾ ਹੋਇਆ ਹੈ ਕਿ 2022 ਤੱਕ ਉਹਨਾਂ ਦੀ ਆਮਦਨੀ ਨੂੰ ਅਸੀਂ ਦੁੱਗਣਾ ਕਰਨਾ ਹੈ ਜੀ। ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਕਿਸਾਨ ਦੀ ਆਮਦਨੀ ਨੂੰ ਦੁੱਗਣਾ ਕਰਨਾ ਹੈ ਤੇ ਉਹਦੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਹਨਾਂ ਨੂੰ ਉਹਦੀ ਉਪਜ ਦਾ ਠੀਕ ਮੁੱਲ ਮਿਲੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਸਾਡੀ ਕਿਸਾਨੀ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕਿਸਾਨ ਨੂੰ ਉਹਦੀ ਉਪਜ ਦਾ ਮੁੱਲ ਨਹੀਂ ਮਿਲ ਰਿਹਾ ਜੀ। ਉਪਜ ਦਾ ਮੁੱਲ ਇਸ ਕਰਕੇ ਨਹੀਂ ਮਿਲ ਰਿਹਾ ਕਿ ਉਹਦੀ ਉਪਜ ਨੂੰ ਖਰੀਦਣ ਵਾਲੇ ਖਰੀਦਾਰ ਬਹੁਤ ਘੱਟ ਨੇ। ਜਦੋਂ ਵੀ ਵੇਚਣ ਵਾਲੇ ਜ਼ਿਆਦਾ ਹੋਣਗੇ ਔਰ ਖਰੀਦਣ ਵਾਲੇ ਘੱਟ ਹੋਣਗੇ ਤੇ ਹਮੇਸ਼ਾ ਖਰੀਦਣ ਵਾਲਿਆਂ ਦੀ ਮਨਮਰਜ਼ੀ ਚੱਲਦੀ ਹੈ। ਇਸ ਕਰਕੇ ਕਿਸਾਨ ਨੂੰ ਉਹਦੀ ਉਪਜ ਦਾ ਦਾਮ ਨਹੀਂ ਮਿਲਦਾ। ਇੱਕ ਤਰਫ ਕਿਸਾਨ ਨੂੰ ਉਹਦੀ ਉਪਜ ਦਾ ਠੀਕ ਮੁੱਲ ਨਹੀਂ ਮਿਲ ਰਿਹਾ ਔਰ ਦੂਸਰੀ ਤਰਫ ਕੰਜ਼ਿਊਮਰ ਨੂੰ ਉਹੀ ਪ੍ਰੋਡਕਟ ਜਿਹੜਾ ਹੈ, ਉਹੀ ਜਿਹੜੀ ਜਿਨਸ ਹੈ ਉਹ ਜ਼ਿਆਦਾ ਮਹਿੰਗੀ ਮਿਲ ਰਹੀ ਹੈ। ਉਹਦਾ ਕਾਰਨ ਹੈ ਕਿ ਕਿਸਾਨ ਦੇ ਵਿੱਚ ਔਰ ਉਪਭੋਗਤਾ ਦੇ ਵਿੱਚ ਇੱਕ ਵੱਡੀ ਚੇਨ ਵਿਚੋਲੀਆਂ ਦੀ ਹੈ ਜੀ ਔਰ ਜ਼ਿਆਦਾ ਲਾਭ ਜਿਹੜਾ ਵਿਚੋਲੀਆਂ ਨੂੰ ਜਾ ਰਿਹਾ ਹੈ। ਇਸ ਕਰਕੇ ਦੇਸ਼ ਦੇ ਅੰਦਰ ਖਰੀਦਾਰ ਵਧਣ, ਕਿਸਾਨ ਦੀ ਫਸਲ ਨੂੰ ਖਰੀਦਣ ਵਾਲੇ ਲੋਕਾਂ ਦੀ ਗਿਣਤੀ ਵਧੇ, ਇੱਕ ਅੱਛੀ ਮਾਰਕੀਟ ਕੰਪੀਟੀਟਿਵ ਮਾਰਕੀਟ ਬਣੇ, ਜਿੱਦਾਂ ਹਿੰਦੁਸਤਾਨ ਦੇ ਬਾਕੀ ਸਭ ਪ੍ਰੋਡਿਊਸਰਸ ਨੂੰ ਇੱਕ ਅੱਛੀ ਕੰਪੀਟੀਟਿਵ ਮਾਰਕੀਟ ਮਿਲ ਰਹੀ ਹੈ ਆਪਣਾ ਸਮਾਨ ਵੇਚਣ ਲਈ, ਉਸੇ ਤਰ੍ਹਾਂ ਕਿਸਾਨ ਨੂੰ ਵੀ ਇੱਕ ਅੱਛੀ ਕੰਪੀਟੀਟਿਵ ਮਾਰਕੀਟ ਮਿਲੇ, ਇੱਕ ਐਸੀ ਮੰਡੀ ਮਿਲੇ ਤਾਂ ਕਿ ਉਹਨੂੰ ਉਹਦੀ ਉਪਜ ਦਾ ਠੀਕ ਮੁੱਲ ਮਿਲੇ। ਉਸ ਉਦੇਸ਼ ਨੂੰ ਧਿਆਨ 'ਚ ਰੱਖਦੇ ਹੋਏ ਇਹ 3 ਕਾਨੂੰਨ ਬਣੇ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਹੋਰ ਦੱਸ ਦੇਣੀ ਚਾਹੁੰਦਾ, ਤੁਸੀਂ ਜ਼ਿਕਰ ਕੀਤਾ ਕਿ ਮੈਂ ਐਗਰੀਕਲਚਰ ਇਕੋਨੋਮਿਸਟ ਵੀ ਹਾਂ। ਮੈਂ ਬਹੁਤ ਲੰਬੇ ਸਮੇਂ ਤੋਂ ਇਹਨਾਂ ਵਿਸ਼ਿਆਂ 'ਤੇ ਕੰਮ ਕਰ ਰਿਹਾ। ਬੀਜੇਪੀ 'ਚ ਆਉਣ ਤੋਂ ਪਹਿਲਾਂ ਤੋਂ ਇਹਨਾਂ ਵਿਸ਼ਿਆਂ 'ਤੇ ਮੈਂ ਕੰਮ ਕਰ ਰਿਹਾ। ਦੇਸ਼ ਦੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਚੱਲ ਰਹੀ ਸੀ ਕਿ ਜਿਹੜੀ ਐਗਰੀਕਲਚਰ ਮਾਰਕੀਟ ਹੈ ਉਹਨੂੰ ਡਿਵੈਲਪ ਕਰਨ ਦੀ ਲੋੜ ਹੈ, ਉਹਦੇ 'ਚ ਸੁਧਾਰ ਕਰਨ ਦੀ ਲੋੜ ਹੈ, ਕਿਸਾਨਾਂ ਨੂੰ ਨਵੇਂ ਵਿਕਲਪ ਦੇਣ ਦੀ ਲੋੜ ਹੈ, ਕੁਝ ਪਰਿਵਰਤਨ ਕਰਨ ਦੀ ਲੋੜ ਹੈ। ਔਰ ਇਹ ਜਿਹੜੀ ਡਿਸਕਸ਼ਨ ਡਿਬੇਟ ਚੱਲ ਰਹੀ ਸੀ ਇਹ ਸਿਰਫ ਅਕੈਡਮੀਸ਼ੀਅਨਸ 'ਚ ਨਹੀਂ ਚੱਲ ਰਹੀ ਸੀ, ਇਹ ਜਿਹੜੇ ਖੇਤੀ ਦੇ ਮਾਹਰ ਨੇ ਉਹਨਾਂ 'ਚ ਵੀ ਚੱਲ ਰਹੀ ਸੀ, ਜਿਹੜੇ ਖੇਤੀ ਨੂੰ ਜਾਣਨ ਸਮਝਣ ਵਾਲੇ ਲੋਕ ਨੇ ਉਹਨਾਂ 'ਚ ਵੀ ਚੱਲ ਰਹੀ ਸੀ ਔਰ ਰਾਜਨੀਤਿਕ ਪਾਰਟੀਆਂ 'ਚ ਵੀ ਚੱਲ ਰਹੀ ਸੀ ਜੀ। ਔਰ ਇਹ ਬਹਿਸ ਪਿਛਲੇ 10 ਸਾਲ ਤੋਂ ਚੱਲ ਰਹੀ ਸੀ, ਇਹ ਕੋਸ਼ਿਸ਼ਾਂ ਪਿਛਲੇ 10 ਸਾਲ ਤੋਂ ਜਾਰੀ ਸੀਗੀਆਂ। ਮੈਂ ਤੁਹਾਨੂੰ ਬੈਕਗਰਾਊਂਡ ਇਸ ਕਰਕੇ ਦੱਸ ਰਿਹਾ ਕਿ ਇਸ ਬੈਕਗਰਾਊਂਡ ਨੂੰ ਸਮਝਣ ਤੋਂ ਬਾਅਦ ਅਸੀਂ ਸਮਝ ਸਕਾਂਗੇ ਕਿ ਕਾਨੂੰਨਾਂ ਦਾ ਅਸਰ ਕਿਸ ਪ੍ਰਕਾਰ ਦਾ ਹੋਣਾ ਹੈ। ਔਰ ਇਹ ਬਹਿਸ ਨੂੰ ਰਾਜਨੀਤਿਕ ਰੂਪ ਨਾਲ ਸ਼ੁਰੂਆਤ ਕਰਨ ਦੀ ਅਗਰ ਮੈਂ ਗੱਲ ਕਹਾਂ ਤੇ ਉਹ ਡਾਕਟਰ ਮਨਮੋਹਨ ਸਿੰਘ ਨੇ ਕੀਤੀ ਹੈ ਜੀ। ਜਦੋਂ ਡਾਕਟਰ ਮਨਮੋਹਨ ਸਿੰਘ ਰਿਟੇਲ ਸੈਕਟਰ ਦੇ ਅੰਦਰ ਮਲਟੀ ਬ੍ਰਾਂਡ ਦੇ ਅੰਦਰ FDI ਦਾ ਬਿੱਲ ਪਾਰਲੀਮੈਂਟ 'ਚ ਲੈ ਕੇ ਆਏ, ਉਹ ਬਿੱਲ ਪਾਸ ਹੋਇਆ। ਉਸ ਬਿੱਲ ਦੀ ਜੋ ਬਹਿਸ ਹੋਈ ਪਾਰਲੀਮੈਂਟ 'ਚ, ਉਸ ਬਹਿਸ 'ਚ ਵੀ ਹਿੱਸਾ ਲੈਂਦਿਆਂ ਹੋਇਆ ਕਾਂਗਰਸ ਦੇ ਲੋਕਾਂ ਨੇ ਇਸ ਦੀ ਵਕਾਲਤ ਕੀਤੀ ਔਰ ਡਾਕਟਰ ਮਨਮੋਹਨ ਸਿੰਘ ਨੇ ਆਪ ਜਦੋਂ ਸਾਰੇ ਸਟੇਟਾਂ ਦੇ ਚੀਫ ਸੈਕਟਰੀ ਆਏ ਸੀ ਉਹਨਾਂ ਨੂੰ ਆਪਣਾ ਇੱਕ ਸੰਬੋਧਨ ਓਫੀਸ਼ੀਅਲ ਕਰਦੇ ਹੋਏ ਉਹਨਾਂ ਨੇ ਬੜੇ ਵਿਸਤਾਰ ਨਾਲ ਇਹ ਵਿਸ਼ੇ ਰੱਖਿਆ ਸੀ ਉਸ ਵੇਲੇ ਕਿ ਜਿਹੜਾ ਇਹ ਮੰਡੀ ਕਾਨੂੰਨ ਨੇ ਇਹਨਾਂ 'ਚ ਸੁਧਾਰ ਦੀ ਬੜੀ ਜ਼ਰੂਰਤ ਹੈ ਤਾਂ ਕਿ ਕਿਸਾਨ ਨੂੰ ਉਹਦੀ ਉਪਜ ਦਾ ਠੀਕ ਮੁੱਲ ਮਿਲੇ, ਕੰਪੀਟੀਸ਼ਨ ਵਧੇ। ਇਹ ਸਾਰੀਆਂ ਗੱਲਾਂ
ਜੋ ਅੱਜ ਅਸੀਂ ਕਹਿ ਰਹੇ ਹਾਂ ਜਾਂ ਮੈਂ ਕਹਿ ਰਿਹਾ, ਸਾਰੀਆਂ ਗੱਲਾਂ ਮਨਮੋਹਨ ਸਿੰਘ ਨੇ ਉਸ ਵੇਲੇ ਇੱਕ ਡਿਸਕਸ਼ਨ ਨੂੰ ਦੇਸ਼ 'ਚ ਇਨੀਸ਼ੀਏਟ ਕੀਤਾ ਸੀ। ਸਵਾਲ ਜੀ ਇੱਥੇ ਇੱਕ ਸਵਾਲ ਮੇਰੇ ਦਿਮਾਗ 'ਚ ਆਉਂਦਾ, ਇੱਕ ਵੀਡੀਓ ਵੀ ਸ਼ਾਇਦ ਤੁਸੀਂ ਉਹ ਜੈਰਾਮ ਰਮੇਸ਼ ਹੋਰਾਂ ਦੀ ਪਾਈ ਹੈ ਆਪਣੇ ਪੇਜ ਦੇ ਉੱਪਰ, ਉਹ ਉਸੇ ਟਾਈਮ ਦੀ ਹੈ? ਕਪਿਲ ਸਿੱਬਲ ਜੀ ਦੀ ਵੀ ਹੈ। ਕਪਿਲ ਸਿੱਬਲ ਜੀ ਦੀ? ਹਾਂ, ਕਪਿਲ ਸਿੱਬਲ ਜੀ ਦੀ ਵੀ ਹੈ। ਡਾਕਟਰ ਮਨਮੋਹਨ ਸਿੰਘ ਜੀ ਦੀ ਉਹ ਸਪੀਚ ਵੀ ਜਿਹੜੀ ਉਹਨਾਂ ਨੇ ਚੀਫ ਸੈਕਟਰੀਜ਼ ਨੂੰ ਦਿੱਤੀ, ਔਰ ਬਾਕੀ ਵੀ ਕਈ ਮੌਕਿਆਂ ਤੇ ਮੌਂਟੇਕ ਸਿੰਘ ਆਹਲੂਵਾਲੀਆ ਜੀ ਵੀ ਇਹੀ ਗੱਲ ਕਹਿੰਦੇ ਰਹੇ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਗੁਰਪ੍ਰੀਤ ਜੀ, ਇਸੇ ਹੀ ਗੱਲ ਨੂੰ ਅੱਗੇ ਰਾਹੁਲ ਗਾਂਧੀ ਜੀ ਨੇ ਵੀ ਵਧਾਇਆ। ਇੱਥੇ ਜਿਹੜਾ ਮੇਰਾ ਸਵਾਲ ਸੀ ਜੀ, ਤੁਹਾਡੀ ਪਾਰਟੀ ਦੀ ਮਰਹੂਮ ਲੀਡਰ ਸੁਸ਼ਮਾ ਸਵਰਾਜ ਹੋਰੀ, ਉਹ ਉਸੇ ਮੌਕੇ ਤੇ ਜਦੋਂ ਸਰਦਾਰ ਮਨਮੋਹਨ ਸਿੰਘ ਹੋਰੀ ਇਹ ਕੰਮ ਕਰਦੇ ਸੀ ਉਦੋਂ ਇਹਦਾ ਵਿਰੋਧ ਕਰਦੇ ਸੀ? ਨਹੀਂ, ਉਹ ਤੁਸੀਂ ਅਗਰ ਉਸ ਪੂਰੀ ਡਿਬੇਟ ਨੂੰ ਸੁਣੋ, ਕਿਉਂਕਿ ਮੈਂ ਤੇ ਉਸ ਵੇਲੇ ਪੂਰਾ ਇਨਵੋਲਵ ਸੀ, ਉਹ ਜਿਹੜੀ ਬਹਿਸ ਚੱਲ ਰਹੀ ਸੀ ਉਹ ਚੱਲ ਰਹੀ ਸੀ ਕਿ ਮਲਟੀ ਬ੍ਰਾਂਡ ਦੇ ਅੰਦਰ ਫੋਰਨ ਡਾਇਰੈਕਟ ਇਨਵੈਸਟਮੈਂਟ ਆਣੀ ਚਾਹੀਦੀ ਹੈ ਕਿ ਨਹੀਂ ਆਣੀ ਚਾਹੀਦੀ। ਸਾਡੀ ਪਾਰਟੀ ਦਾ ਉਸ ਵੇਲੇ ਸਟੈਂਡ ਸੀ, ਅੱਜ ਵੀ ਉਹੀ ਸਟੈਂਡ ਹੈ ਕਿ ਤੁਸੀਂ ਅਗਰ ਮਲਟੀ ਬ੍ਰਾਂਡ ਰਿਟੇਲ 'ਚ FDI ਲੈ ਕੇ ਆਓਗੇ ਤੇ ਉਹਦੇ ਨਾਲ ਸਾਡੇ ਛੋਟੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਉੱਤੇ ਅਸਰ ਪੈ ਸਕਦਾ ਹੈ। ਉਹਨਾਂ ਨੂੰ ਪ੍ਰੋਟੈਕਟ ਕਰਦੇ ਹੋਏ ਵਿਦੇਸ਼ੀ ਕੰਪਨੀਆਂ ਨੂੰ ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਬੁਲਾਉਣਾ ਚਾਹੀਦਾ ਹੈ, ਕਿਉਂਕਿ ਸਾਡੇ ਦੇਸ਼ ਦੇ ਅੰਦਰ ਬਹੁਤ ਸਾਰਾ ਉਦਯੋਗਿਕ ਸੈਕਟਰ ਐਸਾ ਹੈ ਜਿਹੜਾ ਰਿਟੇਲ ਸੈਕਟਰ ਨੂੰ ਮਾਡਰਨਾਈਜ਼ ਕਰ ਸਕਦਾ ਹੈ। ਉਸ ਵੇਲੇ ਗੱਲ ਹੋ ਰਹੀ ਸੀ ਕਿ ਰਿਟੇਲ ਸੈਕਟਰ ਨੂੰ ਮਾਡਰਨਾਈਜ਼ ਕਰਨ ਦੀ ਲੋੜ ਹੈ। ਤੁਸੀਂ ਪਹਿਲਾਂ ਉਹਨਾਂ ਨੂੰ ਮਾਡਰਨਾਈਜ਼ ਕਰ ਲੈਣ ਦਿਓ, ਇੱਕ ਵਾਰੀ ਉਹ ਕੰਪੀਟੀਟਿਵ ਬਣ ਜਾਣ, ਫਿਰ ਫੋਰਨ ਡਾਇਰੈਕਟ ਇਨਵੈਸਟਮੈਂਟ ਵੀ ਆ ਜਾਏ। ਉਹ ਸਾਰੀ ਡਿਸਕਸ਼ਨ ਜਿਹੜੀ ਸੁਸ਼ਮਾ ਸਵਰਾਜ ਜੀ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਉਸ ਸੰਦਰਭ 'ਚ ਹੋ ਰਹੀ ਸੀ। ਨਹੀਂ, ਪਰ ਉਹਦੇ 'ਚ ਜਿਹੜਾ ਉਹਨਾਂ ਦਾ ਕਹਿ ਲਓ ਕਿ ਇਹ ਸੀ ਕਿ ਵੀ ਕਹਿਣ ਦਾ ਢੰਗ ਤਰੀਕਾ ਉਹ ਤਾਂ ਇਹੀ ਸੀ ਨਾ ਵੀ ਇਹ ਸਾਰੇ ਕੁਛ ਨਾਲ ਕਿਸਾਨ ਮਾਰਿਆ ਜਾਊਗਾ, ਜਿਹੜੀ ਜੇ ਤੁਸੀਂ MSP ਖਤਮ ਕਰਦੇ ਹੋ, ਜਾਂ ਜਿਹੜੀਆਂ ਚੀਜ਼ਾਂ ਹੁਣ ਇਸ ਵਕਤ ਕਾਂਗਰਸ ਪਾਰਟੀ ਜਾਂ ਅਕਾਲੀ ਦਲ BJP ਨੂੰ ਕਹਿ ਰਿਹਾ, ਜਾਂ ਜਿਹੜੇ ਖਦਸ਼ੇ ਇਸ ਵਕਤ ਕਿਸਾਨਾਂ ਦੇ ਨੇ BJP ਦੇ ਲਈ, ਉਹ ਸੇਮ ਤੁਹਾਡੀ ਪਾਰਟੀ ਦੇ ਲੀਡਰ ਸਾਹਿਬਾਨ ਉਦੋਂ ਕਾਂਗਰਸ ਪਾਰਟੀ ਨੂੰ ਕਹਿ ਰਹੇ ਸੀ। ਮੈਂ ਸਿਰਫ ਇਹ ਸਮਝਣਾ ਚਾਹੁੰਦਾ ਤੁਹਾਡੇ ਤੋਂ ਕਿ ਵੀ ਜਿੱਦਾਂ ਤੁਸੀਂ ਕਿਹਾ ਕਿ ਵੀ ਇਹ 10 ਸਾਲ ਪਹਿਲਾਂ ਦੀ ਡਿਬੇਟ ਚੱਲਦੀ ਸੀ, ਜੇ ਮੈਂ ਥੋੜ੍ਹਾ ਜਿਹਾ ਹੋਰ ਪਿੱਛੇ ਚਲੇ ਜਾਂ ਤਾਂ 90 ਦੇ ਦਹਾਕੇ 'ਚੋਂ WTO ਵਾਲਾ ਸਮਝੌਤਾ ਉਹ ਵੀ ਨਰਸਿਮਹਾ ਰਾਓ ਹੋਰਾਂ ਦੇ ਟਾਈਮ ਦਾ ਹੋਇਆ, ਉਦੋਂ ਸਰਦਾਰ ਮਨਮੋਹਨ ਸਿੰਘ ਹੋਰੀ ਫਾਈਨੈਂਸ ਮਿਨਿਸਟਰ ਹੁੰਦੇ ਸੀ। ਮਤਲਬ ਇਹ ਹੈ ਕਿ ਵੀ ਕਿਤੇ ਕ੍ਰੈਡਿਟ ਦੌੜ ਤਾਂ ਨਹੀਂ ਹੈਗੀ ਵੀ ਦੇਸ਼ ਨੂੰ ਚੀਜ਼ ਤਾਂ ਉਹ ਚਾਹੀਦੀ ਹੈ, ਪਰ ਜੇ ਕਾਂਗਰਸ ਕਰੇ ਤਾਂ BJP ਨੇ ਵਿਰੋਧ ਕਰਨਾ, ਤੇ ਜੇ BJP ਕਰੇ ਤਾਂ ਫਿਰ ਕਾਂਗਰਸੀ ਵਿਰੋਧ ਕਰਨਗੇ। ਮੰਨ ਲਓ ਜੇ ਇਹੀ ਬਿੱਲ ਕਾਂਗਰਸ ਪਾਰਟੀ ਲੈ ਆਉਂਦੀ ਤੇ ਫਿਰ ਹੋ ਸਕਦਾ BJP ਵਾਲੇ ਝੰਡੇ ਚੱਕ ਲੈਂਦੇ ਅਸੀਂ ਕਿਸਾਨ ਦੇ ਨਾਲ ਹਾਂ। ਮਤਲਬ ਰਾਜਨੀਤੀ ਤਾਂ ਨਹੀਂ ਮੈਂ ਪੁੱਛਦਾ। ਨਹੀਂ, ਮੈਂ ਤੁਹਾਨੂੰ ਉਹਦੇ 'ਚ ਇੱਕ ਬੜਾ ਤੁਸੀਂ ਅੱਛਾ ਸਵਾਲ ਪੁੱਛਿਆ ਗੁਰਪ੍ਰੀਤ ਜੀ। ਤੁਹਾਡੀ ਗੱਲ ਠੀਕ ਹੈ ਕਿ ਪੋਲੀਟੀਕਲ ਪਾਰਟੀਆਂ ਦੇ ਸਟੈਂਡ ਪੋਜੀਸ਼ਨ ਨਾਲ ਬਦਲਦੇ ਹੁੰਦੇ ਆ, ਅਸੀਂ ਦੇਖੇ ਵੀ ਹੈ, ਲੇਕਿਨ ਜਿੱਥੋਂ ਤੱਕ ਕਿਸਾਨਾਂ ਦਾ ਭਲਾ ਕਰਨ ਦੀ ਗੱਲ ਹੈ, ਕਿਸਾਨ ਮੁਖੀ ਨੀਤੀਆਂ ਬਣਾਉਣ ਦੀ ਗੱਲ ਹੈ, ਭਾਰਤੀ ਜਨਤਾ ਪਾਰਟੀ ਦਾ ਸਟੈਂਡ ਬੜਾ ਕੰਸਿਸਟੈਂਟ ਹੈ ਇਸ ਮਾਮਲੇ 'ਚ। ਮੈਂ ਤੁਹਾਨੂੰ ਇੱਕ ਕਾਨੂੰਨ ਦਾ ਜ਼ਿਕਰ ਕਰਦਾ। ਅੱਜ ਗੱਲ ਆ ਰਹੀ ਹੈ ਕਿਉਂਕਿ ਤਿੰਨਾਂ ਕਾਨੂੰਨਾਂ 'ਚ ਅਲੱਗ-ਅਲੱਗ ਖਦਸ਼ੇ ਨੇ, ਆਪਾਂ ਉਹਨਾਂ 'ਤੇ ਆਵਾਂਗੇ। ਜੀ ਜੀ। ਕੰਟਰੈਕਟ ਫਾਰਮਿੰਗ ਦੇ ਉੱਪਰ ਬੜੀ ਗੱਲ ਆ ਰਹੀ ਹੈ ਕਿ ਬਈ ਕੰਟਰੈਕਟ ਫਾਰਮਿੰਗ ਹੋਏਗੀ ਤੇ ਕਿਸਾਨਾਂ ਦੀ ਜ਼ਮੀਨ ਅੰਬਾਨੀ, ਅੰਡਾਨੀ ਔਰ ਪਤਾ ਨਹੀਂ ਕਿਹੜੇ-ਕਿਹੜੇ ਉਦਯੋਗਪਤੀਆਂ ਦਾ ਨਾਮ ਲੈ ਰਹੇ ਨੇ ਕਿ ਉਹ ਕਿਸਾਨਾਂ ਦੀ ਜ਼ਮੀਨ ਹੜਪ ਲੈਣਗੇ। ਇਹ ਇੱਕ ਬਹੁਤ ਵੱਡਾ ਜਿਹੜਾ ਭਰਮ ਹੈ ਉਹ ਫੈਲ ਰਿਹਾ ਹੈ, ਖਦਸ਼ਾ ਵੀ ਹੈ, ਔਰ ਕਿਸਾਨਾਂ ਦੇ ਮਨ 'ਚ ਇਸ ਗੱਲ ਦਾ ਡਰ ਵੀ ਬਣਾਇਆ ਜਾ ਰਿਹਾ ਹੈ। ਹੁਣ ਇਹ ਕੰਟਰੈਕਟ ਫਾਰਮਿੰਗ ਜਿਹੜੀ ਹੈ, ਕਿਆ ਇਹਨਾਂ ਕਾਨੂੰਨਾਂ ਦੇ ਬਣਨ ਤੋਂ ਪਹਿਲਾਂ, ਕਾਨੂੰਨ ਤਾਂ ਹਾਲੇ ਕੁਝ ਦਿਨ ਪਹਿਲਾਂ ਹੀ ਬਣਿਆ, ਕਿਆ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਕੰਟਰੈਕਟ ਫਾਰਮਿੰਗ ਨਹੀਂ ਹੋ ਰਹੀ? ਹੋ ਰਹੀ ਹੈ ਜੀ। ਕਿਆ ਪੰਜਾਬ ਦੇ ਅੰਦਰ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਨਹੀਂ ਹੈ? ਮੈਂ ਤੁਹਾਨੂੰ ਦੋ ਮਜ਼ੇਦਾਰ ਇੰਸਟਾਂਸ ਦੱਸਣੇ ਆ। ਕਾਂਗਰਸ ਦੀ ਜਦੋਂ 2017 'ਚ ਮੈਨੀਫੈਸਟੋ ਆਇਆ, ਮੈਂ ਤੁਹਾਨੂੰ ਉਹ ਮੈਨੀਫੈਸਟੋ ਦੀ ਕਾਪੀ ਵੀ ਦਿਖਾ ਦਿੰਦਾ ਹੈ, ਤੁਸੀਂ ਅਗਰ ਆਪਣੇ ਦਰਸ਼ਕਾਂ ਨੂੰ ਦਿਖਾਣਾ ਚਾਹੋ ਤੇ 2017 ਦਾ ਕਾਂਗਰਸ ਦਾ ਮੈਨੀਫੈਸਟੋ ਹੈ, ਕੈਪਟਨ ਸਾਹਿਬ ਦੀ ਫੋਟੋ ਲੱਗੀ ਹੈ। ਇਸ ਮੈਨੀਫੈਸਟੋ 'ਚ ਕੈਪਟਨ ਸਾਹਿਬ ਨੇ ਉਹ APMC ਵਾਲੀ ਗੱਲ ਮੈਂ ਬਾਅਦ 'ਚ ਦੱਸੂਗਾ, ਕੰਟਰੈਕਟ ਫਾਰਮਿੰਗ ਲਈ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਕਿ ਅਸੀਂ ਕੰਟਰੈਕਟ ਫਾਰਮਿੰਗ ਐਂਡ ਪੁਆਇੰਟ 22 ਹੈ ਇਹਨਾਂ ਦਾ, ਕੰਟਰੈਕਟ ਫਾਰਮਿੰਗ ਐਂਡ ਲੈਂਡ ਲੀਜ਼ਿੰਗ ਵੀ ਅਲਾਉ ਕੀਤੀ ਹੈ, ਵਿਲ ਬੀ ਗਾਈਡਡ ਐਂਡ ਇਨਫੋਰਸਡ through effective laws protecting the rights of land owners and cultivators in equal measure। ਕੈਪਟਨ ਸਾਹਿਬ ਨੇ ਕਿਹਾ ਕਿ ਅਸੀਂ ਇਹ ਐਕਟ ਬਣਾਵਾਂਗੇ ਕੰਟਰੈਕਟ ਫਾਰਮਿੰਗ ਦਾ, ਜਿਹਦੇ 'ਚ ਲੈਂਡ ਲੀਜ਼ਿੰਗ ਵੀ ਗਾਈਡਡ ਹੋਏਗੀ। ਅੱਛੀ ਗੱਲ ਹੈ, ਲੇਕਿਨ ਸ਼ਾਇਦ ਕੈਪਟਨ ਸਾਹਿਬ ਨੂੰ ਪਤਾ ਸੀ ਕਿ ਨਹੀਂ ਪਤਾ ਸੀ, ਇਹ ਕਾਨੂੰਨ ਬਣਾਉਣ ਦੀ ਲੋੜ ਹੀ ਨਹੀਂ ਸੀ ਮੈਨੀਫੈਸਟੋ 'ਚ ਲਿਖਣ ਦੀ, ਕਿਉਂਕਿ 2013 'ਚ ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਸੀ, ਪੰਜਾਬ 'ਚ ਆਲਰੇਡੀ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਬਣਿਆ ਹੋਇਆ ਹੈ ਜੀ। ਪੰਜਾਬ ਕੰਟਰੈਕਟ ਫਾਰਮਿੰਗ ਐਕਟ 2013 ਇਹ ਕਾਨੂੰਨ ਹੈ, ਮੈਂ ਕਾਪੀ ਲੈ ਕੇ ਆਇਆ ਉਸ ਕਾਨੂੰਨ ਦੀ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਬਣਾਏ, ਅਸੀਂ ਉਸ ਭਾਈਵਾਲ ਸੀਗੇ ਉਸ ਸਰਕਾਰ 'ਚ, ਅਸੀਂ ਵੀ ਸਹਿਮਤੀ ਦਿੱਤੀ ਕਿ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਬਣਨਾ ਚਾਹੀਦਾ ਹੈ। ਕਿਉਂ ਬਣਨਾ ਚਾਹੀਦਾ ਹੈ? ਕਿਉਂਕਿ ਕੰਟਰੈਕਟ ਫਾਰਮਿੰਗ ਤੇ ਕਿਸਾਨ ਕਰ ਰਿਹਾ ਹੈ, ਅਗਰ ਤੁਸੀਂ ਉਹਨੂੰ ਕਾਨੂੰਨੀ ਸੁਰੱਖਿਆ ਨਹੀਂ ਦਿਓਗੇ ਐਕਟ ਬਣਾ ਕੇ ਤੇ ਉਹ ਠੱਗੀ ਠੋਰੀ ਦਾ ਸ਼ਿਕਾਰ ਹੋਏਗਾ। ਉਹਨੂੰ ਕਾਨੂੰਨੀ ਰੂਪ ਨਾਲ ਸੁਰੱਖਿਅਤ ਕਰਨ ਲਈ ਇਹ ਕਾਨੂੰਨ ਪੰਜਾਬ ਵਿਧਾਨ ਸਭਾ 'ਚ ਸਾਡੀ ਸਰਕਾਰ ਨੇ ਬਣਾਇਆ, ਅਸੀਂ ਵੀ ਸਮਰਥਨ ਕੀਤਾ, ਕਾਂਗਰਸ ਨੇ ਵੀ ਸਮਰਥਨ ਕੀਤਾ। ਅੱਜ 7 ਸਾਲ ਬਾਅਦ ਜਦੋਂ ਮੋਦੀ ਸਰਕਾਰ ਪੂਰੇ ਦੇਸ਼ 'ਚ ਕੰਟਰੈਕਟ ਫਾਰਮਿੰਗ ਦਾ ਐਕਟ ਬਣਾਇਆ ਤੇ ਅੱਜ ਉਹਦੇ ਤੇ ਖਦਸ਼ੇ ਪ੍ਰਗਟ ਹੋ ਰਹੇ ਨੇ। ਪੰਜਾਬ 'ਚ ਤਾਂ 7 ਸਾਲ ਪਹਿਲਾਂ ਤੋਂ ਇਹ ਕਾਨੂੰਨ ਲਾਗੂ ਹੈ,
ਕੇਂਦਰ ਦੇ ਨਵੇਂ ਕਾਨੂੰਨ ਨਾਲ ਕੁਝ ਫਰਕ ਨਹੀਂ ਪੈਣਾ। ਔਰ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ ਮੈਂ, ਅੱਜ ਸਰਦਾਰਾ ਸਿੰਘ ਜੋਹਲ ਜੀ ਨੇ ਫੇਸਬੁੱਕ ਤੇ ਇੱਕ ਪੋਸਟ ਪਾਈ ਹੈ, ਸ਼ਾਇਦ ਟਵੀਟ ਵੀ ਕੀਤਾ ਹੋਏਗਾ। ਪੰਜਾਬ ਦੇ ਬੜੇ ਵੱਡੇ ਇਕਨੋਮਿਸਟ ਨੇ, ਐਗਰੀਕਲਚਰ ਇਕਨੋਮਿਸਟ ਨੇ, ਔਰ ਬੀਜੇਪੀ ਦੇ ਸਮਰਥਕ ਨਹੀਂ ਰਹੇ ਕਦੀ ਵੀ, ਹਮੇਸ਼ਾ ਵਿਰੋਧੀ ਰਹੇ ਨੇ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ 2013 ਦਾ ਇਹ ਵਾਲਾ ਐਕਟ ਹੈ, ਔਰ ਮੈਂ ਖੁਦ ਪੜ੍ਹ ਲਿਆ, ਔਰ ਮੋਦੀ ਸਰਕਾਰ ਨੇ ਜੋ ਕੰਟਰੈਕਟ ਫਾਰਮਿੰਗ ਦਾ ਐਕਟ ਬਣਾਇਆ, ਬਾਏ ਐਂਡ ਲਾਰਜ ਸੇਮ ਨੇ। ਸੋ ਮੈਨੂੰ ਦੱਸੋ 7 ਸਾਲ 'ਚ ਐਸਾ ਇਸ ਕਾਨੂੰਨ ਨਾਲ ਪੰਜਾਬ 'ਚ ਕੀ ਨੁਕਸਾਨ ਹੋਇਆ ਜਿਹੜਾ ਉਸ ਕੇਂਦਰੀ ਕਾਨੂੰਨ ਨਾਲ ਹੋ ਜਾਏਗਾ, ਜਾਂ ਕੀ ਫਰਕ ਪਏਗਾ? ਕੋਈ ਫਰਕ ਨਹੀਂ ਪਏਗਾ। ਸਾਡਾ ਸਟੈਂਡ, ਮੈਂ ਜਿਸ ਗੱਲ ਧਿਆਨ ਲੱਗਾ, ਅਸੀਂ ਉਦੋਂ ਵੀ ਸਮਰਥਨ ਸੀਗੇ, ਅਸੀਂ ਅੱਜ ਵੀ ਸਮਰਥਕ ਹਾਂ। ਇੱਕ ਛੋਟੀ ਜਿਹੀ ਗੱਲ ਮੈਂ ਜ਼ਰੂਰ ਤੁਹਾਡੇ ਮਾਧਿਅਮ ਨਾਲ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰਨੀ ਹੈ, ਬਾਕੀ ਵੀ ਲੋਕਾਂ ਨਾਲ ਜੀ। ਤੁਸੀਂ ਮੋਦੀ ਸਰਕਾਰ ਦਾ ਕਾਨੂੰਨ ਪੜ੍ਹੋ ਕੰਟਰੈਕਟ ਫਾਰਮਿੰਗ ਦਾ, ਉਹਦੇ 'ਚ ਕਲੌਜ਼ 8 'ਚ ਇੱਕ ਪ੍ਰੋਵੀਜ਼ਨ ਹੈ ਕਿ ਲੈਂਡ ਦੀ ਲੀਜ਼ਿੰਗ, ਮੋਰਟਗੇਜ, ਸੇਲ ਪ੍ਰੋਹਿਬਿਟਡ ਹੈ, ਉਹਦੇ ਤੇ ਕੰਟਰੈਕਟ ਹੋ ਹੀ ਨਹੀਂ ਸਕਦਾ। ਜੋ ਕੋਈ ਪ੍ਰਾਈਵੇਟ ਵਪਾਰੀ, ਇੰਡਸਟਰੀ ਕਿਸਾਨ ਨਾਲ ਕਿਸੇ ਤਰ੍ਹਾਂ ਦਾ ਕੰਟਰੈਕਟ ਕਰਨਾ ਚਾਹੁੰਦਾ, ਉਹ ਸਿਰਫ ਉਪਜ ਤੇ ਹੋਏਗਾ। ਕਿਸਾਨ ਦੀ ਜ਼ਮੀਨ ਤੇ ਕੰਟਰੈਕਟ ਹੀ ਨਹੀਂ ਹੋ ਸਕਦਾ। ਇੱਕ ਕਾਨੂੰਨ ਬਣਾਤਾ ਹੈ ਕੇਂਦਰ ਨੇ। ਮੈਂ ਇਸ ਤੋਂ ਬੜੀ ਸੁਰੱਖਿਆ ਕਿਸਾਨ ਨੂੰ ਕੀ ਦਿੱਤੀ ਜਾ ਸਕਦੀ ਹੈ? ਇੱਕ ਹੋਰ ਮਜ਼ੇਦਾਰ ਗੱਲ, ਮੈਂ ਸਰ ਕਾਨੂੰਨ ਦੀ ਥੋੜੀ ਜਾਣਕਾਰੀ ਦੇ ਦਿਆਂ, ਕਿਉਂਕਿ ਬਹੁਤ ਸਾਰੇ ਕਿਸਾਨ ਸਵਾਲ ਇਸ ਤੋਂ ਪਹਿਲਾਂ ਸੀ। ਹਾਂ ਬੋਲੋ। ਮਾਫੀ ਚਾਹੁੰਦਾ। ਹਾਂ ਨਹੀਂ ਕੋਈ ਗੱਲ ਨਹੀਂ। ਜਿਹੜੀ ਫਸਲ ਚੁੱਕਣ ਦੀ ਗੱਲ ਹੈ, ਕੰਟਰੈਕਟ ਫਾਰਮਿੰਗ ਹੋਈ, ਮੈਨੂੰ ਪਤਾ ਬਹੁਤ ਸਾਰੀਆਂ ਕੰਪਨੀਆਂ ਇੱਥੇ ਆਈਆਂ, ਉਹ ਆਈਆਂ ਐਂਡ ਜਿਨ੍ਹਾਂ ਨੇ ਉਹ ਕੰਟਰੈਕਟ ਫਾਰਮਿੰਗ ਕੀਤੀ ਉਹਨਾਂ ਦੇ ਪੱਲੇ ਕੱਖ ਨਹੀਂ ਪਿਆ। ਜਦੋਂ ਆਪਾਂ ਨੂੰ ਪਤਾ ਹੈ ਕਿ 7 ਸਾਲ ਪੰਜਾਬ 'ਚ ਆਪਾਂ ਕੰਟਰੈਕਟ ਫਾਰਮਿੰਗ ਕਰਵਾ ਕੇ ਦੇਖ ਲਈ, ਤੇ ਉਹ ਕੰਪਨੀਆਂ ਦਾ ਪੰਜਾਬ ਦੇ ਵਿੱਚ ਹੀ ਉਹ ਕਾਮਯਾਬੀ ਨਹੀਂ ਮਿਲੀ। ਜਾਂ ਤਾਂ ਉਹ ਭੱਜ ਗਏ, ਜਾਂ ਉਹਨਾਂ ਨੇ ਕਿਹਾ ਸਾਡੇ ਵਾਲਾ ਆਲੂ ਗੋਲ ਨਹੀਂ ਚਾਹੀਦਾ ਜੀ, ਆਹ ਤਾਂ ਗੋਲ ਹੈ, ਜਾਂ ਉਹ ਕਹਿੰਦੇ ਵੀ ਨਹੀਂ ਸਾਨੂੰ ਤਾਂ ਗੋਲ ਚਾਹੀਦਾ, ਤੁਹਾਡੇ ਵਾਲਾ ਗੋਲ ਹੈ ਨਹੀਂ। ਮਤਲਬ ਜਾਂ ਜੇ ਫੁੱਲਾਂ ਦੀ ਖੇਤੀ ਕਰਾਈ ਉਹਦੇ 'ਚ ਰੌਲਾ ਪਾ ਕੇ ਬਹਿ ਗਏ, ਜਾਂ ਉਹ ਜਦੋਂ ਇੱਥੋਂ ਬਾਸਮਤੀ ਵਾਲੇ ਪਾਸੇ ਤੁਰਦੇ ਆ ਫਿਰ ਕਹਿੰਦੇ ਹਾਂ ਜੀ ਇਹਦਾ ਦਾਣਾ ਇਹੋ ਜਿਹਾ ਨਹੀਂ ਹੈਗਾ, ਇਹਦੇ 'ਚ ਟੋਟਾ ਜ਼ਿਆਦਾ, ਜਾਂ ਅਸੀਂ ਜਦੋਂ ਐਕਸਪੋਰਟ ਕਰਦੇ ਹਾਂ ਫਿਰ ਅਗਲੇ ਮੋੜ ਦਿੰਦੇ ਤੁਸੀਂ ਇਹਦੇ 'ਚ ਖਾਦ ਜਾਂ ਰੇਹ ਸਪਰੇਅ ਜ਼ਿਆਦਾ ਪਾਈ। ਉਹ ਬਹਾਨੇ 100 ਨੇ। ਆਪਾਂ ਇਹ ਵੀ ਦੇਖਿਆ ਕਿ ਪੰਜਾਬੋਂ ਬਾਹਰ ਕੇਸ ਵੀ ਕੀਤੇ ਕਿਸਾਨਾਂ ਦੇ। ਜੇ ਉਹ ਸਾਰੀਆਂ ਚੀਜ਼ਾਂ ਖਦਸ਼ੇ ਸੀਗੇ, ਤੇ ਫਿਰ ਹੁਣ ਤੁਸੀਂ ਕਹਿੰਦੇ ਹੋ ਕਿ ਆਪਾਂ ਸੇਮ ਉਸੇ ਤਰ੍ਹਾਂ ਹੀ ਇਹਨੂੰ ਛਾਪ ਦਿੱਤਾ ਪੰਜਾਬ ਦੇ ਵਿੱਚ, ਤੇ ਫਿਰ ਚੇਂਜ ਕੀ ਹੋਇਆ? ਮੈਂ ਹਾਂ ਬਹੁਤ ਅੱਛਾ ਤੁਸੀਂ ਸਵਾਲ ਕੀਤਾ। ਮੈਂ ਇਹਦੇ ਬੜਾ ਅੱਛਾ ਤੁਹਾਨੂੰ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ, ਬਿਲਕੁਲ ਠੀਕ ਹੈ ਕਿ ਜਦੋਂ ਕੰਟਰੈਕਟ ਹੁੰਦੇ ਆ, ਆਲਰੇਡੀ ਹੋ ਰਹੇ ਨੇ। ਮੈਂ ਉਹ ਇਸ ਗੱਲ ਦਾ ਜ਼ਿਕਰ ਕਰ ਰਿਹਾ ਸੀ ਕਿ ਇਹਨਾਂ ਕਾਨੂੰਨਾਂ ਨਾਲ ਕੋਈ ਬਹੁਤ ਬਦਲ, ਬਿਲਕੁਲ ਠੀਕ ਹੈ, ਬਹੁਤ ਸਾਰੇ ਕਿਸਾਨਾਂ ਨੂੰ ਹੋ ਸਕਦਾ, ਲੇਕਿਨ ਬਹੁਤ ਸਾਰੇ ਕਿਸਾਨਾਂ ਨੂੰ ਫਾਇਦਾ ਵੀ ਹੋਇਆ। ਥੋੜਿਆਂ ਨੂੰ ਹੋਇਆ, ਜੇ ਹੋਇਆ ਹੁੰਦਾ ਤਾਂ ਉਹ ਵਿਚਾਰੇ ਗਾਡਰਾਂ ਦੇ ਨਾਲ ਪੈਂਦੇ। ਬਿਲਕੁਲ ਠੀਕ ਹੈ ਜੀ, ਲੇਕਿਨ ਇਸ ਨਵੇਂ ਕਾਨੂੰਨ 'ਚ ਕਿੱਥੇ ਲਿਖਿਆ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਕੰਟਰੈਕਟ ਜ਼ਰੂਰ ਕਰਨਾ ਹੈ? ਬਿਲਕੁਲ ਨਹੀਂ ਲਿਖਿਆ। ਇਹ ਕਾਨੂੰਨ, ਗੁਰਪ੍ਰੀਤ ਜੀ, ਮੈਂ ਉਹੀ ਗੱਲ ਸਮਝਾਉਣੀ ਚਾਹ ਰਿਹਾ, ਪੰਜਾਬ ਦਾ ਕੋਈ ਵੀ ਕਿਸਾਨ ਕੰਟਰੈਕਟ ਫਾਰਮਿੰਗ ਨਾ ਕਰੇ, ਕੋਈ ਦਿੱਕਤ ਨਹੀਂ ਹੈ। ਇਸ ਕਾਨੂੰਨ 'ਚ ਕੋਈ ਮੈਂਡੇਟਰੀ ਥੋੜਾ ਕਿ ਸਾਰੇ ਕਿਸਾਨ ਕੰਟਰੈਕਟ ਫਾਰਮਿੰਗ ਚੱਲ ਜਾਣ। ਇਸ ਕਾਨੂੰਨ ਦੇ ਮਾਧਿਅਮ ਨਾਲ ਅਸੀਂ ਸਿਰਫ ਇੱਕ ਲੀਗਲ ਪ੍ਰੋਟੈਕਸ਼ਨ ਦਿੱਤੀ ਹੈ ਉਹਨਾਂ ਫਾਰਮਰਸ ਨੂੰ ਜਿਹੜੇ ਕੰਟਰੈਕਟ ਫਾਰਮਿੰਗ 'ਚ ਜਾਣਾ ਚਾਹੁੰਦੇ ਨੇ, ਜਿਹੜੇ ਕਰਨਾ। ਦੇਖੋ ਤੁਸੀਂ ਚਾਹੁੰਦੇ ਹੋ ਕਿ ਮੈਂ ਕੰਟਰੈਕਟ ਫਾਰਮਿੰਗ ਕਰਾਂ, ਤਾਂ ਸਰਕਾਰ ਦਾ ਇਹ ਦਾਇਿਤਵ ਬਣਦਾ ਹੈ ਕਿ ਤੁਹਾਨੂੰ ਇੱਕ ਐਸਾ ਲੀਗਲ ਪ੍ਰੋਟੈਕਸ਼ਨ ਮੈਕੈਨਿਜ਼ਮ ਦੇ ਦਈਏ ਕਿ ਤੁਹਾਡੇ ਨਾਲ ਠੱਗੀ ਠੋਰੀ ਘੱਟ ਵੱਜੇ। ਇਸ ਨਵੇਂ ਕਾਨੂੰਨਾਂ 'ਚ ਮੈਂ ਜਿਸ ਗੱਲ ਦਾ ਜ਼ਿਕਰ ਕਰ ਰਿਹਾ ਸੀ, ਕਲੌਜ਼ ਇਹ ਵੀ ਪਾਇਆ ਕਿ ਜੇ ਮੰਨ ਲਓ ਮੈਂ ਤੁਹਾਡੇ ਨਾਲ ਕੰਟਰੈਕਟ ਕੀਤਾ, ਮੈਂ ਤੁਹਾਡੀ ਜ਼ਮੀਨ ਦੇ ਉੱਪਰ ਕੋਈ ਇੰਫਰਾਸਟ੍ਰਕਚਰ ਬਣਾ ਲਿਆ, ਕੋਈ ਛੋਟਾ ਗੋਡਾਊਨ ਬਣਾ ਲਿਆ, ਕੁਝ ਵੀ ਕਰ ਲਿਆ, ਕੰਟਰੈਕਟ ਪੂਰਾ ਹੋਣ ਤੋਂ ਬਾਅਦ ਜਾਂ ਤਾਂ ਮੈਂ ਉਹ ਸਾਰਾ ਕੁਝ ਚੱਕੂੰਗਾ, ਅਗਰ ਮੈਂ ਨਹੀਂ ਚੱਕੂੰਗਾ ਤੇ ਉਹਦੀ ਓਨਰਸ਼ਿਪ ਆਪਣੇ ਆਪ ਤੁਹਾਡੀ ਹੋ ਜਾਏਗੀ। ਇੱਥੋਂ ਤੱਕ ਕਿਸਾਨ ਨੂੰ ਪ੍ਰੋਟੈਕਟ ਕਰਨ ਦਾ ਕੰਮ ਅਸੀਂ ਕੀਤਾ ਹੈ। ਸਾਡਾ ਉਦੇਸ਼ ਇੰਨਾ ਹੈ ਕਿ ਚਾਹੇ ਪੰਜਾਬ ਦੇ 10 ਕਿਸਾਨ ਹੀ ਕੰਟਰੈਕਟ ਫਾਰਮਿੰਗ ਵਿਲਿੰਗਲੀ ਕਰਨਾ ਚਾਹੁੰਦੇ ਹੋਣ, ਉਹਨਾਂ ਨੂੰ ਇੱਕ ਪ੍ਰੋਟੈਕਸ਼ਨ ਦੇ ਦਿਓ। ਜੋ ਕਿਸਾਨਾਂ ਨੂੰ ਲੱਗਦਾ ਹੈ ਕਿ ਸਾਨੂੰ ਇਹਦੇ 'ਚ ਲਾਭ ਨਹੀਂ, ਉਹ ਨਹੀਂ ਕਰ ਸਕਦੇ ਹੈ। ਇਹਦੇ 'ਚ ਕੋਈ ਜ਼ਰੂਰੀ ਨਹੀਂ ਬਈ, ਬਿਲਕੁਲ ਵੀ ਜ਼ਰੂਰੀ ਨਹੀਂ ਹੈ, ਬਿਲਕੁਲ ਵੀ ਜ਼ਰੂਰੀ ਨਹੀਂ ਹੈ। ਇਟਸ ਆਪਸ਼ਨਲ, ਜਸਟ ਟੂ ਗਿਵ ਪ੍ਰੋਟੈਕਸ਼ਨ ਕਿ ਜਿਹੜੇ ਲੋਕ ਕਿਸਾਨ ਕੰਟਰੈਕਟ ਫਾਰਮਿੰਗ ਕਰ ਰਹੇ ਆ ਨਾ ਪੰਜਾਬ ਦੇ। ਮੈਂ ਸਮਝ ਗਿਆ ਗੱਲ ਤੁਹਾਡੀ। ਸੁਭਾਸ਼ ਜੀ, ਇੱਕ ਬੇਨਤੀ ਹੋਰ ਸੀ। ਤੁਸੀਂ ਗੱਲ ਕਰਦੇ ਹੋ ਕਿ ਆਪਾਂ ਉਹਨਾਂ ਦੇ ਹੱਕ ਜਿਹੜੇ ਆ, ਹੱਕ ਹਕੂਕ ਦਿੱਤੇ। ਹੁਣ ਇਹਦੇ 'ਚ ਇੱਕ ਜਿਹੜਾ ਰੌਲਾ ਇਹ ਪੈਂਦਾ ਹੈ ਕਿ ਜੇ ਮੰਨ ਲਓ ਕੱਲ੍ਹ ਨੂੰ ਕੋਈ ਡਿਸਪਿਊਟ ਹੁੰਦਾ ਤੇ ਲੋਕਲ ਲੈਵਲ ਤੇ ਐਸਡੀਐਮ ਤੱਕ ਦੀ ਅਦਾਲਤ ਜਾਂ ਵੱਧ ਤੋਂ ਵੱਧ ਡੀਸੀ ਤੱਕ ਜਾ ਕੇ ਤੁਸੀਂ ਰਾਜੀਨਾਮੇ ਦਾ ਆਪਸ਼ਨ ਉਹਦੇ 'ਚ ਰੱਖੀ ਹੈ, ਕੋਈ ਲੀਗਲ ਲੜਾਈ ਨਹੀਂ ਹੋ ਸਕਦੀ। ਦੂਜੀ ਗੱਲ ਇਹ ਆ ਵੀ ਕਿਸਾਨ ਵਿਚਾਰੇ ਦੀ ਜੇ ਆਪਾਂ ਕੱਲ੍ਹ ਨੂੰ ਪੇਚਾ ਪੈ ਵੀ ਜਾਂਦਾ ਕਿਸੇ ਨਾਲ, ਹੁਣ ਇੱਕ ਮਹੱਤੜ ਕਿਸਾਨ ਆ ਜਦੋਂ 2-4-5 ਕਿੱਲਿਆਂ ਦਾ ਰੌਲਾ, ਆਪਾਂ ਅੱਗੇ ਦੇਖਿਆ ਕਿ ਪੰਜਾਬ ਦੀ ਕਿਸਾਨੀ ਇਸ ਹੱਦ ਤੱਕ ਪਹੁੰਚ ਗਈ ਕਿ ਉਹਨਾਂ ਨੇ ਕਣਕ ਜਾਂ ਝੋਨਾ ਮਗਰੋਂ ਮੰਡੀ ਸੁੱਟਣਾ, ਪੈਸੇ ਉਹਦੇ ਪਹਿਲਾਂ ਖੜੇ ਹੁੰਦੇ ਆੜ੍ਹਤੀ ਕੋਲੋਂ, ਉਦਣ ਬਸ ਹਿਸਾਬ ਹੀ ਹੁੰਦਾ ਵੀ ਵੀਰ ਆਹ ਲੈ ਤੇਰੇ ਪਿਛਲੇ ਕੱਟੇ ਗਏ, ਗਾਂ ਅਗਲੇ ਲੈ ਜੀ। ਉਹ ਕਿਵੇਂ ਲੜੂਗਾ ਕੰਪਨੀਆਂ ਦੇ ਨਾਲ? ਇਹ ਵੀ ਬੜਾ ਇੰਪੋਰਟੈਂਟ ਸਵਾਲ ਹੈ ਤੁਹਾਡਾ। ਦੇਖੋ ਅੱਜ ਤੱਕ ਆਪਾਂ ਇੱਕ ਲੀਗਲ ਸਿਸਟਮ ਕਿਸਾਨ ਕੋਲੇ ਆਲਰੇਡੀ ਹੈਗਾ। ਇੱਕ ਨਾ ਸੁਰਜੀਤ ਪਾਤਰ ਜੀ ਨੇ ਬੜੀ ਅੱਛੀ ਕਵਿਤਾ ਲਿਖੀ ਸੀ ਬੜੇ ਸਾਲ ਪਹਿਲਾਂ, ਤੁਸੀਂ ਵੀ ਸੁਣੀ ਹੋਣੀ ਹੈ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਪਰ ਇਹ ਤਾਂ ਕਿਸਾਨਾਂ ਵੱਲੋਂ ਕਵਿਤਾ ਹੋ ਗਈ ਨਾ। ਦੱਸਣ ਲੱਗਾ ਇਹਦੇ 'ਚ ਜਿਹੜਾ ਡਿਸਪਿਊਟ ਰੈਜ਼ੋਲੂਸ਼ਨ ਦਾ ਮੈਕੈਨਿਜ਼ਮ ਬਣਾਇਆ ਹੈ, ਤੁਸੀਂ ਅਗਰ ਉਸ ਪੂਰੇ ਮੈਕੈਨਿਜ਼ਮ ਨੂੰ ਪੜ੍ਹੋਗੇ, ਦੇਖੋ ਜਦੋਂ ਕੋਈ ਵੀ ਨਵਾਂ ਮੈਕੈਨਿਜ਼ਮ ਬਣਦਾ ਹੈ ਨਾ, ਉਹ ਅੱਛੀ ਮਨਸ਼ਾ ਨਾਲ ਬਣਦਾ ਹੈ। ਉਹ ਕਿੰਨਾ ਸਫਲ ਹੋਏਗਾ ਤਾਂ ਸਮੇਂ 'ਤੇ ਨਿਰਭਰ ਕਰਦਾ ਹੈ।
ਉਸ ਮੈਕੈਨਿਜ਼ਮ ਨੂੰ ਬਣਾਉਣ ਦਾ ਉਦੇਸ਼ ਇਹ ਹੈ ਕਿ ਕਿਸਾਨ ਨੂੰ ਸਾਲਾਂ ਸਾਲ ਜਿਹੜੀ ਲੜਾਈ ਚੱਲਦੀ ਰਹਿੰਦੀ ਹੈ ਨਾ ਲੀਗਲ, ਜੀ। ਉਸ ਤੋਂ ਮੁਕਤੀ ਦਿਲਾਣੀ ਹੈ। 90 ਦਿਨ ਦਾ ਟੋਟਲ ਪ੍ਰੋਸੈਸ ਹੈ ਜੀ ਉਹਦੇ 'ਚ। 30 ਦਿਨ ਐਸਡੀਐਮ ਕੋਲ, ਐਸਡੀਐਮ ਨੇ ਫੈਸਲਾ ਕਰਨਾ ਹੈ। ਇੱਕ ਗੱਲ ਜਿਹੜੀ ਤੁਸੀਂ ਕਹੀ ਕਿ ਸਮਝੌਤਾ ਨਹੀਂ ਹੈ, ਤੁਸੀਂ ਅਗਰ ਉਹ ਪੂਰਾ ਪੜੋਗੇ ਤੇ ਐਸਡੀਐਮ ਪੈਨਲਟੀ ਲਾ ਸਕਦਾ ਹੈ। ਉਹਦੇ 'ਚ ਇੱਕ ਅੱਛੀ ਗੱਲ ਕੀ ਹੈ, ਪਹਿਲਾਂ ਆਪਾਂ ਇੱਥੇ 90 ਦਿਨ ਦੇ ਪ੍ਰੋਸੈਸ ਤੇ ਆਉਂਦੇ ਹਾਂ, ਫਿਰ ਅੱਗੇ ਆਉਂਦੇ ਕਿ ਕਿਵੇਂ ਕਿਸਾਨ ਪੱਖੀ ਹੈ। ਐਸਡੀਐਮ ਨੇ ਫੈਸਲਾ ਕਰਤਾ, 30 ਦਿਨ 'ਚ ਮੈਂਡੇਟਰੀ ਹੈ ਫੈਸਲਾ ਕਰਨਾ। ਕੋਈ ਵੀ ਪਾਰਟੀ ਅਗਰ ਸਹਿਮਤ ਨਹੀਂ ਹੈ, ਉਹ ਉੱਪਰ ਜਾ ਕਰਕੇ ਕਮਿਸ਼ਨਰ ਲੈਵਲ ਤੇ ਉਹਨੂੰ ਅਪੀਲ ਕਰ ਸਕਦੀ ਹੈ ਜੀ। ਉਹਨੇ ਵੀ 30 ਦਿਨ ਦੇ ਅੰਦਰ ਅੰਦਰ ਫੈਸਲਾ ਕਰਨਾ ਹੈ। ਅਗਰ ਫਿਰ ਵੀ ਨਹੀਂ ਹੈ ਤੇ ਫਿਰ ਕੇਂਦਰ ਸਰਕਾਰ ਦਾ ਜਿਹੜਾ ਜੁਆਇੰਟ ਸੈਕਟਰੀ ਲੈਵਲ ਦਾ ਆਫੀਸਰ ਹੈ ਭਾਰਤ ਸਰਕਾਰ ਦਾ, ਜੀ। ਉਹਨੂੰ ਪਾਵਰਸ ਦਿੱਤੀਆਂ ਕਿ ਉਹ ਉਸ ਮਸਲੇ ਨੂੰ ਕਰੇ ਔਰ ਉਹ ਵੀ 30 ਦਿਨ ਦੇ ਅੰਦਰ ਫੈਸਲਾ ਦੇਵੇ, ਯਾਨੀ 90 ਦਿਨ ਦੇ ਅੰਦਰ ਅੰਦਰ ਉਸ ਡਿਸਪਿਊਟ ਨੂੰ ਸੋਲਵ ਕਰਨਾ। ਇਹਦਾ ਇੱਕ ਐਸਪੈਕਟ ਹੈ ਕਿ ਟਾਈਮ ਬਾਉਂਡ ਕਰਤਾ, ਜਿਹੜੀ ਸਾਲਾਂ ਬੱਧੀ ਲੜਾਈ ਚੱਲਦੀ ਸੀ ਔਰ ਖੱਜਲ ਖੁਆਰੀ ਹੁੰਦੀ ਸੀ ਉਹ ਨਾ ਹੋਵੇ, ਸਮੇਂ ਤੇ ਫੈਸਲਾ ਹੋਵੇ। ਹੁਣ ਦੂਜੀ ਗੱਲ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕਿਸਾਨ ਨੂੰ ਇਨਸਾਫ ਕਿਵੇਂ ਮਿਲੇ। ਦੇਖੋ, ਜਦੋਂ ਤੁਸੀਂ ਇਸ ਪੂਰੇ ਕਾਨੂੰਨ ਨੂੰ ਪੜ੍ਹੋਗੇ ਅਗਰ ਕਲੌਜ਼ ਬਾਈ ਕਲੌਜ਼, ਔਰ ਜਦੋਂ ਇਹਦੇ ਰੂਲ ਬਣਨਗੇ ਅੱਗੇ, ਕਿਉਂਕਿ ਕਾਨੂੰਨ ਤਾਂ ਐਕਟ ਬਣਿਆ, ਅੱਗੇ ਇਹਦੇ ਰੂਲਸ ਵੀ ਬਣਨੇ ਆ ਜੀ। ਇਸ ਪ੍ਰਕਾਰ ਦਾ ਗਾਈਡਲਾਈਨਸ ਬਣਾਈਆਂ ਜਾ ਰਹੀਆਂ ਕਿ ਬਾਈਂਡ ਹੋਏਗਾ ਐਸਡੀਐਮ ਉਹਨਾਂ ਗਾਈਡਲਾਈਨਸ ਨੂੰ ਹੀ ਫੋਲੋ ਕਰਨ ਦਾ, ਕਿ ਬਈ ਇਹਨਾਂ ਗਾਈਡਲਾਈਨਸ ਦੇ ਮੁਤਾਬਕ ਹੀ ਨਿਰਣੇ ਕਰਨਾ ਹੈ। ਔਰ ਇੱਕ ਬੜਾ ਅੱਛਾ ਪ੍ਰੋਵੀਜ਼ਨ ਐਕਟ 'ਚ ਹੀ ਬਣਾਤਾ। ਮੰਨ ਲਓ ਤੁਸੀਂ ਕਿਸਾਨ ਹੋ, ਮੈਂ ਵਪਾਰੀ ਹਾਂ ਜੀ। ਅਗਰ ਫੈਸਲਾ ਮੇਰੇ ਖਿਲਾਫ ਹੁੰਦਾ ਹੈ ਤੇ ਮੇਰੇ ਤੇ 1.5 ਗੁਣਾ ਜ਼ਿਆਦਾ ਪੈਨਲਟੀ ਦਾ ਪ੍ਰਾਵਧਾਨ ਹੈ ਕਿ ਮੈਂ ਤੁਹਾਨੂੰ 10,000 ਦੇਣਾ ਸੀ, ਮੇਰੇ ਤੇ 15,000 ਰੁਪਇਆ ਜੁਰਮਾਨਾ ਲੱਗ ਸਕਦਾ, ਮੈਨੂੰ ਤੁਹਾਨੂੰ 15,000 ਦੇਣਾ ਪੈ ਸਕਦਾ ਹੈ। ਅਗਰ ਫੈਸਲਾ ਤੁਹਾਡੇ ਖਿਲਾਫ ਹੁੰਦਾ ਹੈ, ਤੁਹਾਡੇ ਤੇ ਪੈਨਲਟੀ ਦਾ ਪ੍ਰਾਵਧਾਨ ਨਹੀਂ ਹੈ, ਤੁਹਾਨੂੰ ਜੋ ਓਰੀਜਨਲ ਕੰਟਰੈਕਟ ਦੀ ਉਹ ਹੈ, ਤੁਹਾਨੂੰ ਮੈਨੂੰ 10,000 ਹੀ ਦੇਣਾ ਪਏਗਾ। ਕਾਨੂੰਨ ਤੇ ਇਹ ਕਹਿੰਦਾ ਕਿ ਬਰਾਬਰ ਦਾ ਉਹ ਕਰੋ, ਲੇਕਿਨ ਇਹਦੇ 'ਚ ਵੀ ਕਿਸਾਨ ਪੱਖੀ ਬਣਾਇਆ। ਕਿਸਾਨ ਤੇ ਪੈਨਲਟੀ ਨਹੀਂ ਲੱਗ ਸਕਦੀ, ਵਪਾਰੀ ਤੇ ਪੈਨਲਟੀ ਲੱਗ ਸਕਦੀ ਹੈ। ਤੁਸੀਂ ਇੱਥੋਂ ਮਨਸ਼ਾ ਸਮਝੋ, ਇੱਕ ਨਵੀਂ ਤਰ੍ਹਾਂ ਦਾ ਮੈਕੈਨਿਜ਼ਮ ਅਸੀਂ ਬਣਾ ਰਹੇ ਹਾਂ ਨਿਆਂ ਦੇਣ ਦਾ। ਦੇਖੋ, ਕੋਈ ਵੀ ਨਈ ਚੀਜ਼, ਨਵਾਂ ਸਿਸਟਮ ਬਣਦਾ ਹੈ, ਸਮਾਂ ਲੱਗਦਾ ਉਹਦੇ ਸਮਾਂ ਵੀ ਲੱਗਦਾ ਔਰ ਉਹਨੂੰ ਸਮਝਣਾ ਵੀ ਚਾਹੀਦਾ ਹੈ। ਇੱਕ ਗੱਲ ਬਹੁਤ ਮੈਂ ਤੁਹਾਡੇ ਮਾਧਿਅਮ ਨਾਲ ਕਿਸਾਨ ਵੀਰਾਂ ਨੂੰ ਵੀ ਕਹਿਣੀ ਹੈ, ਬਹੁਤ ਵਾਰ ਇਹ ਗੱਲ ਆ ਰਹੀ ਹੈ ਕਿ ਜੀ ਭ੍ਰਸ਼ਟਾਚਾਰ ਹੋ ਸਕਦਾ ਹੈ। ਸੋ ਮੇਰਾ ਬੜੀ ਵਿਨਮਰਤਾ ਨਾਲ ਨਿਵੇਦਨ ਹੈ, ਭ੍ਰਸ਼ਟਾਚਾਰ ਤੇ ਫਿਰ ਕਿਸੇ ਵੀ ਲੈਵਲ ਤੇ ਹੋ ਸਕਦਾ ਹੈ। ਉਹ ਇਸ ਮੈਕੈਨਿਜ਼ਮ 'ਚ ਜਿਹੜੇ ਪਹਿਲਾ ਮੈਕੈਨਿਜ਼ਮ ਚੱਲ ਰਿਹਾ, ਕੋਈ ਉਹਦੇ 'ਚ ਨਹੀਂ ਹੈ। ਇਸ ਕਰਕੇ ਕੋਈ ਖਰਾਬ ਆਦਮੀ ਆ ਜਾਏਗਾ ਤਾਂ ਕਿਸੇ ਵੀ ਵਿਵਸਥਾ ਨੂੰ ਖਰਾਬ ਕਰ ਸਕਦਾ ਹੈ। ਲੇਕਿਨ ਟਾਈਮ ਬਾਉਂਡ ਵਿਵਸਥਾ ਹੈ, ਕਿਸਾਨ ਪੱਖੀ ਪੂਰੀ ਗਾਈਡਲਾਈਨਸ ਬਣਾ ਕੇ ਵਿਵਸਥਾ ਕੀਤੀ ਹੈ। ਸਾਨੂੰ ਇੱਕ ਵਾਰੀ ਮੌਕਾ ਦੇਣਾ ਚਾਹੀਦਾ, ਅਗਰ ਲੱਗੇਗਾ ਤੇ ਵਿਵਸਥਾ ਵਾਪਸ ਕੀਤੀ ਜਾ ਸਕਦੀ ਹੈ। ਲੇਕਿਨ ਕੋਈ ਤਾਂ ਨਵੀਂ ਚੀਜ਼ ਸੋਚਣੀ ਪੈਣੀ ਹੈ ਨਾ, ਕਿਸਾਨ ਨੂੰ ਸਮੇਂ ਸਿਰ ਕਿਵੇਂ ਉਹਦਾ ਡਿਸਪਿਊਟ ਰੈਜ਼ੋਲੂਸ਼ਨ ਹੋਏ। ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂ ਜੀ ਕਿ ਅੱਜ ਅਸੀਂ ਇਹ ਬੀਜੇਪੀ ਦੇ ਪੰਜਾਬ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਜੀ ਨੂੰ ਇਸ ਕਰਕੇ ਬੁਲਾਇਆ ਤਾਂ ਜੋ ਇੱਕ ਤਾਂ ਆਪਾਂ ਉਹ ਕਾਨੂੰਨ ਸਮਝ ਸਕੀਏ ਕਿ ਐਕਚੁਅਲੀ ਕੀ ਨੇ, ਪਲੱਸ ਜਿਹੜੇ ਬਹੁਤ ਸਾਰੇ ਖਦਸ਼ੇ ਤੁਹਾਡੇ ਮਨਾਂ 'ਚ ਨੇ, ਮੇਰੇ ਕੋਲੇ ਜਿੰਨੇ ਕੁ ਪਹੁੰਚੇ ਨੇ ਮੈਂ ਅੱਜ ਪੁੱਛ ਲੈਣੇ ਆ। ਜਵਾਬ ਇਹ ਜੋ ਵੀ ਦੇਣਗੇ ਉਹ ਸੱਚ ਹੈ ਝੂਠ ਹੈ ਤੁਸੀਂ ਆਪ ਕਰ ਲੈਣਾ। ਇੱਕ ਤੁਸੀਂ ਸੁਭਾਸ਼ ਜੀ ਜ਼ਿਕਰ ਕੀਤਾ ਸੀ ਐਮਐਸਪੀ ਦਾ। ਇੱਕ ਸਿਸਟਮ ਆਪਾਂ ਨੂੰ ਇਹ ਪਤਾ ਕਿ ਵੀ ਪੰਜਾਬ, ਹਰਿਆਣਾ, ਥੋੜ੍ਹਾ ਜਿਹਾ ਯੂਪੀ ਜਾਂ ਥੋੜ੍ਹਾ ਜਿਹਾ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ ਬਾਕੀ ਸਟੇਟਾਂ 'ਚ ਹੈਗਾ ਜੀ, ਇਹ ਇੰਡੀਆ ਲੈਵਲ ਤੇ 6% ਹੀ ਬਣਦਾ, 6% ਬਣਦਾ, ਬਿਲਕੁਲ ਤੇ ਠੀਕ। 94% ਇੰਡੀਆ ਜਿਹੜਾ ਉਹ ਆਲਰੇਡੀ ਖੁੱਲੀ ਮਾਰਕੀਟ ਹੈ। ਤੇ ਜੇ ਉੱਥੋਂ ਵਾਲਾ ਕਿਸਾਨ ਮੰਨ ਲਓ ਆਪਾਂ ਬਿਹਾਰ ਦੀ ਗੱਲ ਕਰ ਲਈ, 2006 ਦਾ ਉੱਥੇ ਲਾਗੂ, ਤੁਹਾਨੂੰ ਪਤਾ ਜੀ ਜੀ। ਜੇ ਬਿਹਾਰ ਦਾ ਆਪਾਂ ਇੱਥੇ ਕਈ ਵਾਰ ਇੰਟਰਵਿਊ ਅਸੀਂ ਖੁਦ ਵੀ ਕੀਤੀਆਂ, ਉਹ ਕਹਿੰਦਾ ਇੱਕ ਉੱਥੇ ਵਿਚਾਰਾ ਮਾਤੜ ਬੰਦਾ ਬਿਹਾਰ ਤੋਂ ਬੈਠਾ, ਉਹ ਕਹਿੰਦਾ 5 ਕਿੱਲੇ ਮੇਰੇ ਕੋਲੇ ਜ਼ਮੀਨ ਹੈ, ਮੈਨੂੰ ਉੱਥੇ ਜੇ ਮੁੱਲ ਮਿਲਦਾ ਹੁੰਦਾ ਤੇ ਮੈਨੂੰ ਪੰਜਾਬ ਦੀ ਮੰਡੀ 'ਚ ਆ ਕੇ ਦਿਹਾੜੀ ਕਰਨ ਦੀ ਕੀ ਲੋੜ ਸੀ। ਮੈਂ ਇਹ ਕਹਿ ਰਿਹਾ ਵੀ ਜੇ 14 ਸਾਲਾਂ 'ਚ ਬਿਹਾਰ ਦਾ ਜਿਹੜਾ ਜ਼ਿਮੀਂਦਾਰ ਹੈ ਉਹ ਇਸ ਖੁੱਲੀ ਮੰਡੀ ਦੇ ਨਾਲ ਖੁਸ਼ਹਾਲ ਨਹੀਂ ਹੋਇਆ, ਤੇ ਫਿਰ ਪੰਜਾਬ, ਹਰਿਆਣੇ ਦੇ ਗੱਲ 'ਚ ਆਪਾਂ ਕਿਉਂ ਅੰਗੂਠਾ ਦੇ ਰਹੇ ਹਾਂ? ਇਸ ਚੀਜ਼ ਨੂੰ ਐਨਾਲਿਸਿਸ ਕੀਤਾ? ਹਾਂ, ਬਿਲਕੁਲ, ਤੁਹਾਡਾ ਬੜਾ ਵਾਜਿਬ ਸਵਾਲ ਹੈ ਗੁਰਪ੍ਰੀਤ ਜੀ। ਇਹ ਸਵਾਲ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੀਦਾ ਹੈ। ਇਹਨਾਂ ਲੋਕਾਂ ਦਾ ਮਤਲਬ ਕਿਸੇ ਪੋਲੀਟੀਕਲ ਪਾਰਟੀ ਨੂੰ ਨਹੀਂ ਜੀ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਐਗਰੀਕਲਚਰ ਮਾਰਕੀਟ ਤੇ ਕੰਮ ਕਰ ਰਹੇ ਹਨ। ਤੁਸੀਂ ਐਮਐਸਪੀ ਦਿੰਦਿਆਂ ਨੂੰ ਕਿੰਨੇ ਸਾਲ ਹੋ ਗਏ? 6% ਲੋਕਾਂ ਨੂੰ ਹੀ ਮਿਲੀ, ਹਾਲਾਂਕਿ ਪੰਜਾਬ 'ਚ ਤੇ ਬਹੁਤ ਲੋਕਾਂ ਨੂੰ ਮਿਲਦੀ ਹੈ। ਦੇਸ਼ ਦੀ ਸਮੱਸਿਆ ਜਿਹੜੀ ਮੈਂ ਸ਼ੁਰੂ 'ਚ ਜ਼ਿਕਰ ਕੀਤਾ ਸੀ ਉਹ ਇਹ ਸੀ ਕਿ ਦੇਸ਼ ਦੇ ਅੰਦਰ ਸਟਰਕਚਰਡ ਮੰਡੀ ਵੀ ਨਹੀਂ ਹੈਗੀ। ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਜਿਸ ਪ੍ਰਕਾਰ ਦੀ ਮਾਰਕੀਟ ਦੀ, ਜਿਸ ਪ੍ਰਕਾਰ ਦੇ ਖਰੀਦਾਰਾਂ ਦੀ ਜ਼ਰੂਰਤ ਸੀ ਉਹ ਨਹੀਂ ਹੈ। ਉਹਦੇ ਪਿੱਛੇ ਕਈ ਕਾਰਨ ਹੈ। ਉਹਦੇ ਪਿੱਛੇ ਇੱਕ ਕਾਰਨ ਤੁਸੀਂ ਗਿਣਾਤਾ ਕਿ APMC ਵੀ ਹੈ, ਕਿ ਵੀ ਬੰਦਿਸ਼ ਹੈ ਕਿਸਾਨ ਕੋਲੇ, ਕਿਸਾਨ ਨੂੰ ਬੰਦਿਸ਼ ਹੈ ਕਿ ਉਹਨੇ ਜਾ ਕੇ ਆਪਣਾ ਮਾਲ ਮੰਡੀ 'ਚ ਹੀ ਵੇਚਣਾ ਹੈ। ਖਰੀਦਣ ਪੰਜਾਬ 'ਚ ਤਾਂ ਖੁੱਲੀ ਮੰਡੀ, ਆਲਰੇਡੀ ਖੁੱਲੀ ਮੰਡੀ, ਮੈਂ ਦੱਸ ਰਿਹਾ ਪੰਜਾਬ ਦਾ ਕਿਸਾਨ ਜਿੱਥੇ ਮਰਜ਼ੀ ਵੇਚ ਸਕਦਾ। ਮੈਂ ਵੀ ਦੱਸਣ ਲੱਗਾ, ਮੈਂ ਖਰੀਦਣ ਵਾਲਾ ਨਹੀਂ ਖਰੀਦ ਸਕਦਾ। ਸਵਾਲ ਜੀ ਦੇਖੋ, ਤੁਸੀਂ ਕੰਨ ਇਸ ਪਾਸੇ ਫੜਿਆ, ਤੁਸੀਂ ਬਿਹਾਰ ਵਾਲੇ ਪਾਸੋਂ ਕੰਨ ਫੜ ਕੇ ਫੇਰ ਸਮਝਾਓ। ਮੈਂ ਬਿਹਾਰ ਵਾਲੇ ਪਾਸੇ ਕੰਨ ਫੜਨ ਲੱਗਾ ਜੀ। ਉੱਥੇ ਵੀ ਕੀ ਦਿੱਕਤ ਹੈ? ਉੱਥੇ ਵੀ ਇਹੀ ਦਿੱਕਤ ਹੈ ਕਿ ਉੱਥੇ ਮੰਡੀ ਡਿਵੈਲਪ ਹੀ ਨਹੀਂ ਹੋਈ। ਇੰਨੇ ਸਾਲਾਂ 'ਚ ਅਸੀਂ ਦੇਸ਼ ਦੇ ਕਿਸੇ ਵੀ ਹਿੱਸੇ 'ਚ ਪ੍ਰਾਈਵੇਟ ਮੰਡੀ ਨੂੰ ਆਲਟਰਨੇਟ ਕਰਕੇ, ਦੇਸ਼ ਨੂੰ ਇਕੱਠਾ ਕਰਕੇ ਮੰਡੀ ਬਣਾ ਹੀ ਨਹੀਂ ਸਕੇ। ਜਿਵੇਂ ਬਾਕੀ ਸਰਵਿਸ ਸੈਕਟਰ ਹੈ, ਇੰਡਸਟਰੀ ਹੈ, ਉਹਨਾਂ ਲਈ ਸਟਰਕਚਰਡ ਮੰਡੀਆਂ ਨੇ।
ਬਹੁਤ ਵੱਡਾ ਏਰੀਆ ਜਿੱਥੇ ਜਾ ਕੇ ਤੁਸੀਂ ਆਪਣਾ ਸਮਾਨ ਵੇਚ ਸਕਦੇ ਹੋ। ਕਿਸਾਨ ਨੂੰ ਉਹ ਮੰਡੀ ਦੀ ਵਿਵਸਥਾ ਮਿਲ ਹੀ ਨਹੀਂ ਪਾਈ ਇੰਨੇ ਸਾਲਾਂ 'ਚ। ਇਹਨਾਂ ਕਾਨੂੰਨਾਂ ਦੇ ਮਾਧਿਅਮ ਨਾਲ ਅਸੀਂ ਇਹੀ ਤੇ ਕਰਨਾ ਚਾਹੁੰਦੇ ਹਾਂ ਕਿ ਕਿਸਾਨ ਕੋਲੇ ਇੱਕ ਵਿਕਲਪਿਕ ਵਿਵਸਥਾ ਰਹੇ, ਇੱਕ ਮੰਡੀ ਬਣੇ, ਬਹੁਤ ਵੱਡੀ ਗਿਣਤੀ 'ਚ ਖਰੀਦਾਰ ਉਸ ਮੰਡੀ 'ਚ ਆਉਣ ਤਾਂ ਕਿ ਕਿਸਾਨ ਨੂੰ ਉਹਦੀ ਉਪਜ ਦਾ ਮਿਲ ਸਕੇ। ਕੰਪੀਟੀਸ਼ਨ ਨੂੰ ਵਧਾਉਣਾ ਇਹ ਸਾਡਾ ਇੱਕ ਵੱਡਾ ਉਦੇਸ਼ ਹੈ ਇਹਦੇ ਲਈ। ਇਸ ਕਰਕੇ ਖਰੀਦਾਰੀ ਨਿਯਮ ਤੁਹਾਨੂੰ ਇੱਕ ਹੋਰ ਜ਼ਿਕਰ ਕਰਨਾ ਹੈ, ਇਹਦੇ ਨਾਲ ਇੱਕ ਹੋਰ ਐਕਟ ਜੁੜਿਆ। ਮੇਰੀ ਇੱਕ ਬੇਨਤੀ ਸੀ ਸਿਰਫ ਇੱਥੇ MSP ਤੇ। ਮੈਂ ਖੁਦ ਜ਼ਿਮੀਂਦਾਰ ਹਾਂ, ਮੈਂ ਇਹ ਮੰਡੀ 'ਚ ਜਾ ਕੇ ਸਾਰਾ ਕੁਝ ਕਿਵੇਂ ਵਿਕਦਾ ਕਿਵੇਂ ਹੁੰਦਾ ਸਭ ਕੁਝ ਜਾਣਦਾ। ਜੇ ਮੰਨ ਲਓ ਵੀ ਸਾਡੀ ਬਾਸਮਤੀ, ਸਾਡਾ ਝੋਨਾ ਥੋੜਾ ਜਿਹਾ ਗਿੱਲਾ ਜਾਂ ਬਦਰੰਗ ਹੋ ਗਿਆ, ਹੁਣ ਮੀਂਹ ਪਾਉਣਾ ਉਹ ਤਾਂ ਹੈ ਨਹੀਂ ਵੀ ਛਤਰੀ ਲੈ ਕੇ ਜੱਟ ਖਲੋਤਾ ਰਹੇ ਕਿ ਮੈਂ ਮੀਂਹ ਨਹੀਂ ਪੈਣ ਦੇਣਾ, ਮਾੜਾ ਜਿਹਾ ਬਦਰੰਗ ਹੋ ਗਿਆ ਨਾ, ਤੇ ਜਿਹੜੀ ਸਰਕਾਰੀ ਏਜੰਸੀ ਹੈ ਜਾਂ ਇੰਸਪੈਕਟਰ ਸਾਹਿਬ ਉਹ ਕਹਿੰਦੇ ਨਹੀਂ ਉਹ ਆਪਾਂ ਨਹੀਂ ਲੈਣਾ। MSP ਜਾਂ ਜਿਹੜਾ ਸਰਕਾਰੀ ਤੰਤਰ FCI ਤੋਂ ਮਾੜਾ ਜਿਹਾ ਉਹ ਬਾਹਰ ਹੋਇਆ, ਪ੍ਰਾਈਵੇਟ ਵਪਾਰੀ ਦੇ ਹੱਥ 'ਚੋਂ ਜਾਣ ਦੀ ਦੇਰ ਹੈ, ਨਾਲ ਦੀ ਨਾਲ ਹੀ ਉਹਦਾ 200-250 ਰੇਟ ਥੱਲੇ ਕਰਕੇ ਤੋਂ ਟਰੱਕ ਲੱਦ ਲੈਂਦੇ ਆ। ਉਹੀ ਚੌਲ ਉਹਦੇ ਸਾਹਮਣੇ ਉੱਥੇ ਹੀ ਸਰਕਾਰੀ ਟਰੱਕ ਜਾ ਰਿਹਾ ਹੁੰਦਾ, ਉੱਥੇ ਹੀ ਪ੍ਰਾਈਵੇਟ ਜਾ ਰਿਹਾ ਹੁੰਦਾ, ਤੇ ਜਿਹੜੇ ਵਪਾਰੀ ਦਾ ਸ਼ੈਲਰ ਹੈ ਉਹਦੇ ਵਿੱਚ ਜਦੋਂ ਦਾਣੇ ਰਲ ਕੇ ਨਿਕਲਦੇ ਆ ਤੇ ਫਿਰ ਉਹ ਜਦੋਂ ਮਾਰਕੀਟ 'ਚ ਪਹੁੰਚਦਾ ਫਿਰ ਕੋਈ ਨਹੀਂ ਪੁੱਛਦਾ ਵੀ ਇਹ ਬਦਰੰਗ ਤੁਸੀਂ ਖਰੀਦਿਆ ਸੀ, ਇਹ ਥੋੜ੍ਹਾ ਜਿਹਾ ਟੋਟੇ ਵਾਲਾ ਖਰੀਦਿਆ ਸੀ ਕਿ ਇਹ ਬੜਾ ਸਾਫ਼ ਖਰੀਦਿਆ ਸੀ। ਉਹ ਜਿਹੜਾ ਤੰਤਰ ਸਾਰਾ ਕੁਝ ਇਸ ਤਰ੍ਹਾਂ ਚੱਲਦਾ, ਇਹ ਤੁਹਾਡੇ ਨਵੇਂ ਕਾਨੂੰਨ ਨਾਲ ਉਹ ਕਿਵੇਂ ਬੰਦ ਹੋਊਗਾ, ਮੈਨੂੰ ਦੱਸੋ, ਸਮਝਾਓ। ਬਿਲਕੁਲ, ਜਿਹੜਾ ਤੁਸੀਂ ਜ਼ਿਕਰ ਕੀਤਾ, ਤੁਸੀਂ ਇੱਕ ਬੜਾ ਇੰਪੋਰਟੈਂਟ ਕੁਐਸਚਨ ਉਠਾਇਆ ਹੈ ਕਿ ਜਿਹੜੇ ਲੋਕ ਇਸ ਪ੍ਰੈਜ਼ੈਂਟ ਵਿਵਸਥਾ ਦੀ ਗੱਲ ਕਰ ਰਹੇ ਹੈ ਇਹਦੇ 'ਚ ਵੀ ਬਹੁਤ ਸਾਰੀਆਂ ਖਾਮੀਆਂ, ਤੁਸੀਂ ਆਪ ਹੀ ਜ਼ਿਕਰ ਕੀਤਾ। ਦਿੱਕਤ ਇਹ ਹੈ ਗੁਰਪ੍ਰੀਤ ਜੀ ਕਿ ਇਸ ਵੇਲੇ ਸਰਕਾਰ ਤੋਂ ਬਾਹਰ ਚਲ ਜਾਈਏ, ਖਾਸ ਕਰਕੇ ਪੰਜਾਬ ਹਰਿਆਣਾ ਦੀ ਆਪਾਂ ਗੱਲ ਕਰ ਲਈਏ, ਤੇ ਬਾਹਰ ਖਰੀਦਾਰ ਹੀ ਬਹੁਤ ਥੋੜੇ ਨੇ ਜੀ। ਖਰੀਦਾਰ ਨਹੀਂ ਹੈ ਕਿਉਂਕਿ ਬਾਹਰ ਕੋਈ ਮੰਡੀ ਨਹੀਂ ਹੈਗੀ, ਮੰਡੀ ਇੱਕੋ ਹੀ ਹੈ। ਜੇ ਤਾਂ ਉਹ ਮੰਡੀ 'ਚ ਆੜਤੀਆਂ ਨੇ ਔਰ FCI ਦੇ ਲੋਕਾਂ ਨੇ ਤੁਹਾਡਾ ਸਮਾਨ ਖਰੀਦ ਲਿਆ ਤੇ ਤੁਹਾਡੀ ਠੀਕ ਹੈ। ਜੇ ਉਹਨਾਂ ਨੇ ਖੁਦਾ ਨਾ ਖਾਸਤਾ ਨਹੀਂ ਖਰੀਦਿਆ ਕਿਸੇ ਵੀ ਕਾਰਨ ਕਰਕੇ, ਤੁਹਾਡੇ ਕੋਲੇ ਬਾਹਰ ਵੇਚਣ ਲਈ ਆਪਸ਼ਨਸ ਬੜੀਆਂ ਹੀ ਲਿਮਿਟਿਡ ਨੇ। ਹੁਣ ਉਹ ਆਪਸ਼ਨਸ ਕਿਉਂ ਲਿਮਿਟਿਡ ਨੇ, ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਆਪਸ਼ਨਸ ਇਸ ਕਰਕੇ ਲਿਮਿਟਿਡ ਨੇ ਕਿ ਅਸੀਂ ਇੰਨੇ ਸਾਲਾਂ 'ਚ ਇੰਨਾ ਬੰਦਿਸ਼ ਲਾਤੀ ਕਿ ਪ੍ਰਾਈਵੇਟ ਇਨਵੈਸਟਮੈਂਟ, ਪ੍ਰਾਈਵੇਟ ਪਲੇਅਰ ਆਇਆ ਹੀ ਨਹੀਂ ਇਸ ਫੀਲਡ 'ਚ। ਜਿਹੜੇ ਥੋੜੇ ਬਹੁਤ ਲੋਕ ਆਏ ਉਹ ਹੀ ਉਹਨਾਂ ਦੀ ਮਰਜ਼ੀ ਤੇ ਹੀ ਹੁਣ ਕਿਸਾਨ ਹੈ। ਖਰੀਦਣ ਵਾਲੇ ਚਾਰ ਨੇ, ਉਹ ਭਾਵੇਂ 200 ਰੁਪਇਆ ਘੱਟ ਦੇ ਕੇ ਖਰੀਦ ਲੈਣ, ਭਾਵੇਂ 250 ਰੁਪਇਆ ਘੱਟ ਦੇ ਕੇ ਖਰੀਦ ਲੈਣ, ਤੁਹਾਨੂੰ ਵੇਚਣਾ ਮਜਬੂਰੀ ਹੈ। ਇਹਦੇ 'ਚ ਇੱਕ ਹੋਰ ਬੜੀ ਜਿਹੜੀ ਇੰਪੋਰਟੈਂਟ ਗੱਲ, ਜਿਹੜਾ ਸਾਡਾ ਤੀਜਾ ਕਾਨੂੰਨ ਆਇਆ ਜਿਹਦੇ ਤੇ ਬਹੁਤ ਵਿਵਾਦ ਚੱਲ ਰਿਹਾ, ਮੈਂ ਸਮਝਦਾ ਕਿ ਉਹ ਬੜਾ ਟਰਨ ਅਰਾਊਂਡ ਕਰੇਗਾ ਐਗਰੀਕਲਚਰ ਨੂੰ, ਉਹ ਹੈ ਐਸੈਂਸ਼ੀਅਲ ਕਮੋਡਿਟੀ ਐਕਟ ਨੂੰ ਅਮੈਂਡ ਕਰਨਾ। ਦੇਖੋ, ਆਪਾਂ ਨੂੰ ਇੱਕ ਗੱਲ ਸਮਝਣ ਦੀ ਜ਼ਰੂਰਤ ਹੈ ਗੁਰਪ੍ਰੀਤ ਜੀ ਕਿ ਜਦੋਂ ਫਸਲ ਆਉਂਦੀ ਹੈ ਸੀਜ਼ਨ 'ਚ, ਨੋਟ ਓਨਲੀ ਝੋਨਾ ਕਣਕ, ਆਪਾਂ ਕਿਉਂਕਿ ਪੰਜਾਬ 'ਚ ਰਹਿੰਦੇ ਇਸ ਕਰਕੇ ਆਪਾਂ ਨੂੰ ਝੋਨਾ ਕਣਕ ਜ਼ਿਆਦਾ ਇੰਪੋਰਟੈਂਟ ਲੱਗਦਾ ਹੈ। ਮੱਕੇ ਵੀ ਲਾ ਲਓ, ਬਾਕੀ ਵੀ ਲਾ ਲਓ, ਮੈਂ ਦੱਸਦਾ ਕੋਈ ਵੀ ਫਸਲ ਹੈ, ਕੋਈ ਫਸਲ ਨਹੀਂ। ਮੱਕੀ 1850 MSP ਹੈ, ਅੱਜ 600 700 800 ਨੂੰ ਵਪਾਰੀ ਖਰੀਦਦਾ, ਫਿਰ ਉਹ ਵਪਾਰੀ ਦੈਟਸ ਵਾਟ ਮੈਂ ਉਸੇ ਆਉਣ ਲੱਗਾ। ਜਦੋਂ ਸਪਲਾਈ ਆਉਂਦੀ ਹੈ, ਸਪਲਾਈ ਬਹੁਤ ਜ਼ਿਆਦਾ ਹੈ, ਡਿਮਾਂਡ ਘੱਟ ਹੈ ਜੀ। ਸਪਲਾਈ ਜ਼ਿਆਦਾ ਹੈ, ਡਿਮਾਂਡ ਘੱਟ ਹੈ, ਇਸ ਕਰਕੇ ਸਰਕਾਰ ਜਿੰਨਾ ਚੁੱਕ ਲੈਂਦੀ, MSP ਚੁੱਕ ਲੈਂਦੀ ਹੈ, ਬਾਕੀ ਖਰੀਦਾਰ ਵੀ ਘੱਟ ਨੇ, ਸਪਲਾਈ ਵੀ ਜ਼ਿਆਦਾ ਹੈ, ਡਿਮਾਂਡ ਵੀ ਘੱਟ ਹੈ, ਇਸ ਕਰਕੇ ਰੇਟ ਨੀਚੇ ਆ ਜਾਂਦੇ ਆ। ਆਪਾਂ ਇੱਕ ਸਿੰਪਲ ਭਾਸ਼ਾ 'ਚ ਬਾਜ਼ਾਰ ਦੀ ਗੱਲ ਸਮਝੀਏ। ਹਿੰਦੁਸਤਾਨ 'ਚ ਲਗਭਗ 20% ਜਿਹੜਾ ਫੂਡ ਗ੍ਰੇਨ ਹੈ ਨਾ, ਖਾਸ ਕਰਕੇ ਫਰੂਟਸ, ਵੈਜੀਟੇਬਲਸ ਨੇ, ਜ਼ਿਆਦਾ ਪੈਰੀਸ਼ੇਬਲ ਐਗਰੀਕਲਚਰ ਪ੍ਰੋਡਕਟਸ ਨੇ ਜੀ, ਉਹ ਖਰਾਬ ਹੋ ਜਾਂਦੇ ਨੇ। ਦੁਨੀਆ 'ਚ ਕਿਤੇ ਨਹੀਂ ਹੁੰਦੇ। ਉਹਦਾ ਕਾਰਨ ਕੀ ਹੈ? ਸਾਡੇ ਕੋਲ ਸਟੋਰੇਜ ਦੀ ਕੈਪੈਸਿਟੀ ਨਹੀਂ ਹੈ। ਸਾਡੇ ਕੋਲ ਨਾ ਤਾਂ ਅੱਛੇ ਕੋਲਡ ਸਟੋਰੇਜਸ ਨੇ, ਨਾ ਅੱਛੀ ਸਪਲਾਈ ਚੇਨ ਹੈ, ਨਾ ਸਾਡੇ ਕੋਲ ਅੱਛੀਆਂ ਟਰਾਂਸਪੋਰਟੇਸ਼ਨ ਦੇ ਟਰੱਕਸ ਨੇ AC, ਜਿਵੇਂ ਬਾਕੀ ਦੁਨੀਆ ਦੇ ਦੇਸ਼ਾਂ 'ਚ ਨੇ, ਜਿਹੜੇ ਟਮਾਟਰ ਜਿੱਥੇ ਜ਼ਿਆਦਾ ਹੋਇਆ ਉੱਥੋਂ ਭਰਨ ਤੇ ਜਿੱਥੇ ਘੱਟ ਆ ਉੱਥੇ ਜਾ ਕੇ ਦੇ ਦੇਣ, ਉੱਥੋਂ ਦੇ ਕੰਜ਼ਿਊਮਰ ਨੂੰ ਵੀ ਰਾਹਤ, ਇੱਥੇ ਵੀ ਕਿਸਾਨ ਨੂੰ 4 ਪੈਸੇ ਮਿਲ ਜਾਣ। ਉਹ ਕੁਝ ਵੀ ਨਹੀਂ ਹੈਗਾ। ਇਸ ਕਰਕੇ ਪ੍ਰਾਈਵੇਟ ਖਰੀਦਣ ਵਾਲੇ ਵੀ ਘੱਟ ਨੇ, ਇਸ ਕਰਕੇ ਉਹ ਮਾਲ ਆਉਂਦਾ ਹੈ, ਥੋੜ੍ਹੇ ਜਿਹੇ ਖਰੀਦਣ ਵਾਲੇ ਆ, ਡਿਮਾਂਡ ਹੈ ਨਹੀਂ, ਉਹ ਮਾਲ ਰੁਲ ਜਾਂਦਾ, ਕਿਸਾਨ ਵੀ ਰੁਲ ਰਿਹਾ ਹੈ, ਫਸਲ ਵੀ ਬਰਬਾਦ ਹੋ ਰਹੀ ਹੈ, ਔਰ ਕੰਜ਼ਿਊਮਰ ਨੂੰ ਮਹਿੰਗੀ ਵੀ ਮਿਲ ਰਹੀ ਹੈ। ਜਦੋਂ ਆਫ ਸੀਜ਼ਨ ਹੋ ਜਾਂਦਾ ਹੈ ਜਾਂ ਜਿੰਨਾ ਜਗ੍ਹਾ ਤੇ ਉਹ ਫਸਲ ਨਹੀਂ ਹੋ ਰਹੀ ਉੱਥੇ ਮਹਿੰਗੀ ਵੀ ਮਿਲ ਰਹੀ ਹੈ। ਹੁਣ ਪਰ ਜਿਹੜਾ ਤੁਸੀਂ ਮੈਂ ਉਹ ਕਰਨ ਲੱਗਾ, ਹੁਣ ਉਹ ਹੋਇਆ ਕਿ ਜਿਹੜਾ ਅਸੀਂ ਐਸੈਂਸ਼ੀਅਲ ਕਮੋਡਿਟੀ ਐਕਟ ਕਿਉਂ ਅਮੈਂਡ ਕੀਤਾ? ਹਾਲਾਂਕਿ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਨੂੰ ਅਮੈਂਡ ਕਰਨ ਦੀ ਗੱਲ ਹੈ, ਫਿਰ ਮੈਂ ਉਸ ਗੱਲ ਤੇ ਆਉਂਗਾ, ਇਸ ਪੋਲਿਟਿਕਸ ਨਹੀਂ ਹੈ। ਮੈਂ ਕਿਉਂ ਇਸ ਗੱਲ ਨੂੰ ਤੁਹਾਨੂੰ ਦੁਹਰਾਉਣਾ ਚਾਹੁੰਦਾ ਕਿ ਇੱਕ ਕੰਸੈਂਸਸ ਹੈ ਦੇਸ਼ 'ਚ। ਇਹ ਪਾ ਦਿਓ ਕਾਂਗਰਸ ਦੀ ਗੱਲ। ਨਹੀਂ, ਨਾਟ ਕਾਂਗਰਸ। ਅੱਛਾ, ਹੋਰ ਕਿਹਨੇ ਕੀਤਾ? ਸਾਰੇ ਜਿੰਨੇ ਐਗਰੀਕਲਚਰ ਇਕੋਨੋਮਿਸਟ ਸੀਗੇ, ਜਿੰਨੀਆਂ ਕਮੇਟੀਆਂ ਬਣੀਆਂ, ਸਭ ਨੇ ਗੱਲ ਕਹੀ। 1955 'ਚ ਆਪਾਂ ਇੱਕ ਕਾਨੂੰਨ ਬਣਾਇਆ ਗੁਰਪ੍ਰੀਤ ਜੀ। ਉਸ ਵੇਲੇ ਦੇਸ਼ ਦੇ ਹਾਲਾਤ ਇਹ ਸੀ ਕਿ ਸਾਡੇ ਕੋਲੇ ਖਾਣ ਲਈ ਕਣਕ ਵੀ ਨਹੀਂ ਸੀਗੀ, ਸਾਨੂੰ ਬਾਹਰੋਂ ਮੰਗਵਾਉਣੀ ਪੈਂਦੀ ਸੀ। ਬਿਲਕੁਲ ਸਹੀ। ਸਾਡੇ ਕੋਲੇ ਬਹੁਤ ਸਾਰੀਆਂ ਫਸਲਾਂ ਦੀ ਘਾਟ ਸੀਗੀ। ਇਸ ਕਰਕੇ ਐਸੈਂਸ਼ੀਅਲ ਕਮੋਡਿਟੀ ਐਕਟ 'ਚ ਅਸੀਂ ਐਗਰੀਕਲਚਰ ਦੀਆਂ ਜਿੰਸਾਂ ਵੀ ਰੱਖੀਆਂ, ਖੇਤੀ ਦੇ ਜਿੰਸਾਂ ਵੀ ਰੱਖੀਆਂ ਕਿ ਇਹਨਾਂ ਦੀ ਇੱਕ ਸਟਾਕ ਤੋਂ ਵੱਧ, ਇੱਕ ਲਿਮਿਟ ਤੋਂ ਵੱਧ ਕੋਈ ਸਟਾਕ ਨਾ ਕਰ ਸਕੇ, ਤਾਂ ਕਿ ਬਲੈਕ ਮਾਰਕੀਟਿੰਗ ਨਾ ਹੋਵੇ, ਹੋਲਡਿੰਗਸ ਨਾ ਹੋਣ, ਰੇਟ ਨਾ ਵਧਣ, ਗਰੀਬ ਜਨਤਾ ਨੂੰ ਅਨਾਜ ਮਿਲ ਜਾਏ ਜੀ। ਪਿਛਲੇ 65 ਸਾਲ ਹੋ ਗਏ ਇਸ ਗੱਲ ਨੂੰ। 1955 'ਚ ਕਾਨੂੰਨ ਬਣਿਆ ਸੀ। ਅੱਜ ਦੇਸ਼ ਦੀ ਕੀ ਸਥਿਤੀ ਹੈ? ਅੱਜ ਅਸੀਂ ਚੀਨ ਤੋਂ ਬਾਅਦ
ਐਗਰੀਕਲਚਰ ਦੇ ਦੂਜੇ ਬੜੇ ਪ੍ਰੋਡਿਊਸਰ ਹੈ ਦੁਨੀਆ ਦੇ, ਜੀ ਸਭ ਤੋਂ ਵੱਡੇ ਐਕਸਪੋਰਟਰ ਹੈ ਅਸੀਂ। ਹਾਲਾਂਕਿ ਕੁਝ ਜਿਨਸਾਂ ਹੱਲੇ ਵੀ ਐਸੀਆਂ ਨੇ ਜਿਹਨੂੰ ਅਸੀਂ ਇੰਪੋਰਟ ਕਰ ਰਹੇ ਹਾਂ, ਅਸੀਂ ਆਇਲ ਸੀਡਸ ਇੰਪੋਰਟ ਕਰ ਰਹੇ ਹਾਂ, ਅਸੀਂ ਪਲਸਸ ਇੰਪੋਰਟ ਕਰ ਰਹੇ ਹਾਂ, ਲੇਕਿਨ ਉਹਦੇ ਬਾਵਜੂਦ ਅਸੀਂ ਸਭ ਤੋਂ ਵੱਡੇ ਐਕਸਪੋਰਟਰ ਵੀ ਹਾਂ ਉਹਦੇ 'ਚ। ਅੱਜ ਉਸ ਤਰ੍ਹਾਂ ਦੀ ਤੰਗੀ ਨਹੀਂ ਹੈ ਦੇਸ਼ 'ਚ। ਇਸ ਕਰਕੇ ਅਸੀਂ ਇਸ ਐਸੈਂਸ਼ੀਅਲ ਕਮੋਡਿਟੀ ਐਕਟ ਨੂੰ ਅਮੈਂਡ ਕਰਕੇ ਇਹਨਾਂ ਜਿਨਸਾਂ ਨੂੰ ਬਾਹਰ ਕੱਢਿਆ ਵਿਦ ਰਾਈਡਰਸ ਕਿਉਂ ਵੀ ਦੱਸੂਗਾ, ਤਾਂ ਕਿ ਪ੍ਰਾਈਵੇਟ ਇਨਵੈਸਟਰ ਆਏ, ਉਹਨੂੰ ਇਹ ਲੱਗੇ। ਹੁਣ ਤੱਕ ਤੇ ਕੀ ਹੋ ਰਿਹਾ ਸੀ, ਇੱਕ ਸਟਾਕ ਤੋਂ ਵੱਧ ਖਰੀਦ ਨਹੀਂ ਸਕਦਾ। ਉਹਨੂੰ ਲੱਗਦਾ ਸੀ ਯਾਰ ਮੈਨੂੰ ਕੀ ਲੋੜ ਹੈ ਸਟੋਰੇਜ ਕੈਪੈਸਿਟੀ ਡਿਵੈਲਪ ਕਰਨ ਦੀ, ਮੈਨੂੰ ਕੀ ਲੋੜ ਹੈ ਕੋਲਡ ਸਟੋਰੇਜ ਚੇਨ ਬਣਾਉਣ ਦੀ, ਮੈਨੂੰ ਕੀ ਲੋੜ ਹੈ ਗੋਡਾਊਨਸ ਬਣਾਉਣ ਦੀ, ਮੈਨੂੰ ਕੀ ਲੋੜ ਹੈ ਅੱਛੀਆਂ ਟਰਾਂਸਪੋਰਟੇਸ਼ਨ ਦੇ ਵਹੀਕਲਸ ਖੜੇ ਕਰਨ ਦੀ, ਕਿਉਂਕਿ ਮੇਰੇ ਤੇ ਤਾਂ ਐਸੈਂਸ਼ੀਅਲ ਕਮੋਡਿਟੀ ਐਕਟ ਲੱਗਾ ਹੈ, ਇੱਕ ਲਿਮਿਟ ਤੋਂ ਵੱਧ ਖਰੀਦੂੰਗਾ। ਪਿਛਲੇ 1 ਸਾਲ 'ਚ 76,000 ਰੇਡ ਹੋਈਆਂ ਐਸੈਂਸ਼ੀਅਲ ਕਮੋਡਿਟੀ ਐਕਟ 'ਚ, ਪਰਚੇ ਹੋਏ ਆ। ਕੋਈ ਵੀ ਇਨਵੈਸਟਰ ਕਿਉਂ ਇਨਵੈਸਟ ਕਰੇਗਾ ਐਸੇ ਧੰਦੇ ਜਿੱਥੇ ਉਹਨੂੰ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਨੇ। ਇਸ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਕਿ ਤਾਂ ਕਿ ਪ੍ਰਾਈਵੇਟ ਇਨਵੈਸਟਮੈਂਟ ਆਏ, ਕੋਲਡ ਸਟੋਰੇਜ ਬਣਨ, ਸਪਲਾਈ ਚੇਨ ਖੜੀਆਂ ਹੋਣ, ਐਸਾ ਇੰਫਰਾਸਟ੍ਰਕਚਰ ਡਿਵੈਲਪ ਹੋਏ ਕਿ ਜਦੋਂ ਜ਼ਿਆਦਾ ਫਸਲ ਆਏ ਉਹਨੂੰ ਸੰਭਾਲ ਕੇ ਰੱਖ ਸਕੀਏ, ਤਾਂ ਕਿ ਕਿਸਾਨ ਨੂੰ ਉਪਜ ਦਾ ਠੀਕ ਮੁੱਲ ਮਿਲ ਜਾਏ, ਔਰ ਆਫ ਸੀਜ਼ਨ 'ਚੋਂ ਲਗਾਤਾਰ ਸਪਲਾਈ ਜਾਰੀ ਰਹੇ, ਕੰਜ਼ਿਊਮਰ ਨੂੰ ਵੀ ਠੀਕ ਪ੍ਰਾਈਸ ਤੇ ਸਾਰਾ ਸਾਲ ਚੀਜ਼ ਮਿਲੇ। ਉਹਦੇ ਨਾਲ ਸਾਡੀ ਫੂਡ ਦੀ ਵੇਸਟੇਜ ਵੀ ਘਟੇਗੀ, ਉਹਦੇ ਨਾਲ ਇੰਪਲੋਇਮੈਂਟ ਜਨਰੇਸ਼ਨ ਵੀ ਹੋਏਗੀ, ਔਰ ਕਿਸਾਨ ਨੂੰ ਵੀ ਜਿਹੜਾ ਫਸਲ ਰੁਲ ਜਾਂਦੀ ਹੈ, ਟਮਾਟਰ ਹੈ, ਕਦੀ ਕੋਈ ਸੜਕ ਤੇ ਸੁੱਟਣੇ ਪੈਂਦੇ ਆ, ਪਲੇਅਰਸ ਆਉਣਗੇ, ਇਨਵੈਸਟਮੈਂਟ ਹੋਏਗੀ, ਖਰੀਦਾਰ ਵਧਣਗੇ, ਕਿਸਾਨ ਨੂੰ ਵੀ ਉਹਦੀ ਉਪਜ ਦਾ ਠੀਕ ਮੁੱਲ ਮਿਲੇਗਾ। ਉਹਦੇ 'ਚ ਇੱਕ ਰਾਈਡਰ ਵੀ ਲਾਇਆ, ਜਿਹੜੀ ਗੱਲ ਆਉਂਦੀ ਸੀ, ਰਾਈਡਰ ਇਹ ਲਾਇਆ ਕਿ ਅਗਰ ਉਹਦੇ 'ਚ ਰਿਟੇਲ ਪ੍ਰਾਈਸ 'ਚ 50% ਇਨਕਰੀਜ਼ ਹੋਏਗੀ ਤੇ ਅਸੀਂ ਉਹਨੂੰ ਵਾਪਸ ਉਹ ਕਰ ਦਿਆਂਗੇ। ਲੇਕਿਨ ਮੈਨੂੰ ਇਹਦੀ ਸੰਭਾਵਨਾ ਘੱਟ ਇਸ ਕਰਕੇ ਲੱਗਦੀ ਹੈ ਗੁਰਪ੍ਰੀਤ ਜੀ ਕਿ ਸਾਡੇ ਦੇਸ਼ 'ਚ ਸਪਲਾਈ ਇਸ ਵੇਲੇ ਇੰਨੀ ਜ਼ਿਆਦਾ ਹੈ, ਕੋਈ ਵਪਾਰੀ ਐਸਾ ਨਹੀਂ ਹੈ ਜਿਹੜਾ ਖਰੀਦ ਕੇ 5 ਸਾਲ ਹੀ ਰੱਖ ਲੇਗਾ। ਟਮਾਟਰ ਨੂੰ ਖਰੀਦ ਕੇ 5 ਸਾਲ ਹੀ ਨਹੀਂ ਰੱਖੇਗਾ, ਉਹ ਰੱਖੇਗਾ 2 3 4 ਮਹੀਨੇ 'ਚ ਉਹਨੂੰ ਰੈਗੂਲਰ ਸਪਲਾਈ ਕਰੇਗਾ ਅਗਲੇ ਸਾਲ, ਕਿਉਂਕਿ ਅਗਲੇ ਸਾਲ ਫਿਰ ਪ੍ਰੋਡਿਊਸ ਆ ਜਾਣੀ ਹੈ ਨਾ, ਅਗਲੇ ਸਾਲ ਫਿਰ ਖਰੀਦੇਗਾ। ਸੁਭਾਸ਼ ਜੀ 3-4 ਮਹੀਨੇ ਤਾਂ ਬਹੁਤ ਜ਼ਿਆਦੇ ਨੇ, ਇੱਥੇ ਤਾਂ ਮਹੀਨੇ 'ਚ ਗੇਮ ਖੇਡੀ ਜਾਂਦੀ ਹੈ। ਨਹੀਂ, ਤੁਹਾਨੂੰ ਪਤਾ ਆਹੀ ਗੰਢੇ ਇੱਥੇ ਜਦੋਂ ਜੱਟਾਂ ਦੇ ਆ ਗਏ। ਮੇਰੀ ਗੱਲ ਸੁਣੋ, ਆ ਟਮਾਟਰ ਜਾਂ ਮਟਰ ਦੀ ਤੁਸੀਂ ਲਾ ਲਓ, ਆ ਮਟਰ ਕੋਈ 4 ਰੁਪਏ ਨਹੀਂ ਚੱਕਣੇ ਉੱਥੋਂ ਮੰਡੀ 'ਚੋਂ ਜਾ ਕੇ, ਤੇ ਤੁਸੀਂ ਉਦਣ ਹੀ ਸੇਮ ਡੇ ਜਾ ਕੇ ਤੁਸੀਂ ਉੱਥੋਂ ਪੁੱਛ ਲਓ ਵੀ ਜਿਹੜਾ ਛਾਬੇ 'ਚ ਲਾ ਕੇ ਬੈਠਾ ਕੀ ਰੇਟ ਹੈ ਬਈ, 45 ਰੁਪਏ। ਮੈਂ ਉਹੀ ਕਹਿ ਰਿਹਾ। ਨਹੀਂ, ਮੇਰੀ ਬੇਨਤੀ ਸੁਣੋ ਜੀ। ਹੁਣ ਜਦੋਂ ਤੁਸੀਂ ਕਹਿੰਦੇ ਹੋ ਵੀ ਅਗਲੇ ਕੋਲੇ ਛੋਟ ਹੈ, ਮੰਨ ਲਓ ਮੈਂ ਆ, ਮੇਰੇ ਕੋਲੇ ਪੈਸਾ, ਮੈਂ ਉਹ ਇਨਫਰਾਸਟ੍ਰਕਚਰ ਬਣਾ ਲਿਆ ਵੀ ਭਾਈ ਸਾਹਿਬ ਉਹੀ ਮਟਰ ਮੈਂ ਦਾਣੇ ਕੱਢ ਕੇ ਸਟੋਰ ਕਰਕੇ ਭਾਵੇਂ 6 ਮਹੀਨੇ ਵੇਚਾਂ, ਮਟਰ ਜਾਂ ਟਮਾਟਰ ਹੈ ਉਹਦੀ ਮੈਂ ਪਿਊਰੀ ਬਣਾ ਲਾਂ, ਜਾਂ ਗੰਢੇ ਹੈ ਮੈਂ 7 ਰੁਪਏ ਚੱਕੇ ਮੈਂ 140 ਨੂੰ ਵੇਚੀ ਜਾਵਾਂ। ਹੁਣ ਜਦੋਂ ਮੈਨੂੰ ਪਤਾ ਵੀ ਮੇਰੇ ਕੋਲ 1 ਮਹੀਨਾ ਖੇਡਣ ਲਈ ਹੈ, ਤੁਸੀਂ 50% ਇਨਕਰੀਜ਼ ਦਾ ਤੇ ਪਹਿਲਾਂ ਹੀ ਮੌਕਾ ਦੇਤਾ, ਤੇ 50% ਇਨਕਰੀਜ਼ ਨੂੰ ਤੁਸੀਂ ਹਿਸਾਬ ਲਾ ਕੇ ਦੇਖੋ ਕਿ ਜਿਹੜਾ ਜ਼ਿਮੀਂਦਾਰ ਅੱਜ ਵਿਚਾਰਾ 5-7% ਭਾਲਦਾ ਵੀ ਯਾਰ ਮੈਨੂੰ ਮੇਰੀ ਜੋ ਕੀਤੀ ਹੋਈ ਮਿਹਨਤ ਉੱਤੇ 5-7% ਉੱਪਰ ਲਾ ਕੇ ਕੋਈ MSP ਬਣਾ ਦਿਓ, ਉਹਨੂੰ ਤਾਂ ਆਪਾਂ ਪੁੱਛ ਨਹੀਂ ਰਹੇ। ਵਪਾਰੀ ਨੂੰ ਆਪਾਂ ਕਹਿੰਦੇ ਵੀ ਜਦੋਂ 50% ਇਨਕਰੀਜ਼ ਹੋਊਗਾ ਫੇਰ ਜਾ ਕੇ ਛਾਪੇ ਮਾਰਾਂਗੇ। ਨਹੀਂ, ਮੈਂ ਤੁਹਾਨੂੰ ਉਲਟਾ ਕਹਿ ਰਿਹਾ। ਮੈਂ ਇਹਦੇ 'ਚ ਦੇਖੋ, ਨਹੀਂ ਪਰ ਮੇਰੀ ਗੱਲ ਸੁਣੋ, ਤੁਸੀਂ ਇਕਨੋਮਿਸਟ ਹੋ, ਮੇਰੀ ਬੇਨਤੀ ਸੁਣੋ, ਆਪਾਂ ਬਹਿਸ ਦੇ ਨਹੀਂ, ਮੈਨੂੰ ਇਹ ਕਿ ਆਪਣੀ ਗੱਲ ਪਹੁੰਚੇ। ਹਾਂ, ਵਪਾਰੀ ਨਹੀਂ ਇਦਾਂ ਕਰੂਗਾ ਵੀ ਯਾਰ ਜਦੋਂ ਤੁਸੀਂ ਬਾਜ਼ਾਰ ਦੀ ਗੱਲ ਕਰਦੇ ਹੋ, ਬਾਜ਼ਾਰ ਦੇ ਵਿੱਚ ਕਮੀ ਪੈਦਾ ਹੋਊਗੀ, ਰੇਟ ਵਧੇਗਾ, ਫਿਰ ਉਹ ਮਾਲ ਸੁੱਟੂਗਾ। ਤੇ ਜਦੋਂ ਮੇਰੇ ਕੋਲੇ ਖੁੱਲ੍ਹ ਹੈ ਵੀ ਪਹਿਲਾਂ ਸਰਕਾਰ ਕਹਿੰਦੀ ਸੀ 5 ਬੋਰੀਆਂ ਤੋਂ ਵੱਧ ਸਟੋਰ ਨਹੀਂ ਕਰਨਾ, ਹੁਣ ਮੈਂ ਭਾਵੇਂ 100 ਬੋਰੀ ਕਰਾਂ, ਤੇ ਪਹਿਲਾਂ ਮੈਂ 5 ਦੇ ਵਿੱਚ ਮਹੀਨਾ ਖੇਡਦਾ ਸੀ, ਹੁਣ ਮੇਰੇ ਕੋਲੇ 100 ਬੋਰੀਆਂ ਨੇ, ਮੈਂ 3 ਮਹੀਨੇ ਖੇਡੂੰਗਾ, ਮੈਂ ਤਾਂ ਲਊਂਗਾ ਨਜ਼ਾਰੇ। ਬਿਲਕੁਲ ਤੁਹਾਡੀ ਗੱਲ। ਇਹ ਚੀਜ਼ ਦਾ ਕੀ ਹੱਲ? ਹਾਂ, ਮੈਂ ਦੱਸਣ ਲੱਗਾ। ਦੇਖੋ ਇੱਕ ਗੱਲ ਸਮਝੋ, ਅੱਜ ਮਾਲ ਦੀ ਕਮੀ ਹੁਣ ਜ਼ਿਆਦਾ ਹੈ। ਕਿਉਂ ਜ਼ਿਆਦਾ ਹੈ? ਕਿ ਹੁਣ ਫੂਡ ਦੀ ਸਟੋਰੇਜ ਨਹੀਂ, ਕਿ ਉਹ ਵੇਸਟ ਹੋ ਜਾਂਦਾ ਹੈ, ਉਹ ਪੈਰਿਸ਼ ਹੋ ਗਿਆ, 2 ਮਹੀਨੇ ਬਾਅਦ ਉਹਦੀ ਕਮੀ ਹੋ ਜਾਣੀ ਹੈ। ਹੁਣ ਜ਼ਿਆਦਾ ਰੇਟ ਹੋ ਰਿਹਾ ਹੈ, ਕਿਸਾਨ ਨੂੰ ਮਿਲਦਾ ਨਹੀਂ, ਕਿਸਾਨ ਕਿਉਂਕਿ ਸਟੋਰੇਜ ਨਹੀਂ ਹੋਣੀ, ਕਿਸਾਨ ਕੋ ਕੋਈ ਕਿਉਂ ਖਰੀਦੇਗਾ? ਮੈਂ ਰੱਖ ਹੀ ਨਹੀਂ ਸਕਦਾ। ਕਿਸਾਨ ਨੇ 200, ਮੰਨ ਲਓ ਤੁਸੀਂ 100 ਕਿਲੋ ਕੋਈ ਚੀਜ਼ ਪ੍ਰੋਡਿਊਸ ਕਰ ਲਈ, ਮੈਨੂੰ ਪਤਾ ਯਾਰ ਮੈਂ ਤਾਂ 10 ਕਿਲੋ ਤੋਂ ਵੱਧ ਨਹੀਂ ਰੱਖ ਸਕਦਾ, ਮੈਂ ਤੁਹਾਡੀ 10 ਕਿਲੋ ਖਰੀਦਣੀ ਹੈ, ਤੁਹਾਡੀ 190 ਕਿਲੋ ਖਰੀਦਣੀ ਨਹੀਂ, ਕੋਈ 2-4 ਪਲੇਅਰ ਹੋਰ ਖਰੀਦਣਗੇ, ਤੁਹਾਡੀ 30 ਕਿਲੋ ਵੇਸਟ ਹੋ ਗਈ, 20 ਕਿਲੋ ਵੇਸਟ ਹੋ ਗਈ, ਤੁਹਾਨੂੰ ਨੁਕਸਾਨ ਹੋ ਗਿਆ। ਮੈਨੂੰ ਪਤਾ ਹੈ ਕਿ ਮੈਂ ਰੱਖ ਸਕਦਾ। ਅੱਛਾ, ਉਹ ਨੁਕਸਾਨ ਹੋਣਾ ਕੀ ਹੋਇਆ? ਇੱਕ ਤਾਂ ਵੇਸਟ ਹੋ ਗਈ, ਦੂਜਾ 2 ਮਹੀਨੇ ਬਾਅਦ 3 ਮਹੀਨੇ ਬਾਅਦ ਕਿਉਂਕਿ ਸਟੋਰੇਜ ਹੀ ਹੈ ਨਹੀਂ ਗੀ, ਉਹਦੀ ਕਮੀ ਹੋਰ ਹੋ ਗਈ ਉਸ ਫਸਲ ਦੀ, ਕਿਉਂਕਿ ਕਿਸੇ ਨੇ ਸਟੋਰ ਹੀ ਨਹੀਂ ਕੀਤਾ, ਉਹ ਰੁਲ ਗਈ, ਕੁਛ ਘੱਟ ਭਾਅ ਤੇ ਵਿਕ ਗਈ, ਕੁਛ ਵੈਸੇ ਖਰਾਬ ਹੋ ਗਈ, ਕਿਸੇ ਨੇ ਸਟੋਰ ਨਹੀਂ ਕੀਤਾ, ਇਸ ਕਰਕੇ 3 ਮਹੀਨੇ ਬਾਅਦ ਉਹਦੀ ਜ਼ਿਆਦਾ ਕਮੀ ਹੋ ਗਈ, ਉਹ ਜ਼ਿਆਦਾ ਮਹਿੰਗੀ ਵਿਕ ਰਹੀ ਹੈ। ਜਦੋਂ ਸਟੋਰੇਜ ਹੋਏਗੀ, ਸਪਲਾਈ ਜਦੋਂ ਸਸਟੇਨਡ ਹੋਏਗੀ ਨਾ ਮਾਰਕੀਟ 'ਚ, ਦੇਖੋ ਇੱਕ ਗੱਲ ਸਮਝੋ, ਮਾਰਕੀਟ 'ਚ ਕੰਪੀਟੀਸ਼ਨ ਵੀ ਤਾਂ ਹੋਣਾ ਹੈ ਨਾ। ਤੁਸੀਂ ਸਟੋਰ ਕਰ ਲੋਗੇ, ਮੈਂ ਵੇਚਣੀ ਸ਼ੁਰੂ ਕਰ ਦੂੰਗਾ, ਤੁਸੀਂ ਕਹੋਗੇ ਯਾਰ ਉਹ ਫਲਾਣਾ ਪੈਸੇ ਕਮਾ ਰਿਹਾ, ਮੈਂ ਹੀ ਵੇਚੂੰਗਾ। ਦਿਸ ਇਜ਼ ਹਾਊ ਮਾਰਕੀਟ ਆਪਰੇਟਸ। ਬਾਕੀ ਆਪਾਂ ਬਾਕੀ ਜਿਨਸਾਂ ਦੀ ਗੱਲ ਕਰ ਲਈਏ, ਤੁਸੀਂ ਚੱਪਲ ਖਰੀਦਦੇ ਹੋ, ਕਾਗਜ਼ ਖਰੀਦਦੇ ਹੋ, ਪੈਨ ਖਰੀਦਦੇ ਹੋ, ਉੱਥੇ ਤਾਂ ਕੋਈ ਐਸੈਂਸ਼ੀਅਲ ਕਮੋਡਿਟੀ ਨਹੀਂ ਹੈ, ਕੋਈ ਹੋਰਡਿੰਗ ਨਹੀਂ ਹੁੰਦੀ। ਕਿੰਨੀਆਂ ਕੰਪਨੀਆਂ ਆਉਂਦੀਆਂ, ਵੱਧ ਤੋਂ ਵੱਧ ਮਾਲ ਜਲਦੀ ਤੋਂ ਜਲਦੀ ਸਪਲਾਈ ਕਰੀਏ, ਅੱਛੀ ਕੁਆਲਿਟੀ ਦਾ ਸਪਲਾਈ ਕਰੀਏ, ਅੱਛੇ ਰੇਟ ਤੇ ਸਪਲਾਈ ਕਰੀਏ। ਕਿਉਂ? ਕੰਪੀਟੀਸ਼ਨ ਹੈ ਮੈਨੂਫੈਕਚਰਰ ਦੇ ਅੰਦਰ ਵੀ, ਪ੍ਰੋਡਿਊਸਰ ਦੇ ਅੰਦਰ ਵੀ। ਜਿਹੜੇ ਇਸ ਕਰਕੇ ਜਦ ਤੱਕ ਮਾਰਕੀਟ ਕੰਪੀਟੀਟਿਵ ਬਣੇਗੀ,
ਪ੍ਰੋਡਿਊਸ ਜਿਹੜਾ ਤੁਹਾਡਾ ਹੋ ਰਿਹਾ ਕਿਸਾਨ ਨੂੰ ਉਹਦਾ ਮੁੱਲ ਮਿਲੇਗਾ ਜੀ। ਹੁਣ ਤੇ ਫਸਲ ਰੁਲ ਰਹੀ ਹੈ ਕਿਉਂਕਿ ਸਟੋਰੇਜ ਕੈਪੈਸਿਟੀ ਨਹੀਂ ਹੈਗੀ। ਅੱਛਾ, ਇੱਥੇ ਸੁਭਾਸ਼ ਜੀ ਇੱਕ ਚੀਜ਼ ਹੋਰ ਮੇਰੇ ਦਿਮਾਗ 'ਚ ਆਉਂਦੀ ਸੀ ਕਿ ਜਦੋਂ ਤੁਸੀਂ ਇਹ ਜਿਸ ਤਰੀਕੇ ਨਾਲ ਤੁਸੀਂ ਸਮਝਾ ਰਹੇ ਹੋ, ਤੁਹਾਡੇ ਵਾਲੀਆਂ ਗੱਲਾਂ ਉਸ ਹਿਸਾਬ ਨਾਲ ਸਹੀ ਲੱਗਦੀਆਂ ਵੀ ਅੱਛਾ ਯਾਰ ਜੇ ਆਪਾਂ ਕੰਨ ਇੱਧਰੋਂ ਫੜਦੇ ਫਿਰ ਇਹ ਠੀਕ ਲੱਗਦਾ। ਪਰ ਦੂਜੀ ਚੀਜ਼ ਇਹ ਹੈ ਕਿ ਵੀ ਇਹ ਜਿਹੜਾ ਜਿੱਦਾਂ ਇਹ ਲਿਆਂਦਾ ਗਿਆ, ਤੁਸੀਂ ਕਿਹਾ ਕਿ ਵੀ ਇਹ 10 ਸਾਲ ਤੋਂ ਚਰਚਾ ਚੱਲਦੀ ਸੀ ਦੇਸ਼ ਦੇ ਵਿੱਚ, ਜਾਂ ਆਪਾਂ ਜੇ WTO ਸਮਝੌਤੇ ਦੀ ਗੱਲ ਕਰਦੇ ਹਾਂ ਤਾਂ 90 ਦੇ ਦਹਾਕੇ ਤੋਂ ਕਿੰਨੇ ਸਾਲ ਹੋ ਗਏ, ਕਿੰਨੀਆਂ ਸਰਕਾਰਾਂ ਲੰਘ ਗਈਆਂ। ਤੁਹਾਨੂੰ ਨਹੀਂ ਲੱਗਦਾ ਕਿ ਉਦੋਂ ਤੋਂ ਹੀ ਕਿਸਾਨ ਨੂੰ ਹੌਲੀ ਹੌਲੀ ਪ੍ਰਪੇਅਰ ਕਰਨਾ ਚਾਹੀਦਾ ਸੀ, ਬਜਾਏ ਦੇ ਕਿ ਆਪਾਂ ਠਾਹ ਸੋਟਾ ਮਾਰ ਦਿੰਦੇ? ਇਹ ਚੀਜ਼ ਲਈ BJP ਨੇ ਕਦੀ ਸੋਚਿਆ ਜੀ ਉੱਪਰ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਪਿਛਲੇ 3 ਸਾਲ ਤੋਂ ਲਗਾਤਾਰ ਇਹਦੀਆਂ ਡਿਸਕਸ਼ਨਸ ਦੇਸ਼ ਚੱਲ ਰਹੀਆਂ ਸੀ। ਨਹੀਂ, ਡਿਸਕਸ਼ਨ ਤੁਸੀਂ ਕਿਸਾਨ ਵੀ ਆ ਰਹੇ ਸੀ। ਨਹੀਂ, ਮੈਂ ਦੱਸ ਰਿਹਾ ਮੈਨੂੰ ਨੀਤੀ ਆਯੋਗ ਦੀਆਂ ਡਿਸਕਸ਼ਨਸ ਕਰ ਰਿਹਾ ਸੀ ਔਰ ਸਾਰੇ ਦੇਸ਼ ਦੇ ਕਿਸਾਨ ਸੰਗਠਨਾਂ ਦੇ ਰਿਪਰੈਜ਼ੈਂਟੇਟਿਵ ਉਹਦੇ 'ਚ ਆਉਂਦੇ ਸੀਗੇ, ਪੋਲੀਟੀਕਲ ਪਾਰਟੀ ਦੇ ਲੋਕ ਵੀ ਆਉਂਦੇ ਸੀਗੇ। ਔਰ ਇਹਨਾਂ ਆਰਡੀਨੈਂਸ ਨੂੰ ਬਣਾਉਣ ਤੋਂ ਪਹਿਲਾਂ 7 ਜੋ ਐਗਰੀਕਲਚਰਲ ਸਟੇਟਸ ਨੇ, ਉਹਦੇ ਬਾਅਦ ਪੰਜਾਬ ਵੀ ਐਡ ਹੋਈ, 8 ਹੋ ਗਈਆਂ, ਉਹਨਾਂ ਦੇ ਚੀਫ ਮਿਨਿਸਟਰਸ ਦੀ ਇੱਕ ਪੈਨਲ ਵੀ ਬਣਾਇਆ ਪ੍ਰਾਈਮ ਮਿਨਿਸਟਰ ਨੇ। ਉਸ ਪੈਨਲ ਦੇ ਅੰਦਰ ਵੀ ਸਾਰੀਆਂ ਡਿਸਕਸ਼ਨਸ ਆਈਆਂ। ਸਾਡੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਬਾਦਲ ਵੀ ਗਏ ਨੇ। ਇਹ ਸਾਰੀਆਂ ਡਿਸਕਸ਼ਨਸ ਹੋ ਰਹੀਆਂ ਸੀ ਔਰ ਇਹਨਾਂ ਸਾਰੀਆਂ ਡਿਸਕਸ਼ਨਸ ਤੋਂ ਬਾਅਦ ਇਹ ਆਰਡੀਨੈਂਸ ਆਏ ਹੈ। ਇੱਕਦਮ ਕੋਈ ਠਾਹ ਸੋਟਾ ਮਾਰਤਾ ਐਸਾ ਨਹੀਂ ਹੈ। ਅੱਛਾ, ਇਹ ਗੱਲ ਜਿਹੜੀ ਤੁਸੀਂ 2 ਗੱਲਾਂ ਕਹੀਆਂ, ਆਪਾਂ ਇਹਨੂੰ ਥੋੜਾ ਕਲੀਅਰ ਕਰ ਲਈਏ। ਕਾਂਗਰਸ ਪਾਰਟੀ ਦੇ ਤੁਸੀਂ ਇਲਜ਼ਾਮ ਲਾਉਂਦੇ ਹੋ ਕਿ ਵੀ ਉਹਨਾਂ ਨੇ ਆਹ ਕੀਤਾ ਜੀ, ਉਹਨਾਂ ਨੇ, ਨਹੀਂ, ਮੈਂ ਇਲਜ਼ਾਮ ਨਹੀਂ ਲਾ ਰਿਹਾ, ਉਹ ਮੀਟਿੰਗ 'ਚ ਹਾਜ਼ਰ ਸੀ। ਆਪਾਂ ਮੰਨ ਲਿਆ ਵੀ ਉਹ ਹਾਜ਼ਰ ਸੀ ਕਿਉਂਕਿ ਜੋ ਤੁਸੀਂ ਕਹਿੰਦੇ ਵੀ ਆਲਰੇਡੀ ਆਪਣੇ ਉਹ ਮੈਨੀਫੈਸਟੋ 'ਚ ਲਿਖੀ ਬੈਠੀ, ਦਾ ਮਤਲਬ ਅੰਦਰ ਖਾਤੇ ਉਹਨੂੰ ਪਤਾ ਸੀ ਵੀ ਜੇ ਆਪਾਂ ਮਾਰਕਾ ਮਾਰ ਗਏ ਤੇ ਆਪਾਂ ਮੁਚਕੁੰਡੀ ਕਰਕੇ ਕਹਾਂਗੇ ਵੀ ਅਸੀਂ ਕੀਤਾ, ਹੁਣ ਦਾ ਤੁਸੀਂ ਮਾਰ ਲਿਆ। ਪਰ ਸਵਾਲ ਇਹ ਹੈ ਕਿ ਵੀ ਜੇ ਆਪਾਂ ਐਗਰੀਕਲਚਰ ਨਾਲ ਰਿਲੇਟਡ ਕਿਸੇ ਕਮੇਟੀ ਦੀ ਬਣਾਇਆ ਹੋਇਆ, ਉਹਦੇ ਵਿੱਚ ਮੁੱਖ ਮੰਤਰੀ ਆਉਣੇ ਨੇ, ਤੇ ਪੰਜਾਬ ਨੂੰ ਸਭ ਤੋਂ ਬਾਅਦ ਦੇ ਵਿੱਚ ਕਿਉਂ ਉੱਥੇ ਸ਼ਾਮਲ ਕੀਤਾ ਗਿਆ? ਐਕਚੁਅਲੀ ਇਹਦੇ ਪਿੱਛੇ ਮੈਂ ਤਾਂ ਤੁਹਾਨੂੰ ਸਵਾਲ ਪੁੱਛ ਰਿਹਾ ਕਿ ਪੰਜਾਬ ਦੇ ਲੋਕਾਂ 'ਚ ਇੱਕ ਸੁਣਿਆ ਕਿ BJP ਜਿਹੜੀ ਉਹ ਪੰਜਾਬ ਵਿਰੋਧੀ ਹੈ, ਤੇ ਜਿਹੜੀ ਆਹ ਗੱਲ ਬਾਅਦ ਦੇ ਵਿੱਚ ਆਈ, ਇਹਦਾ ਕੀ ਜਵਾਬ ਦਿਓਗੇ? ਅੱਛਾ, ਪਹਿਲਾਂ ਤਾਂ ਨਾ ਆਪਾਂ ਇਸ ਪ੍ਰਸ਼ਨ ਦਾ ਵੀ ਉੱਤਰ ਲੈ ਲਈਏ ਕਿ BJP ਪੰਜਾਬ ਵਿਰੋਧੀ ਹੈ। ਦੇਖੋ, ਮੈਂ ਤੁਹਾਨੂੰ ਮੈਂ ਨਹੀਂ ਕਹਿੰਦਾ, ਲੋਕਾਂ ਦੀ ਗੱਲ ਜਸਟ ਬਿਲਕੁਲ ਠੀਕ ਹੈ ਤੁਹਾਡੀ ਗੱਲ, ਇਹ ਬੜਾ ਇੰਪੋਰਟੈਂਟ ਕੁਐਸਚਨ ਹੈ। ਔਰ ਅੱਜ ਜਦੋਂ ਇਹ ਸਾਰਾ ਕਿਸਾਨਾਂ ਦੇ ਬਾਰੇ 'ਚ ਅੰਦੋਲਨ ਚੱਲ ਰਿਹਾ, ਤੇ ਇਸ ਪੂਰੇ ਅੰਦੋਲਨ ਨੂੰ ਇੱਕ ਦਿਸ਼ਾ ਇਹ ਵੀ ਦਿੱਤੀ ਜਾ ਰਹੀ ਹੈ ਕਿ BJP ਨੂੰ ਪੰਜਾਬ ਵਿਰੋਧੀ ਘੋਸ਼ਿਤ ਕਰ ਦਿਓ। ਦੇਖੋ, ਪੰਜਾਬ 'ਚ 10 ਸਾਲ ਅਸੀਂ ਸਰਕਾਰ 'ਚ ਰਹੇ ਅਕਾਲੀ ਦਲ ਨਾਲ, ਉਸ ਤੋਂ ਪਹਿਲਾਂ 5 ਸਾਲ ਵੀ ਰਹੇ। ਅੱਜ ਜੇ ਪੰਜਾਬ ਦੇ ਅੰਦਰ ਅਮਨ ਹੈ, ਸ਼ਾਂਤੀ ਹੈ, ਭਾਈਚਾਰਾ ਹੈ, ਅਸੀਂ ਪੋਲੀਟੀਕਲ ਕਾਸਟ ਦੇ ਕੇ ਵੀ ਜਿਹੜਾ ਅਲਾਈਅੰਸ ਚਲਾਇਆ, ਉਹਦੇ 'ਚ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਭਾਰਤੀ ਜਨਤਾ ਪਾਰਟੀ ਹਮੇਸ਼ਾ ਪੰਜਾਬ ਲਈ ਖੜੀ ਰਹੀ ਹੈ। ਮੈਂ ਤੁਹਾਨੂੰ ਜ਼ਿਆਦਾ ਪੁਰਾਣੀ ਗੱਲ ਨਹੀਂ ਜਾਂਦਾ, ਪਿੱਛੇ ਜ਼ਿਆਦਾ ਨਹੀਂ ਜਾਵਾਂਗੇ, ਤੁਹਾਨੂੰ ਮੈਂ 3-4 ਉਦਾਹਰਨਾਂ ਦੇਣੀਆਂ ਚਾਹੁੰਦਾ ਜੀ। ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ, ਕੋਈ ਵੀ ਕ੍ਰੈਡਿਟ ਲਈ ਜਾਏ, ਸਾਨੂੰ ਕੋਈ ਦਿੱਕਤ ਨਹੀਂ ਹੈ ਕਰਤਾਰਪੁਰ ਕੋਰੀਡੋਰ ਖੋਲ੍ਹਣ ਦਾ, ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਔਰ ਦੇਸ਼ ਦੇ ਕੇਂਦਰ ਸਰਕਾਰ ਤੋਂ ਬਿਨਾਂ ਕਿਆ ਇਹ ਪੋਸੀਬਲ ਸੀ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ ਜਾਂਦਾ? ਇੱਕ ਇਹਦਾ ਕ੍ਰੈਡਿਟ ਕਿਹਨੂੰ ਜਾਂਦਾ ਹੈ? ਅਸੀਂ ਲੰਬੇ ਸਮੇਂ ਤੋਂ ਇਹ ਗੱਲ ਕਰ ਰਹੇ ਸੀ ਕਿ ਬਈ ਪੰਜਾਬ ਦੇ ਅੰਦਰ ਬਹੁਤ ਵੱਡੀ ਗਿਣਤੀ 'ਚ ਹਜ਼ਾਰਾਂ ਨੌਜਵਾਨ ਪੰਜਾਬੀ ਵਿਦੇਸ਼ ਗਏ ਜੀ ਪਿਛਲੇ 25-30 ਸਾਲ 'ਚ। ਉਹ ਗਏ ਸੀ ਰੋਜੀ ਰੋਟੀ ਕਮਾਉਣ, ਉਹ ਕੋਈ ਦੇਸ਼ ਵਿਰੋਧੀ ਨਹੀਂ ਸੀ, ਲੇਕਿਨ ਕਿਸੇ ਨੇ ਰਸਤਾ ਦਿਖਾਤਾ ਵਕੀਲ ਨੇ ਕਿ ਜੀ ਤੁਸੀਂ ਪੋਲੀਟੀਕਲ ਅਸਾਈਲਮ ਲੈ ਲਓ। ਬਹੁਤ ਵੱਡੀ ਗਿਣਤੀ 'ਚ ਆ ਉਹ, 50,000 ਤੋਂ ਵੀ ਜ਼ਿਆਦਾ ਪੋਲੀਟੀਕਲ ਅਸਾਈਲਮ ਲੈ ਲਈ। ਹੁਣ ਦੇਸ਼ ਦੇ ਅੰਦਰ ਕਾਨੂੰਨ ਐਸਾ ਹੈ ਕਿ ਤੁਸੀਂ ਜੇ ਪੋਲੀਟੀਕਲ ਅਸਾਈਲਮ ਲੈ ਲਓਗੇ ਤਾਂ ਤੁਹਾਨੂੰ ਪਾਸਪੋਰਟ ਭਾਰਤ ਦਾ ਨਹੀਂ ਮਿਲ ਸਕਦਾ। ਹਜ਼ਾਰਾਂ ਲੋਕ, ਗੁਰਪ੍ਰੀਤ ਜੀ, 25-25 ਸਾਲ ਤੋਂ ਵਿਚਾਰੇ ਰੋਜੀ ਰੋਟੀ ਕਮਾਉਣ ਗਏ ਸੀ, ਉੱਥੇ ਬੈਠੇ ਆਪਣੇ ਪਰਿਵਾਰ ਕੋ ਵਾਪਸ ਨਹੀਂ ਆ ਸਕਦੇ ਸੀ। ਮੋਦੀ ਸਾਹਿਬ ਦੀ ਸਰਕਾਰ ਨੇ ਇੱਕ ਸਕਰੂਟਨਿੰਗ ਕਰਕੇ ਹਜ਼ਾਰਾਂ ਉਹਨਾਂ ਬੱਚਿਆਂ ਨੂੰ ਵਾਪਸ ਪਾਸਪੋਰਟ ਦਿੱਤਾ। ਜੋ ਬੱਚੇ ਨਹੀਂ ਰਸਤੇ, ਉਹ ਬਜ਼ੁਰਗ ਹੋ ਗਏ ਹੋਣੇ ਵਿੱਚੋਂ, ਕਈ ਬੱਚੇ ਵੀ ਸ਼ਾਦੀਆਂ ਹੋ ਗਈਆਂ। ਕਿੰਨੇ ਹਜ਼ਾਰ ਲੋਕਾਂ ਨੂੰ ਅਸੀਂ ਪਾਸਪੋਰਟ ਜਾਰੀ ਕੀਤਾ, ਪੰਜਾਬ 'ਚ ਵਾਪਸ ਆਓ। ਇਸ ਲਈ BJP ਨੂੰ ਕਹਿ ਦੇਣਾ ਇਹ ਪੰਜਾਬ ਵਿਰੋਧੀ ਹੈ। ਅਸੀਂ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਹੈ, ਪੰਜਾਬ ਦੇ ਸੁੱਖ, ਸ਼ਾਂਤੀ, ਅਮਨ ਸ਼ਾਂਤੀ ਦੀ ਗੱਲ ਅਸੀਂ ਹਮੇਸ਼ਾ ਪੰਜਾਬ 'ਚ ਕਰਦੇ ਰਹੇ। ਔਰ ਅਸੀਂ ਆਪਣੀ ਪੋਲੀਟੀਕਲ ਜਿਹਨੂੰ ਕਹਿੰਦੇ ਹਿੱਤ ਵੀ ਨਹੀਂ ਕਦੀ ਪਰਵਾਹ ਕੀਤੀ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੁੰਦਾ, ਤੁਸੀਂ ਉਹਨੂੰ ਪੋਲੀਟਿਕਸ ਨਾਲ ਲੈ ਕੇ ਜਾਓ, ਤੁਸੀਂ ਸਾਡੇ ਮਾਈਂਡ ਸੈਟ ਨੂੰ ਸਮਝੋ ਜੀ। 2007 'ਚ ਸਰਕਾਰ ਬਣੀ, ਅਕਾਲੀ ਦਲ ਕੋਲੇ ਸੀਟਾਂ ਪੂਰੀਆਂ ਨਹੀਂ ਸੀਗੀਆਂ, ਸ਼ਾਇਦ 48 ਸੀਟਾਂ ਆਈਆਂ ਸੀਗੀਆਂ ਉਹਨਾਂ ਕੋਲ, ਸਾਨੂੰ 19 ਸੀਟਾਂ ਆਈਆਂ ਸੀਗੀਆਂ, ਮਿਲ ਕੇ ਕੋਲੀਸ਼ਨ ਬਣ ਗਿਆ। ਕੋਲੀਸ਼ਨ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। ਦੁਨੀਆ 'ਚ ਕੋਈ ਕੋਲੀਸ਼ਨ ਮੈਨੂੰ ਐਸਾ ਦਿਖਾ ਦਿਓ, ਹਿੰਦੁਸਤਾਨ 'ਚ ਦਿਖਾ ਦਿਓ ਕਿ ਜਿੱਥੇ 2 ਪਾਰਟੀਆਂ ਮਿਲ ਕੇ ਸਰਕਾਰ ਬਣਾਉਣ, ਡਿਪੈਂਡੈਂਸ ਹੋਏ, ਫੁੱਲ ਮੈਜੋਰਿਟੀ ਵੀ ਨਹੀਂ ਹੈ, ਉੱਥੇ ਮੁੱਖ ਮੰਤਰੀ ਵੀ ਉਸੇ ਪਾਰਟੀ ਦਾ ਔਰ ਉਪ ਮੁੱਖ ਮੰਤਰੀ ਵੀ ਉਸੇ ਪਾਰਟੀ ਦਾ, ਔਰ ਉਸੇ ਪਾਰਟੀ ਦਾ ਹੀ ਨਹੀਂ, ਉਸੇ ਪਰਿਵਾਰ ਦਾ। ਕਿਉਂ? ਕਿਉਂਕਿ ਸਾਨੂੰ ਲੱਗਿਆ ਯਾਰ ਪੰਜਾਬ ਵਿਕਾਸ ਦੇ ਰਸਤੇ 'ਤੇ ਚੱਲ ਰਿਹਾ ਹੈ, ਪੰਜਾਬ 'ਚ ਸ਼ਾਂਤੀ ਆਈ ਹੈ, ਪੰਜਾਬ 'ਚ ਸਮਾਜਿਕ ਸਦਭਾਵ ਬਣਿਆ ਹੈ, ਏਕਤਾ ਬਣੀ ਹੈ, ਭਾਈਚਾਰਾ ਮਜ਼ਬੂਤ ਹੋ ਰਿਹਾ। ਕੋਈ ਗੱਲ ਨਹੀਂ,
ਉਪ ਮੁੱਖ ਮੰਤਰੀ ਕਿਆ ਖਾਸ ਗੱਲ ਹੈ। ਬਹੁਤ ਵਾਰ ਅਸੀਂ ਆਪਣੇ ਬਹੁਤ ਸਾਰੇ ਇਸ਼ੂਜ਼ ਜਿਹੜੇ ਸੀਗੇ ਅਸੀਂ ਉਹ ਵੀ ਪੋਲੀਟੀਕਲ ਹਿੱਤ ਵੀ ਕੁਰਬਾਨ ਕੀਤੇ ਜਸਟ ਟੂ ਇੰਸ਼ੋਰ ਦੀ ਪੀਸ ਐਂਡ ਕਮਿਊਨਲ ਹਾਰਮੋਨੀ ਆਫ ਪੰਜਾਬ। ਕਿਆ ਇਹ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਹੈ? ਕਿਆ ਅਸੀਂ ਪੰਜਾਬ ਵਿਰੋਧੀ ਹੋ ਗਏ ਇਹਦੇ ਨਾਲ? ਇਸ ਕਰਕੇ ਸਾਨੂੰ ਇਹਨਾਂ ਸਾਰੇ ਕੰਟੈਕਸਟ, ਮੈਂ ਤੁਹਾਨੂੰ 2-3 ਉਦਾਹਰਨਾਂ ਦੱਸੀਆਂ, ਮੈਂ ਤੁਹਾਨੂੰ ਕਈ ਉਦਾਹਰਨਾਂ ਦੇ ਸਕਦਾ ਐਸੀਆਂ। ਜਦੋਂ ਬੀਜੇਪੀ ਨੇ ਲਗਾਤਾਰ ਪੰਜਾਬ ਲਈ, ਔਰ ਅੱਜ ਵੀ ਸਾਡੀ ਕਮਿਟਮੈਂਟ ਆ ਦੇਖੋ ਪੰਜਾਬ ਲਈ ਵੀ ਹੈ, ਪੰਜਾਬੀ ਲਈ ਵੀ ਹੈ, ਪੰਜਾਬੀਅਤ ਲਈ ਵੀ ਹੈ, ਅਸੀਂ ਹਮੇਸ਼ਾ ਉਹਦੇ ਹਾਮੀ ਪਏ ਹਾਂ। ਕਮਿਟਮੈਂਟ ਮੈਨੂੰ ਸੁਭਾਅ ਜੀ ਚੇਤਾ ਆ ਗਿਆ, ਇਸੇ ਹੀ ਆ ਜਿਹੜਾ ਸੈਸ਼ਨ ਲੰਘ ਕੇ ਗਿਆ ਜੰਮੂ ਕਸ਼ਮੀਰ ਚੋਂ ਪੰਜਾਬੀ ਚੱਕਤੀ। ਬਹੁਤ ਅੱਛਾ ਵਿਸ਼ੇ ਤੁਸੀਂ ਉਠਾਇਆ। ਉਹ ਕੀ ਲੋੜ ਪਈ ਸੀ ਜਦੋਂ ਬੰਦੇ ਉੱਤੇ ਪੰਜਾਬੀ ਬੋਲਦੇ ਆ, ਪਤਾ ਆਪਾਂ ਨੂੰ। ਬਹੁਤ ਅੱਛਾ ਤੁਸੀਂ ਬਹੁਤ ਅੱਛਾ ਵਿਸ਼ੇ ਉਠਾਇਆ। ਮੈਨੂੰ ਇਹ ਦੱਸੋ, ਜੰਮੂ ਕਸ਼ਮੀਰ ਨੂੰ ਭਾਰਤ 'ਚ ਸ਼ਾਮਿਲ ਹੋਏ, ਦੇਸ਼ ਦੀ ਆਜ਼ਾਦੀ ਸ਼ਾਮਿਲ ਹੋ ਗਿਆ ਸੀ ਜੀ। ਅੱਜ ਤੱਕ ਕਿਆ ਪੰਜਾਬੀ ਉੱਥੇ ਸੀਗੀ? ਉੱਥੇ ਸਿਰਫ ਉਰਦੂ ਔਰ ਇੰਗਲਿਸ਼ 2 ਹੀ ਸਰਕਾਰੀ ਭਾਸ਼ਾਵਾਂ ਸੀ ਗੁਰਪ੍ਰੀਤ ਜੀ। ਪੰਜਾਬੀ ਮੈਂ ਗੱਲ ਕਰਦਾ ਬੋਲਣ ਦੀ, ਬੋਲਦੇ ਹੁਣ ਵੀ ਰਹੇ ਆ। ਹੁਣ ਕੀ ਮੈਂ ਮੇਰੇ ਗੱਲ ਦਾ ਜਵਾਬ ਤਾਂ ਸੁਣ ਲਓ ਨਾ। ਜੀ ਜੀ ਜੀ। ਅੱਜ ਤੱਕ ਤਾਂ ਪੰਜਾਬੀ ਉੱਥੇ ਨਹੀਂ ਸੀ ਜੀ। ਸਰਕਾਰ ਦੀ ਪ੍ਰਾਇੋਰਟੀ 'ਚ ਵੀ ਪੰਜਾਬੀ ਨਹੀਂ ਸੀ। ਠੀਕ ਹੈ, ਸਰਕਾਰ ਰਹੀਆਂ, ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ। ਨਹੀਂ, ਪਰ ਤੁਹਾਡੀ ਭਾਈਵਾਲ ਸਾਡੀ ਸਰਕਾਰ ਆਈ, ਮੈਂ ਦੱਸਣ ਲੱਗਾ। ਤੁਹਾਡੀ ਭਾਈਵਾਲ ਪਾਰਟੀ ਦਾ ਇਲਜ਼ਾਮ ਆ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਉੱਥੇ ਪਾਰਲੀਮੈਂਟ 'ਚ ਵੀ ਬੋਲਿਆ ਸੀ। ਉਹ ਕਹਿੰਦੇ ਵੀ ਜੇ ਹੁਣ ਤੱਕ ਉੱਥੇ ਜੰਮੂ ਕਸ਼ਮੀਰ 'ਚ ਪੰਜਾਬੀ ਸੀ, ਫਰੂਕ ਅਬਦੁੱਲਾ ਸਾਹਿਬ ਪੰਜਾਬੀ ਬੋਲਦੇ ਚੰਗੀ ਭਲੀ, ਤੇ ਬੀਜੇਪੀ ਕਿਉਂ ਚੱਕਦੀ ਆ ਅੰਗਰੇਜ਼ੀ? ਨਹੀਂ, ਇਹੀ ਤਾਂ ਮੈਂ ਕਹਿ ਰਿਹਾ। ਕਿੱਥੇ ਪੰਜਾਬੀ ਸੀ ਜਿਹੜੀ ਅਸੀਂ ਚੱਕੀ ਹੈ? ਕਿਆ ਪੰਜਾਬੀ ਸਰਕਾਰੀ ਭਾਸ਼ਾ ਸੀ ਉੱਥੇ ਜਿਹੜੀ ਅਸੀਂ ਚੱਕਤੀ? ਬਿਲਕੁਲ ਨਹੀਂ ਸੀਗੀ। ਮੈਂ ਇਸੇ ਗੱਲ ਤੇ ਆਉਣ ਲੱਗਾ, ਪੰਜਾਬੀ ਤਾਂ ਕੋਈ ਵੀ ਬੋਲ ਸਕਦਾ, ਸਭ ਬੋਲ ਰਹੇ ਆ। ਉੱਥੇ ਕੀ ਹੈ, ਇਹੀ ਮਿਸ ਇਨਫੋਰਮੇਸ਼ਨ ਹੈ ਬੇਸਿਕਲੀ। ਉਰਦੂ ਤੇ ਅੰਗਰੇਜ਼ੀ ਸਰਕਾਰੀ ਭਾਸ਼ਾਵਾਂ ਸੀਗੀਆਂ। ਹੁਣ ਸਾਨੂੰ ਇਹ ਲੱਗਿਆ ਕਿ ਜਿਹੜੀਆਂ ਉੱਥੋਂ ਦੀਆਂ ਸਥਾਨਕ ਭਾਸ਼ਾਵਾਂ ਨੇ, ਕਸ਼ਮੀਰੀ ਸਥਾਨਕ ਭਾਸ਼ਾ ਹੈ, ਕਸ਼ਮੀਰੀ ਜੰਮੂ ਕਸ਼ਮੀਰ ਕਸ਼ਮੀਰੀ ਇੰਪੋਰਟੈਂਟ ਭਾਸ਼ਾ ਹੈ, ਡੋਗਰੀ ਤੇ ਪੰਜਾਬੀ ਭਾਸ਼ਾ ਦੀ ਉਪਬੋਲੀ ਹੈ, ਡੋਗਰੀ ਉੱਥੋਂ ਦੀ ਸਥਾਨਕ ਭਾਸ਼ਾ ਹੈ, ਔਰ ਹਿੰਦੀ ਕਿਉਂਕਿ ਰਾਸ਼ਟਰੀ ਭਾਸ਼ਾ ਹੈ। ਇਹਨਾਂ 3 ਭਾਸ਼ਾਵਾਂ ਨੂੰ ਵੀ ਅੰਗਰੇਜ਼ੀ ਔਰ ਉਰਦੂ ਦੇ ਨਾਲ ਸਰਕਾਰੀ ਭਾਸ਼ਾ ਦਾ ਦਰਜਾ ਦੇ ਦਿਓ। ਪੰਜਾਬੀ ਪਹਿਲਾਂ ਵੀ ਨਹੀਂ ਸੀ। ਲੇਕਿਨ ਜਿਸ ਗੱਲ ਤੇ ਮੈਂ ਆਉਣ ਲੱਗਾ, ਜਦੋਂ ਹੁਣ ਪਾਰਲੀਮੈਂਟ 'ਚ ਬਿੱਲ ਆਇਆ, ਸਪੈਸ਼ਲ ਇੱਕ ਕਲੌਜ਼ ਐਡ ਕੀਤਾ ਹੈ ਕਿ ਜਿਹੜੀ ਸਰਕਾਰ ਆ ਜੰਮੂ ਕਸ਼ਮੀਰ ਦੀ, ਜਿਹੜਾ ਐਡਮਿਨਿਸਟ੍ਰੇਟਰ ਹੈ ਯੂਟੀ ਦਾ, ਕਿਉਂਕਿ ਉੱਥੇ ਯੂਨੀਅਨ ਟੈਰੇਟਰੀ ਹੈ, ਉਹ ਇਨਸ਼ੋਰ ਕਰੇਗਾ ਕਿ ਪੰਜਾਬੀ ਦੀ ਡਿਵੈਲਪਮੈਂਟ ਹੋਏ, ਪੰਜਾਬੀ ਲਈ ਇਨਫਰਾਸਟ੍ਰਕਚਰ ਡਿਵੈਲਪ ਹੋਏ ਔਰ ਪੰਜਾਬੀ ਦੀ ਪ੍ਰਮੋਸ਼ਨ ਹੋਏ। ਇਹਨੂੰ ਇਨਸ਼ੋਰ ਕਰੇਗਾ। ਇਹਨੂੰ ਐਕਟ 'ਚ ਪਾਇਆ ਹੈ। ਪਹਿਲਾਂ ਨਹੀਂ ਸੀ ਕਿਸੇ ਵੀ ਸਰਕਾਰੀ ਤੰਤਰ 'ਚ ਹੁਣ ਤੱਕ ਪਿਛਲੇ 73 ਸਾਲ ਦੱਸ ਦਿਓ ਪੰਜਾਬੀ ਦਾ ਜ਼ਿਕਰ ਹੋਵੇ ਉੱਥੇ। ਅਸੀਂ ਐਕਟ 'ਚ ਪਾਤਾ ਕਿ ਪੰਜਾਬੀ ਨੂੰ ਪ੍ਰਮੋਟ ਕਰਨਾ, ਪੰਜਾਬੀ ਦਾ ਇਨਫਰਾਸਟ੍ਰਕਚਰ ਡਿਵੈਲਪ ਕਰਨਾ, ਪੰਜਾਬੀ ਨੂੰ ਸਟਰੈਂਥਨ ਕਰਨਾ, ਐਕਟ ਦਾ ਹਿੱਸਾ ਬਣਾਤਾ ਜਿਹੜਾ ਨਵਾਂ ਪਾਰਲੀਮੈਂਟ 'ਚ ਕਾਨੂੰਨ ਆਇਆ। ਕਿਆ ਇਹ ਸਾਡੀ ਉਪਲਬਧੀ ਨਹੀਂ ਹੈ? ਅੱਜ ਤੋਂ 75 ਸਾਲ ਤੱਕ ਤਾਂ ਨਹੀਂ ਸੀ। ਇਹ ਫਾਰੂਕ ਅਬਦੁੱਲਾ ਸਾਹਿਬ ਔਰ ਬਾਦਲ ਸਾਹਿਬ ਦੀ ਦੋਸਤੀ ਸੀ। ਕਿਉਂ ਨਹੀਂ? ਮੈਂ ਕਹਿੰਦਾ ਇੰਨੀ ਲਾਈਨ ਉਦੋਂ ਲਿਖਵਾ ਦਿੰਦੇ ਕਿ ਪੰਜਾਬੀ ਨੂੰ ਪ੍ਰਮੋਟ ਕਰਾਂਗੇ। ਸਾਡੀ ਸਰਕਾਰ ਨੇ ਲਿਖੀ ਹੈ ਨਾ ਕਿ ਪੰਜਾਬੀ ਨੂੰ ਪ੍ਰਮੋਟ ਕਰਾਂਗੇ, ਐਕਟ 'ਚ ਪਾ ਕੇ ਲਿਖੀ ਹੈ, ਕੋਈ ਗੱਲੀ ਬਾਤ ਨਹੀਂ ਲਿਖੀ ਹੈ। ਸੋ ਇਸ ਕਰਕੇ ਚੀਜ਼ਾਂ ਨੂੰ ਉਸ ਕੰਟੈਕਸਟ ਸਮਝਣਾ ਚਾਹੀਦਾ ਸਾਨੂੰ। ਚਲੋ, ਮੈਂ ਇਸੇ ਲਈ ਅੱਜ ਤੁਹਾਨੂੰ ਇੱਥੇ ਸੱਦਾ ਦਿੱਤਾ ਕਿ ਤੁਸੀਂ ਵੀ ਆਪਣੀ ਗੱਲ ਜ਼ਰੂਰ ਕਹੋ। ਅੱਛਾ, ਇੱਕ ਚੀਜ਼ ਦੱਸੋ, ਤੁਹਾਡੇ ਭਾਈਵਾਲ ਜਿਹੜੇ ਨੇ ਉਹ ਇਸ ਵਕਤ ਬਹੁਤ ਗੁੱਸੇ 'ਚ ਨੇ ਤੁਹਾਡੇ ਤੇ। ਇਹ ਕਿਉਂ ਨਹੀਂ ਮੰਨੀ ਉਹਨਾਂ ਦੀ ਗੱਲ ਤੁਸੀਂ, ਜਦੋਂ ਇੰਨਾ ਚਿਰ ਤੁਹਾਨੂੰ ਸਮਝਾਉਂਦੇ ਰਹੇ ਹੋ? ਇਹ ਵੀ ਬੜਾ ਇੰਟਰਸਟਿੰਗ ਕੁਐਸਚਨ ਹੈ ਗੁਰਪ੍ਰੀਤ ਜੀ। ਸਾਨੂੰ ਨਹੀਂ ਸਮਝਾਉਂਦੇ ਰਹੇ, ਉਹ 3 ਮਹੀਨੇ ਪੰਜਾਬ ਦੀ ਜਨਤਾ ਨੂੰ ਸਮਝਾਉਂਦੇ ਰਹੇ ਕਿ ਇਹ ਬਿੱਲ ਬਹੁਤ ਅੱਛੇ ਨੇ। ਮੈਂ ਕੋਈ ਗਲਤ ਗੱਲ ਨਹੀਂ ਕਹਿ ਰਿਹਾ। ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਇੰਟਰਵਿਊ ਦੇਖ ਲਓ। ਗੱਲ ਨੂੰ ਸ਼ੁਰੂ ਕਰ ਲੈਂਦੇ ਹਾਂ। ਚਲੋ, ਇਹ ਸਾਡੇ ਤੇ ਇਲਜ਼ਾਮ ਲਾ ਰਹੇ ਨੇ ਕਿ ਬਈ ਬੀਜੇਪੀ ਨੇ ਸਾਡੀ ਗੱਲ ਨਹੀਂ ਸੁਣੀ, ਅਸੀਂ ਕਿਸਾਨਾਂ ਦੀ ਪਾਰਟੀ ਹਾਂ। ਪਹਿਲਾਂ ਮੈਂ ਇਹਦੇ 'ਚ ਇੱਕ ਗੱਲ ਹੋਰ ਜੋੜ ਦਿਆਂ, ਕਈ ਵਾਰ ਨਾ ਚੀਜ਼ਾਂ ਨੂੰ ਪੂਰੇ ਕੰਟੈਕਸਟ ਦੇਖਣਾ ਪੈਂਦਾ ਹੈ। ਬਿਲਕੁਲ ਕਿਸਾਨਾਂ ਦੀ ਪਾਰਟੀ ਹੈ ਅਕਾਲੀ ਦਲ। ਅਕਾਲੀ ਦਲ ਦੇ ਇਸ ਵੇਲੇ 2 MP ਨੇ ਲੋਕ ਸਭਾ 'ਚ, 2 ਰਾਜ ਸਭਾ 'ਚ ਨੇ, ਉਹ 'ਚੋਂ ਇੱਕ ਬਾਗੀ ਹੋ ਗਏ। ਚਾਰਾਂ ਨੂੰ ਕਿਸਾਨ ਵੀ ਮੰਨ ਲਈਏ ਜੀ, 4 ਕਿਸਾਨ MP ਹੋ ਗਏ ਨਾ। ਮੈਂ ਤੁਹਾਡੀ ਜਾਣਕਾਰੀ ਲਈ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ, ਭਾਰਤੀ ਜਨਤਾ ਪਾਰਟੀ ਦੇ 302 MPਆਂ 'ਚੋਂ ਲਗਭਗ 200 MP ਨੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ। ਸਾਡੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਜੀ ਆਪ ਖੇਤੀ ਕਰਦੇ ਨੇ ਹੱਲੇ ਵੀ ਜ਼ਮੀਨ ਤੇ। ਅਸੀਂ ਕਿਸਾਨਾਂ ਦੀ ਸਭ ਤੋਂ ਵੱਡੀ ਪਾਰਟੀ ਹੈ ਹਿੰਦੁਸਤਾਨ ਦੀ। ਇੱਕ ਗੱਲ ਹੈ। ਦੂਜੀ ਗੱਲ, ਇਹ ਆਰਡੀਨੈਂਸ ਕੈਬਨਿਟ 'ਚ ਆਏ। ਦੇਖੋ, ਜਦੋਂ ਕੈਬਨਿਟ 'ਚ ਕੋਈ ਚੀਜ਼ ਆਉਂਦੀ ਹੈ, ਹਰੇਕ ਕੈਬਨਿਟ ਦੇ ਮੈਂਬਰ ਨੂੰ ਇਹ ਅਧਿਕਾਰ ਹੁੰਦਾ ਹੈ ਕਿ ਉਹ ਆਪਣੀ ਓਪੀਨੀਅਨ ਦੇ ਜੀ। ਸੰਵਿਧਾਨ ਨੇ ਅਧਿਕਾਰ ਦਿੱਤਾ ਹੈ। ਮੰਨ ਲਓ ਕੈਬਨਿਟ ਨੇ ਕੋਈ ਚੀਜ਼ ਪਾਸ ਕੀਤੀ, ਮੈਨੂੰ ਪਸੰਦ ਨਹੀਂ ਹੈ, ਮੇਰੇ ਕੋਲ ਇਹ ਅਧਿਕਾਰ ਹੈ ਕਿ ਮੈਂ ਉੱਤੇ ਡਾਈਸੈਂਟ ਦੇ ਦਿਆਂ। ਮੈਂ ਡਾਈਸੈਂਟ ਨੋਟ ਦੇ ਸਕਦਾ। ਉਹ ਪਾਸ ਹੋ ਜਾਏਗਾ ਕੈਬਨਿਟ 'ਚ, ਲੇਕਿਨ ਕਿਉਂਕਿ ਮੈਨੂੰ ਅੱਛਾ ਨਹੀਂ ਲੱਗਿਆ, ਇਸ ਕਰਕੇ ਮੈਨੂੰ ਡਾਈਸੈਂਟ ਦੇਣ ਦਾ ਅਧਿਕਾਰ ਹੈ। ਔਰ ਬਹੁਤ ਵਾਰ ਐਸਾ ਹੋਇਆ ਕਿ ਕੈਬਨਿਟ ਨੇ ਕੋਈ ਚੀਜ਼ ਪਾਸ ਕੀਤੀ ਔਰ ਕਿਸੇ ਇੱਕ ਮਿਨਿਸਟਰ ਨੇ, 2 ਮਿਨਿਸਟਰ ਨੇ ਉਹਦੇ 'ਤੇ ਡਾਈਸੈਂਟ ਨੋਟ ਦਿੱਤਾ। ਕਿਆ ਹਰਸਿਮਰਤ ਬਾਦਲ ਜੀ ਨੇ ਉਦੋਂ ਡਾਈਸੈਂਟ ਨੋਟ ਦਿੱਤਾ? ਇਹ ਤਾਂ ਤੁਸੀਂ ਦੱਸਣਾ। ਉਹ ਤਾਂ ਕਹਿੰਦੇ ਮੈਂ ਮੋਦੀ ਸਾਹਿਬ ਨਾਲ ਲੜੀ। ਦੇਖੋ, ਅੰਦਰ ਕੀ ਹੋਇਆ ਨਾ ਤੁਸੀਂ ਜਾਣਦੇ ਹੋ ਨਾ ਮੈਂ ਜਾਣਦਾ।
ਕੁਝ ਵੀ ਕਹਿ ਸਕਦੇ ਹੋ। ਅਸੀਂ ਤੇ ਦੇਖਾਂਗੇ ਕਿਆ ਡਾਈਸੈਂਟ ਨੋਟ ਦਿੱਤਾ। ਲੜਨ ਦੀ ਕੀ ਜ਼ਰੂਰਤ ਹੈ ਜੀ? ਲੜਨ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਮੈਂ ਤੁਹਾਡੇ ਨਾਲ ਲੜਨ ਦੀ ਮੈਨੂੰ ਕੀ ਜ਼ਰੂਰਤ ਹੈ? ਮੈਂ ਆਪਣੇ ਕਾਗਜ਼ ਲੈ ਕੇ ਤੁਹਾਡੇ ਸਾਹਮਣੇ ਰੱਖ ਦੂੰਗਾ। ਮੈਨੂੰ ਕੋਈ ਚੀਜ਼ ਨਹੀਂ ਪਸੰਦ, ਮੈਂ ਕਹੂੰਗਾ ਜੀ ਮੇਰਾ ਡਾਈਸੈਂਟ ਨੋਟ ਕਰ ਲਓ। ਮੈਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ 'ਚ ਹਾਂ, ਮੈਂ ਬਹੁਤ ਸਾਰੀਆਂ ਸਰਕਾਰੀ ਕਮੇਟੀਆਂ 'ਚ ਹਾਂ, ਬਹੁਤ ਸਾਰੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ, ਠੀਕ ਹੈ ਜੀ, ਫੈਸਲਾ ਕਰ ਲਿਆ, ਮੇਰਾ ਡਾਈਸੈਂਟ ਨੋਟ ਕੋ ਡਾਈਸੈਂਟ ਨੋਟ ਰਿਕਾਰਡ ਕਰਾਈਦਾ। ਕਿਉਂ? ਕਾਗਜ਼ ਪਿਆ ਰਹੇ, ਸੁਭਾਸ਼ ਸ਼ਰਮਾ ਨੇ ਡਾਈਸੈਂਟ ਦਿੱਤਾ ਸੀ। ਕਿਆ ਹਰਸਿਮਰਤ ਬਾਦਲ ਨੇ ਡਾਈਸੈਂਟ ਦਿੱਤਾ? ਨਹੀਂ ਦਿੱਤਾ। ਉਹਦੇ ਬਾਅਦ ਬਿੱਲ ਆ ਗਏ, ਆਰਡੀਨੈਂਸ ਆ ਗਏ। ਆਰਡੀਨੈਂਸ ਆਉਣ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜੀ ਆਰਡੀਨੈਂਸ ਤੇ ਬਹੁਤ ਚੰਗੇ ਨੇ, ਨਰਿੰਦਰ ਤੋਮਰ ਜੀ ਇੱਕ ਪ੍ਰੈਸ ਕਾਨਫਰੰਸ ਕਰ ਦੇਣ, ਕਿਉਂਕਿ ਕਾਂਗਰਸ ਇਹ ਭਰਮ ਫੈਲਾ ਰਹੀ ਹੈ ਕਿ ਐਮਐਸਪੀ ਖਤਮ ਹੋ ਜਾਏਗੀ, ਹਾਲਾਂਕਿ ਬਿੱਲਾਂ 'ਚ ਕਿਤੇ ਲਿਖਿਆ ਨਹੀਂ। ਅਸੀਂ ਵੀ ਕਨਵਿੰਸਡ ਹੈ। ਅਸੀਂ ਨਰਿੰਦਰ ਤੋਮਰ ਜੀ ਦੀ ਪ੍ਰੈਸ ਕਾਨਫਰੰਸ ਕਰਾਤੀ, ਜਿਹਦੇ 'ਚ ਤੋਮਰ ਜੀ ਨੇ ਬੜਾ ਸਪਸ਼ਟ ਕਿਹਾ ਐਮਐਸਪੀ ਸੀ, ਐਮਐਸਪੀ ਹੈ, ਐਮਐਸਪੀ ਰਹੇਗੀ, ਸਰਕਾਰੀ ਮੰਡੀ ਰਹੇਗੀ, ਸਰਕਾਰੀ ਖਰੀਦ ਰਹੇਗੀ। ਇਹ ਖੁਸ਼ ਹੋ ਗਏ ਬਿਲਕੁਲ ਕਿ ਬਿਲਕੁਲ ਠੀਕ ਗੱਲ ਹੋ ਗਈ ਹੈ, ਸਾਰਾ ਸਾਡਾ ਖਦਸ਼ੇ ਦੂਰ ਹੋ ਗਏ। ਸਾਡੇ ਨਹੀਂ, ਕਿਸਾਨਾਂ ਦੇ ਖਦਸ਼ੇ ਸਾਨੂੰ ਤਾਂ ਪਹਿਲਾਂ ਵੀ ਨਹੀਂ ਸੀ। ਉਸ ਤੋਂ ਬਾਅਦ ਲਗਾਤਾਰ 2 ਮਹੀਨੇ ਬਿੱਲਾਂ ਦੇ ਉੱਪਰ ਇਹ ਹਰਸਿਮਰਤ ਬਾਦਲ ਜੀ, ਸੁਖਬੀਰ ਬਾਦਲ ਜੀ, ਦਲਜੀਤ ਚੀਮਾ ਜੀ, ਸਾਰੀ ਲੀਡਰਸ਼ਿਪ ਟੀਵੀ ਡਿਬੇਟ ਤੇ ਜਾ ਕਰਕੇ ਬਿੱਲਾਂ ਦਾ ਸਮਰਥਨ ਕਰਦੇ ਰਹੇ। ਫਿਰ ਆਲ ਪਾਰਟੀ ਮੀਟਿੰਗ ਆ ਗਈ। ਤੁਸੀਂ ਉਸ ਆਲ ਪਾਰਟੀ ਮੀਟਿੰਗ ਦੇ ਮਿੰਟ ਕਢਾ ਕੇ ਦੇਖ ਲਓ। ਆਲ ਪਾਰਟੀ ਮੀਟਿੰਗ 'ਚ ਜਦੋਂ ਬਲਰਾਮ ਜਾਖੜ ਜੀ ਨੇ, ਅਮਰਿੰਦਰ ਸਿੰਘ ਜੀ ਨੇ, ਭਗਵੰਤ ਮਾਨ ਨੇ, ਇਹਨਾਂ ਨੇ ਬਹੁਤ ਸ਼ੋਰ ਮਚਾਇਆ, ਇਹੀ ਸਾਰੇ ਭਰਮ ਜੀ, ਐਮਐਸਪੀ ਖਤਮ ਹੋ ਜਾਏਗੀ। ਸੁਨੀਲ ਜਾਖੜ ਨਾ ਸੌਰੀ, ਸੁਖਬੀਰ ਸਿੰਘ ਬਾਦਲ ਦੀ ਵਾਰੀ ਸਾਡੇ ਤੋਂ ਪਹਿਲਾਂ ਸੀ, ਵੱਡੀ ਪਾਰਟੀ ਹੈ ਸਾਡੇ ਨਾਲੋਂ ਪੰਜਾਬ 'ਚ। ਅੱਧਾ ਘੰਟਾ ਉਹਨਾਂ ਨੇ ਬਿੱਲਾਂ ਨੂੰ ਆਲ ਪਾਰਟੀ ਮੀਟਿੰਗ 'ਚ ਡਿਫੈਂਡ ਕੀਤਾ। ਇੱਕ ਕਲੌਜ਼ ਦਾ ਮੈਂ ਅੱਜ ਕਾਗਜ਼ ਲੈ ਕੇ ਆਇਆ ਨਾ ਤੁਹਾਡੇ 'ਚ, ਉਹ ਪੂਰਾ ਬਿੱਲਾਂ ਦੇ ਕਾਗਜ਼ ਲੈ ਕੇ ਗਏ ਸੀ। ਇੱਕ ਕਲੌਜ਼ ਕਿਵੇਂ ਕਿਸਾਨਾਂ ਦੇ ਹਿੱਤ 'ਚ ਹੈ। ਜਿਹੜਾ ਕਾਂਗਰਸ ਨੇ 2017 ਦਾ ਮੰਡੀ ਐਕਟ ਸੰਸ਼ੋਧਨ ਕਰਕੇ ਪੰਜਾਬ 'ਚ ਆਲਰੇਡੀ ਸਭ ਕੁਝ ਲਾਗੂ ਕੀਤਾ ਸੀ, ਸਾਰੀਆਂ ਚੀਜ਼ਾਂ ਉਹਨਾਂ ਨੇ ਮੀਟਿੰਗ 'ਚ ਕੀਆਂ ਕਿ ਤੁਸੀਂ ਤੇ ਆਪ ਕਰੀ ਬੈਠੇ ਹੋ, ਇਹ ਬਿੱਲ ਜਿਹੜੇ ਆ ਬਹੁਤ ਚੰਗੇ ਨੇ, ਕਾਨੂੰਨ ਚੰਗੇ ਨੇ। ਗੱਲ ਹੋ ਗਈ। ਫਿਰ ਅੱਗੇ ਵਧੀ। ਫਿਰ ਜਦੋਂ ਸੈਸ਼ਨ ਆਉਣਾ ਸੀ, ਇਹਨਾਂ ਨੇ ਕਿਹਾ ਕਿ ਨਰਿੰਦਰ ਤੋਮਰ ਜੀ ਨੂੰ ਚਿੱਠੀ ਲਿਖੀ ਕਿ ਜੀ ਤੁਸੀਂ ਗੱਲੀ ਬਾਤੀ ਤਾਂ ਕਹਿ ਦਿੱਤਾ, ਪ੍ਰੈਸ ਕਾਨਫਰੰਸ ਕਰਕੇ ਵੀ ਕਹਿ ਦਿੱਤਾ, ਲੇਕਿਨ ਤੁਸੀਂ ਸਾਨੂੰ ਲਿਖ ਕੇ ਵੀ ਦੇ ਦਿਓ ਤਾਂ ਕਿ ਅਸੀਂ ਜਰਾ ਹੋਰ ਹਿੰਮਤ ਨਾਲ ਗੱਲ ਕਰ ਸਕੀਏ। ਇਹਨਾਂ ਨੇ ਚਿੱਠੀ ਪਾਈ, ਨਰਿੰਦਰ ਤੋਮਰ ਜੀ ਨੇ ਲਿਖ ਕੇ ਇਹਨਾਂ ਨੂੰ ਜਵਾਬ ਦਿੱਤਾ, ਜੋ ਇਹਨਾਂ ਨੇ ਗੱਲਾਂ ਕਹੀਆਂ ਸੀ, ਐਮਐਸਪੀ ਰਹੇਗੀ, ਮੰਡੀ ਰਹੇਗੀ, ਖਰੀਦ ਸਰਕਾਰੀ ਹੁੰਦੀ ਰਹੇਗੀ। ਚਿੱਠੀ ਆਉਣ ਤੋਂ ਬਾਅਦ ਸੁਖਬੀਰ ਬਾਦਲ ਜੀ ਨੇ ਪ੍ਰੈਸ ਕਾਨਫਰੰਸ ਕੀਤੀ। ਮੈਨੂੰ ਪਤਾ ਨਹੀਂ ਪ੍ਰਾਈਮ ਮਿਨਿਸਟਰ ਨੇ ਕਵਰ ਕੀਤਾ ਕਿ ਨਹੀਂ ਕੀਤਾ। ਪ੍ਰੈਸ ਕਾਨਫਰੰਸ ਕਰਕੇ ਕਿਹਾ ਦੇਖੋ ਜੀ ਤੋਮਰ ਜੀ ਨੇ ਚਿੱਠੀ ਲਿਖਤੀ ਹੈ, ਬਿਲਕੁਲ बढ़िया है, सारे बिल बहुत अच्छे हैं, कानून बड़े अच्छे हैं। सरदार प्रकाश सिंह बादल ने क्या प्रेस जा करके कि मैनू समझ नहीं आई कि 3 महीने ਜਿਹੜੇ ਕਾਨੂੰਨਾਂ ਦਾ ਇੱਕ ਕਲੌਜ਼ ਕਿਸਾਨਾਂ ਦੇ ਹਿੱਤ 'ਚ ਸੀ, ਉਹ ਪਾਰਲੀਮੈਂਟ 'ਚ ਆਉਣ ਤੋਂ ਬਾਅਦ ਉਹ 'ਚ ਕੋਈ ਚੇਂਜ ਤਾਂ ਹੋਈ ਨਹੀਂ। ਉਹੀ ਆਰਡੀਨੈਂਸ ਐਜ਼ ਇਟ ਇਜ਼ ਵਰਡ ਬਾਈ ਵਰਡ ਸੰਸਦ 'ਚ ਆਇਆ, ਕਾਨੂੰਨ ਦੇ ਰੂਪ 'ਚ। ਜਦੋਂ ਬਿੱਲ ਪੇਸ਼ ਹੋਇਆ, ਆਰਡੀਨੈਂਸ ਐਜ਼ ਇਟ ਇਜ਼ ਬਿੱਲ ਦੇ ਰੂਪ 'ਚ ਪੇਸ਼ ਹੋ ਗਿਆ। ਰਾਤੋਂ ਰਾਤ ਉਹ ਕਲੌਜ਼ ਕਿਸਾਨ ਵਿਰੋਧੀ ਕਿਵੇਂ ਹੋ ਗਏ, ਰਾਤੋਂ ਰਾਤ ਉਹ ਕਾਲੇ ਕਾਨੂੰਨ ਕਿਵੇਂ ਬਣ ਗਏ, ਮੈਨੂੰ ਅੱਜ ਤੱਕ ਸਮਝ ਨਹੀਂ ਆਇਆ। ਇਹ ਬੜਾ $1 ਬਿਲੀਅਨ ਕੁਐਸਚਨ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਜੀ ਕਦੀ ਸਮਝਾਣਗੇ, ਜੋ ਮਰਜ਼ੀ ਕਹੀ ਜਾਣ। ਅਸਲੀਅਤ ਇਹ ਹੈ ਗੁਰਪ੍ਰੀਤ ਜੀ ਕਿ ਅਸੀਂ ਬਿਲਕੁਲ ਉਹਨਾਂ ਨੂੰ ਕੌਨਫੀਡੈਂਸ ਲਿਆ, ਇੱਕ ਚੀਜ਼ ਜੋ ਕਹਿੰਦੇ ਰਹੇ ਅਸੀਂ ਉਹਦਾ ਰਿਪਲਾਈ ਕਰਦੇ ਰਹੇ, ਅਸੀਂ ਉਹ ਸਾਰੇ ਖਦਸ਼ੇ ਦੂਰ ਕਰਨ ਦਾ ਪ੍ਰਯਾਸ ਕੀਤਾ। ਆਖਿਰ ਤੇ ਏਕਾਏਕ ਇਹਨਾਂ ਨੇ ਯੂ ਟਰਨ ਲਿਆ ਕਿ ਇਹ ਕਾਲਾ ਕਾਨੂੰਨ ਹੈ। ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀ, ਅਗਰ ਉਹ ਇਹ ਕੰਟਰੈਕਟ ਫਾਰਮਿੰਗ ਕਾਲਾ ਕਾਨੂੰਨ ਹੈ ਤੇ 2013 ਦਾ ਕੰਟਰੈਕਟ ਫਾਰਮਿੰਗ ਐਕਟ ਫਿਰ ਕੀ ਹੈ? ਭਈ ਅਗਰ ਕੰਟਰੈਕਟ ਫਾਰਮਿੰਗ ਤੇ ਕਾਨੂੰਨ ਬਣਾਉਣਾ ਕਾਲਾ ਕਾਨੂੰਨ ਹੈ, ਤੁਸੀਂ ਤਾਂ 2013 'ਚ ਬਣਾਇਆ ਹੋਇਆ ਹੈ, ਔਰ ਆਲਮੋਸਟ ਉਹੀ ਕਾਨੂੰਨ ਹੈ। ਮੈਂ ਨਹੀਂ ਕਹਿ ਰਿਹਾ, ਸਰਦਾਰਾ ਸਿੰਘ ਜੌਹਲ ਕਹਿ ਰਹੇ ਨੇ, ਜੋ ਦੇਸ਼ ਦੇ ਦੁਨੀਆ ਦੇ ਜਾਣੇ ਮਾਨੇ ਅਰਥ ਸ਼ਾਸਤਰੀ ਨੇ। ਸੁਭਾਸ਼ ਜੀ ਇੱਕ ਮੈਂ ਬੇਨਤੀ ਤੁਹਾਡੀ ਨਾਲ ਕਰਨੀ ਸੀ। ਜਿਹੜੀ ਕਿਸਾਨ ਇਹ ਕਹਿੰਦੇ ਆ ਕਿ ਵੀ ਉਹਦੇ 'ਚ ਐਮਐਸਪੀ ਪਾ ਦਿਓ, ਤੁਸੀਂ ਬਿੱਲ 'ਚ ਲਾ ਲਿਖ ਦਿਓ, ਉਹ ਨਹੀਂ ਲਿਖੀ, ਕਾਨੂੰਨ 'ਚ ਪਾ ਦਿਓ, ਇੱਕ ਲਾਈਨ ਪਾ ਦਿਓ ਕਿ ਐਮਐਸਪੀ ਉਹਦੇ 'ਚ ਰਹੇਗੀ, ਜੇ ਐਮਐਸਪੀ ਤੋਂ ਘੱਟ ਕੋਈ ਖਰੀਦੇਗਾ ਤੇ ਫਿਰ ਭਾਈ ਕਾਨੂੰਨੀ ਕਾਰਵਾਈ। ਫਿਰ ਲੋਕਾਂ ਨੂੰ ਵੀ ਯਕੀਨ ਆ ਜਾਏ ਵੀ ਭਾਵੇਂ ਪ੍ਰਾਈਵੇਟ ਖਰੀਦੇ ਭਾਵੇਂ ਸਰਕਾਰੀ ਖਰੀਦੇ, ਸਾਡੀ ਜਿਹੜੀ ਜਿਣਸ ਹੈ ਉਹ ਐਮਐਸਪੀ ਤੇ ਵਿਕ ਜੂਗੀ। ਫਿਰ ਇਹਦੇ ਤੇ ਕਿਉਂ ਨਹੀਂ ਆਉਂਦੀ ਬੀਜੇਪੀ? ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਹੁਣ ਤੱਕ ਐਮਐਸਪੀ ਦੇਸ਼ 'ਚ ਮਿਲ ਰਹੀ ਹੈ ਕਿਸਾਨ ਨੂੰ, ਮਿਲ ਰਹੀ ਹੈ ਨਾ ਜੀ। ਨਹੀਂ, ਉਹ ਵੀ ਤਾਂ 2 ਫਸਲਾਂ ਤੇ ਮਿਲ ਰਹੀ ਹੈ, 2 ਫਸਲਾਂ ਤੇ ਮਿਲ ਰਹੀ ਹੈ ਨਾ, ਪੰਜਾਬ ਹਰਿਆਣੇ 'ਚ, ਇਸ ਤੋਂ ਬਾਅਦ ਨਹੀਂ। ਜੇ ਤੁਸੀਂ ਕਾਨੂੰਨ ਬਣਾ ਦੋਗੇ, ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ, ਮੰਨ ਲਓ ਕਹਿੰਦੇ ਕਾਨੂੰਨ 'ਚ ਲਿਖ ਦਿਓ, ਫਿਰ ਵੀ ਨਹੀਂ ਮਿਲੇਗੀ। ਤੇ ਫਿਰ ਮੈਂ ਜਿਸ ਗੱਲ ਤੇ ਆਉਣਾ ਚਾਹੁੰਦਾ ਹੈ, ਐਮਐਸਪੀ ਹੁਣ ਤੱਕ ਕਿਵੇਂ ਮਿਲ ਰਹੀ ਹੈ ਬਿਨਾਂ ਕਾਨੂੰਨ ਤੋਂ? ਸਾਰੀਆਂ ਚੀਜ਼ਾਂ ਦੇਸ਼ 'ਚ, ਆਪਾਂ ਇੱਕ ਗੱਲ ਨੂੰ ਸਮਝੀਏ, ਕੁਝ ਚੀਜ਼ਾਂ ਐਕਟ ਬਣਦੇ ਆ। ਇਹ ਐਕਟ ਕਿਉਂ ਬਣਾਉਣ ਦੀ ਲੋੜ ਪਈ? ਸ਼ਾਇਦ ਇਹ ਵੀ ਨਾ ਲੋੜ ਪੈਂਦੀ। ਇਹ ਐਕਟ ਇਸ ਕਰਕੇ ਬਣਾਉਣ ਦੀ ਲੋੜ ਪਈ ਕਿ ਸਟੇਟਾਂ 'ਚ ਆਲਰੇਡੀ ਏਪੀਐਮਸੀ ਐਕਟ ਹੈ, ਆਲਰੇਡੀ ਮੰਡੀ ਇੱਕ ਕਾਨੂੰਨ ਬਣਿਆ ਹੋਇਆ ਸੀ। ਤੁਸੀਂ ਕੈਬਨਿਟ ਡਿਸੀਜਨ ਇਹਨੂੰ ਨਹੀਂ ਕਰ ਸਕਦੇ ਸੀ। ਤੁਸੀਂ ਮੰਡੀ ਐਕਟ ਦੇ ਬਰਾਬਰ ਅਗਰ ਇੱਕ ਪੈਰਲਲ ਬਣਾਉਣਾ ਤਾਂ ਤੁਹਾਨੂੰ ਐਕਟ ਹੀ ਬਣਾਉਣਾ ਪੈਣਾ ਸੀ, ਇਸ ਕਰਕੇ ਕਾਨੂੰਨ ਬਣਾਏ। ਐਮਐਸਪੀ ਜਿਹੜੀ ਹੈ, ਇਟਸ ਏ ਕੈਬਨਿਟ ਡਿਸੀਜਨ। ਦੇਸ਼ 'ਚ ਬਹੁਤ ਸਾਰੀਆਂ ਚੀਜ਼ਾਂ ਕੈਬਨਿਟ ਡਿਸੀਜਨ ਨਾਲ ਚੱਲਦੀਆਂ। ਐਮਐਸਪੀ ਇੰਨੇ ਸਾਲਾਂ ਤੋਂ ਚੱਲ ਰਹੀ ਹੈ, ਕੈਬਨਿਟ ਡਿਸੀਜਨ ਨਾਲ ਚੱਲ ਰਹੀ ਹੈ, ਅੱਗੇ ਵੀ ਕੈਬਨਿਟ ਡਿਸੀਜਨ ਨਾਲ ਚੱਲੇਗੀ। ਤੁਹਾਡੀ ਗੱਲ ਦਾ ਮੈਂ ਇੱਕ ਗੱਲ ਤਾਂ ਬਹੁਤ ਗੁਰਪ੍ਰੀਤ ਜੀ ਕਹਿਣਾ ਚਾਹੁੰਦਾ ਹੈ ਕਿ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ, ਹੈ ਨਾ। 6 ਸਾਲ ਦਾ
ਮੋਦੀ ਸਰਕਾਰ ਦਾ ਐਮਐਸਪੀ ਦਾ ਰਿਕਾਰਡ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਕਿ 6 ਸਾਲ ਚ ਮੋਦੀ ਸਾਹਿਬ ਦਾ ਐਮਐਸਪੀ ਬਾਰੇ ਕੀ ਰਿਕਾਰਡ ਹੈ ਸਰਕਾਰ ਦਾ। ਹੁਣ ਤਾਂ 6 ਸਾਲ ਬੀਤ ਗਏ ਨਾ ਜੀ। ਜੀ ਜੀ 6 ਸਾਲ ਚ ਮੈਂ ਆંકੜੇ ਲੈ ਕੇ ਆਇਆ, ਪੂਰੀ ਫਾਈਲ ਲੈ ਕੇ ਆਇਆ ਐਮਐਸਪੀ ਦੇ ਬਾਰੇ ਚ। ਬਿਲਕੁਲ ਸਰਕਾਰੀ ਆંકੜੇ ਆ, ਕੋਈ ਵੀ ਚੈੱਕ ਕਰ ਸਕਦਾ, ਕੋਈ ਇਹਦੇ ਚ ਕਿੰਤੂ ਪਰੰਤੂ ਨਹੀਂ, ਪਬਲਿਸ਼ਡ ਆંકੜੇ ਆ। ਸਵਾਮੀਨਾਥਨ ਕਮਿਸ਼ਨ ਬਣਿਆ ਮਨਮੋਹਨ ਸਿੰਘ ਸਰਕਾਰ ਦੇ ਟਾਈਮ 'ਚ, ਜੀ ਉਹਦੀ ਰਿਪੋਰਟ ਆ ਗਈ 2006 'ਚ। ਬਹੁਤ ਸਾਰੀਆਂ ਅਨੁਸ਼ੰਸਾਵਾਂ ਸੀ। ਇੱਕ ਇੰਪੋਰਟੈਂਟ ਅਨੁਸ਼ੰਸਾ ਇਹ ਸੀ ਕਿ ਕਿਸਾਨ ਦੀ ਜਿਹੜੀ ਤੁਸੀਂ ਐਮਐਸਪੀ ਤੈਅ ਕਰਦੇ ਹੋ, ਤੁਸੀਂ ਹਰ ਸਾਲ ਆਪਣੀ ਮਨਮਰਜ਼ੀ ਨਾਲ ਤੈਅ ਕਰ ਦਿੰਦੇ ਹੋ। ਤੁਸੀਂ ਕਿਸਾਨ ਦੀ ਲਾਗਤ ਮੁੱਲ ਦਾ 50% ਵਧਾ ਕੇ ਉਹਨੂੰ ਐਮਐਸਪੀ ਦਿਓ, ਇਹਨੂੰ ਪਰਮਾਨੈਂਟ ਕਰ ਦਿਓ। ਠੀਕ ਹੋ ਗਈ ਜੀ 2006 'ਚ ਆਈ, 2014 ਤੱਕ 8 ਸਾਲ ਮਨਮੋਹਨ ਸਿੰਘ ਜੀ ਦੀ ਸਰਕਾਰ ਰਹੀ, ਕਿਸੇ ਨੇ ਉੱਤੇ ਕੰਮ ਨਹੀਂ ਕੀਤਾ। ਸਾਡੀ ਸਰਕਾਰ ਬਣੀ ਮੋਦੀ ਜੀ ਦੀ, ਅਸੀਂ ਉਹਨੂੰ ਕਾਨੂੰਨ ਬਣਾ ਕੇ ਕਿ ਬਈ ਲਾਗੂ ਜਿਹੜਾ ਕਰਤਾ ਕਿ ਬਈ 50% ਹੁਣ ਲਾਗਤ ਮੁੱਲ ਕੈਲਕੂਲੇਟ ਹੁੰਦੀ ਹੈ, ਕਾਸਟ ਹਰ ਸਾਲ 50% ਆਪਣੇ ਆਪ ਐਮਐਸਪੀ ਹੋਣੀ ਹੈ। ਇਹ ਨਹੀਂ ਹੈ ਕਿ 10 ਰੁਪਏ ਵਧਾ ਦਿਓ, 20 ਰੁਪਏ ਵਧਾ ਦਿਓ। ਅਸੀਂ ਬਹੁਤ ਵੱਡਾ ਕੰਮ ਕੀਤਾ। ਅਗਰ ਸਾਡੀ ਐਮਐਸਪੀ ਬਾਰੇ ਮਨਸ਼ਾ ਨਾ ਹੋਵੇ, ਸਾਨੂੰ ਇਹ ਕਰਨ ਦੀ ਕੀ ਲੋੜ ਸੀ। ਦੂਜੀ ਗੱਲ, 6 ਸਾਲ 'ਚ ਐਮਐਸਪੀ ਵਧੀ ਕਿੰਨੀ, ਦੇਖੋ ਇਹ ਵੀ ਸੋਚਣ ਵਾਲੀ ਗੱਲ ਹੈ ਨਾ, ਪੜਚੋਲ ਕਰਨ ਵਾਲੀ ਗੱਲ ਹੈ। ਮੈਂ ਕਾਗਜ਼ ਲੈ ਕੇ ਆਇਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2013-14 'ਚ ਕਿੰਨੀ ਐਮਐਸਪੀ ਕਿਸ ਫਸਲ, 2-3 ਫਸਲਾਂ ਦੀ ਗੱਲ ਕਰ ਲੈਂਦੇ, ਜ਼ਿਆਦਾ ਨਹੀਂ ਕਰਦੇ ਆਪਾਂ। 2013-14 'ਚ 1310 ਰੁਪਏ ਸੀ ਝੋਨਾ ਪੈਡੀ ਜੀ। 2020-21 ਜਿਹੜਾ ਪ੍ਰਾਈਸ ਹੁਣ ਇਸ ਵੇਲੇ ਮਿਲ ਰਿਹਾ ਕਿਸਾਨ ਨੂੰ, ਉਹ 1868 ਰੁਪਏ ਹੈ। ਲਗਭਗ 42% ਦੀ ਹਾਈਕ ਪਿਛਲੇ 5 ਸਾਲ 'ਚ ਕੀਤੀ ਹੈ ਅਸੀਂ। ਜੀ ਹੋ ਸਕਦਾ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਹਾਈਕ ਘੱਟ ਹੈ, ਜ਼ਿਆਦਾ ਹੋਣੀ ਚਾਹੀਦੀ ਸੀ, ਉਸ ਗੱਲ ਤੇ ਬਹਿਸ ਕਰ ਸਕਦੇ ਹਾਂ ਆਪਾਂ, ਕੋਈ ਐਸੀ ਗੱਲ ਨਹੀਂ। ਲੇਕਿਨ 42%, ਕਿਆ ਪਿਛਲੇ 10 ਸਾਲਾਂ 'ਚ ਵੀ 42% ਹਾਈਕ ਹੋਈ ਸੀ? ਜ਼ਰੂਰ ਦੇਖ ਲੈਣਾ ਚਾਹੀਦਾ। ਮਨਚਾ ਸਮਝਾ ਰਿਹਾ। ਤੁਸੀਂ ਬਾਜਰੇ ਤੇ ਆ ਜਾਓ, 1250 ਰੁਪਏ ਸੀ, ਹੁਣ 2150 ਰੁਪਏ ਹੈ। ਤੁਸੀਂ ਜਵਾਰ ਤੇ ਆ ਜਾਓ, 1500 ਰੁਪਏ ਸੀ, ਹੁਣ 2620 ਰੁਪਏ ਹੈ। ਆਪਾਂ ਨਾ ਮੋਟੀਆਂ ਫਸਲਾਂ ਤੇ ਆ ਜਾਂਦੇ ਆ। ਕਾਟਨ ਤੇ ਆ ਜਾਓ, ਪੰਜਾਬ 'ਚ ਕਾਟਨ ਹੁੰਦੀ ਹੈ ਜੀ, 3700 ਸੀ, ਹੁਣ 5515 ਰੁਪਏ, ਲਗਭਗ 50% ਇਨਕਰੀਜ਼ ਅਸੀਂ 14 ਤੋਂ ਹੁਣ ਤੱਕ ਕੀਤਾ ਹੈ। ਕਣਕ ਦਾ ਵੀ ਲਗਭਗ 50% ਇਨਕਰੀਜ਼। 4500 ਰੁਪਏ ਉਹ ਅਲੱਗ ਪ੍ਰੋਬਲਮ ਹੈ, ਉਸ ਪ੍ਰੋਬਲਮ ਤੇ ਆਪਾਂ ਆਵਾਂਗੇ। ਉਹ ਵਿਕਣ ਦੀ ਮਾਰਕੀਟਿੰਗ ਦੀ ਪ੍ਰੋਬਲਮ ਹੈ। ਲੇਕਿਨ ਅਸੀਂ ਐਮਐਸਪੀ ਡਿਕਲੇਅਰ ਕਰਨ ਦੇ ਮਾਮਲੇ 'ਚ ਸਾਡੀ ਮਨਸ਼ਾ ਦੇਖੋ ਹਾਈ ਕੋਈ। ਤੁਹਾਡੀ ਦੂਜੀ ਗੱਲ ਤੇ ਵੀ ਆਉਣ ਲੱਗਾ ਹੁਣ। ਇੱਕ ਹੁੰਦਾ ਕਿ ਐਮਐਸਪੀ ਵਧਾਤੀ ਜੀ, ਖਰੀਦੀ ਤੇ ਹੈ ਨਹੀਂ। ਬਹੁਤ ਵਾਰੀ ਇਹ ਵੀ ਗੱਲ ਆਉਂਦੀ ਹੈ, ਤੁਸੀਂ ਸਰਕਾਰੀ ਖਰੀਦੇ ਆંકੜੇ ਵੀ ਘਟਾ ਲਓ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਬਹੁਤ ਸਾਰੀਆਂ ਫਸਲਾਂ ਤੇ ਐਮਐਸਪੀ ਹੋਣ ਦੇ ਬਾਵਜੂਦ ਵੀ ਜਿੰਨੀ ਸਰਕਾਰੀ ਖਰੀਦ ਹੋਣੀ ਚਾਹੀਦੀ ਹੈ, ਜਿਵੇਂ ਝੋਨੇ ਕਣਕ ਦੀ ਹੁੰਦੀ ਹੈ, ਬਾਕੀ ਫਸਲਾਂ ਦੀ ਨਹੀਂ ਹੋ ਰਹੀ। ਸਾਡੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਉਹਨੂੰ ਵਧਾਈਏ, ਉਹਨੂੰ ਠੀਕ ਕਰੀਏ। ਉਹਦੇ ਠੀਕ ਕੀਤਾ ਵੀ ਹੈ। ਮੈਂ ਆંકੜੇ ਦੱਸ ਰਿਹਾ, ਮੈਂ ਤੁਹਾਨੂੰ ਕੋਈ ਗੱਲੀ ਬਾਤੀ ਗੱਲ ਨਹੀਂ ਕਰ ਰਿਹਾ। ਆਪਾਂ ਅਗਰ ਸਰਕਾਰੀ ਖਰੀਦ ਦੀ ਗੱਲ ਕਰ ਰਹੀਏ, ਐਮਐਸਪੀ ਤੋਂ ਇਲਾਵਾ ਸਰਕਾਰੀ ਖਰੀਦ ਕਿੰਨੀ ਵਧੀ, ਉਹ ਜਿਹੜਾ ਨਾ ਆંકੜਾ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪ੍ਰੋਕਿਉਰਮੈਂਟ ਦਾ। ਪੈਡੀ ਜਿਹੜੀ ਸੀਗੀ 2013-14 ਚ 2,06,059 ਕਰੋੜ ਰੁਪਏ ਆਪਾਂ ਦਿੱਤਾ ਸੀ ਉਹਦੇ ਲਈ। ਸਰਕਾਰ ਨੇ 2,59,000 ਦੀ ਖਰੀਦ ਕੀਤੀ ਸੀ। ਪਿਛਲੇ ਸਾਲ ਅਸੀਂ 4,95,043 ਕਰੋੜ ਰੁਪਏ ਦੀ ਖਰੀਦ ਕੀਤੀ ਹੈ। ਯਾਨੀ ਲਗਭਗ 2.5 ਗੁਣਾ ਜ਼ਿਆਦਾ ਸਰਕਾਰੀ ਖਰੀਦ ਅਸੀਂ ਝੋਨੇ ਦੀ ਕੀਤੀ ਹੈ 13 ਦੇ ਮੁਕਾਬਲੇ ਹੁਣ ਤੱਕ। ਕਣਕ ਦੀ ਗੱਲ ਕਰ ਲਈਏ, 1,68,202 ਕਰੋੜ ਰੁਪਏ ਦੀ ਖਰੀਦ ਹੋਈ ਸੀ ਸਰਕਾਰੀ 2013-14 ਚ। 2,97,073 ਕਰੋੜ ਰੁਪਏ ਦੀ ਖਰੀਦ ਕੀਤੀ ਹੈ। ਯਾਨੀ ਅਗਰ ਅਸੀਂ ਵੈਲਿਊ 'ਚ ਕੈਲਕੂਲੇਟ ਕਰੀਏ ਤੇ 1.77 ਗੁਣਾ ਜ਼ਿਆਦਾ, ਲਗਭਗ 1.25 ਗੁਣਾ ਜ਼ਿਆਦਾ ਖਰੀਦ ਅਸੀਂ ਕੀਤੀ ਹੈ। ਇਹ ਤੇ ਥੋੜੀ ਫਿਰ ਵੀ ਹੈ। ਪਲਸਸ ਦੀ ਗੱਲ ਕਰੀਏ, ਦਾਲਾਂ ਬੜੀਆਂ ਇੰਪੋਰਟੈਂਟ ਆ ਗੁਰਪ੍ਰੀਤ ਜੀ। ਪੰਜਾਬ ਨੂੰ ਦਾਲਾਂ ਵਾਪਸ ਉਗਾਉਣੀਆਂ ਸ਼ੁਰੂ ਕੀਤੀਆਂ। ਮੈਂ ਤੁਸੀਂ ਕਹਿੰਦੇ ਨਾ ਖਰੀਦ ਨਹੀਂ ਹੋ ਰਹੀ। ਦਾਲਾਂ 'ਚ 1.52 645 ਕਰੋੜ ਦੀ ਆਪਾਂ ਕੁਆਂਟੀਟੀ ਛੱਡ ਦਈਏ, 645 ਕਰੋੜ ਦੀ ਖਰੀਦ ਹੋਈ ਸੀ, ਸਿਰਫ 645 ਕਰੋੜ ਦੀ 2013-14 ਸਾਰੀਆਂ ਦਾਲਾਂ ਮਿਲਾ ਕੇ। 48,566 ਕਰੋੜ ਰੁਪਏ ਦੀ ਖਰੀਦ ਅਸੀਂ ਪਿਛਲੇ ਸਾਲ ਕੀਤੀ ਹੈ। 75 ਗੁਣਾ ਜ਼ਿਆਦਾ ਖਰੀਦ ਕੀਤੀ ਹੈ 2013 ਦੇ ਮੁਕਾਬਲੇ। 75 ਗੁਣਾ। ਕਿੱਥੇ 645 ਕਰੋੜ, ਕਿੱਥੇ 48,566 ਕਰੋੜ। ਇਹ ਆંકੜਾ ਮੈਂ ਤੁਹਾਨੂੰ ਕਿਉਂ ਦੇ ਰਿਹਾ? ਇੱਕ ਕੁੰਡੀ ਮੈਨੂੰ ਸਿਰਫ ਇੱਕ ਮਿੰਟ ਦੇ ਦਿਓ ਬਸ। ਸੇਮ ਆਇਲ ਸੀਡ ਦੇ ਬਾਰੇ 'ਚ ਮੈਂ ਤੁਹਾਨੂੰ ਕਿਉਂ ਦੇ ਰਿਹਾ ਕਿ ਅਸੀਂ ਬਾਕੀ ਫਸਲਾਂ ਨੂੰ ਵੀ ਐਮਐਸਪੀ ਤੇ ਖਰੀਦਣ ਲਈ ਸਾਡਾ ਰਿਕਾਰਡ ਬਹੁਤ ਅੱਛਾ ਹੈ ਔਰ ਸਾਡੀ ਕੋਸ਼ਿਸ਼ ਹੈ ਇਹਨੂੰ ਹੋਰ ਵਧਾਈਏ। ਔਰ ਮੈਂ ਬੇਨਤੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਗਿਆ। ਤੁਸੀਂ ਅੰਕੜੇ ਵਧਾਏ। ਜਦੋਂ ਬੰਦਾ ਅੰਕੜਿਆਂ ਦੀ ਗੇਮ ਖੇਡਦਾ, ਅੰਕੜਿਆਂ 'ਚ ਤਾਂ ਚਲੋ ਜਿੱਤਿਆ ਨਹੀਂ ਜਾ ਸਕਦਾ। ਜਿਹੜੇ ਬੰਦੇ ਬੈਠੇ ਨਾ ਜੀ ਗਾਡਰਾਂ ਤੇ, ਉਹਨਾਂ ਵਿਚਾਰਿਆਂ ਨੂੰ ਅੰਕੜੇ ਨਹੀਂ ਸਮਝ ਆਉਂਦੇ। ਕਿਉਂਕਿ ਗੇਮ ਪਤਾ ਕੀ ਮੈਂ ਦੱਸਦਾ, ਇੱਕ ਤੁਹਾਡੀ ਉਹ ਭਾਵੰਤਰ ਭਰਪਾਈ ਯੋਜਨਾ ਕਰਕੇ ਵੀ ਸਕੀਮ ਹੈਗੀ ਹੈ। ਉਹਦਾ ਵੀ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਪਿਛਲੇ 2 ਸਾਲਾਂ ਦੇ ਵਿੱਚ ਵਪਾਰੀ ਖਰੀਦ ਲੈਂਦਾ ਤੇ ਵਪਾਰੀ ਉਹਦੇ 'ਚੋਂ ਰਜਿਸਟ੍ਰੇਸ਼ਨ ਕਰਾ ਕੇ ਤੇ ਮਾਇਆ ਖਿੱਚ ਲੈਂਦਾ। ਇਹਦੇ 'ਚ ਵੀ ਤਾਂ ਇੱਦਾਂ ਹੀ ਹੁੰਦਾ ਜੀ। ਪ੍ਰਾਈਵੇਟ ਜਿਹੜਾ ਪਲੇਅਰ ਹੈ ਉਹ ਪਹਿਲਾਂ ਜਿਣਸ ਖਰੀਦ ਕੇ ਰੱਖ ਲੈਂਦਾ ਮੰਡੀ 'ਚੋਂ, ਵੀ ਜੱਟ ਸੁੱਟ ਕੇ ਚਲੇ ਗਿਆ, ਉਹਨੂੰ ਪੈਸੇ ਦੇ ਤੇ, ਬਾਅਦ 'ਚ ਉਹਨੂੰ ਸਰਕਾਰੀ ਖਰੀਦ 'ਚ ਪਵਾਤਾ। ਉਹ ਫਾਇਦਾ ਜਿਹੜਾ ਐਕਚੁਅਲੀ ਕਿਸਾਨ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਦਾ। ਇਹਦਾ ਫਿਰ ਕੀ ਹੱਲ ਹੈ ਜੀ?
ਜਿਹੜੇ ਤੁਸੀਂ ਸਾਰੇ ਪ੍ਰਸ਼ਨ ਉਠਾ ਰਹੇ ਹੋ ਨਾ, ਜਿਹੜੀਆਂ ਗੱਲਾਂ ਅਸੀਂ ਕਹਿ ਰਹੇ ਹਾਂ ਕਿ ਸਾਰਾ ਕੁਝ ਅੱਛੇ ਹੋਣ ਦੇ ਬਾਵਜੂਦ ਵੀ ਇਸ ਪ੍ਰੈਜ਼ੈਂਟ ਸਿਸਟਮ 'ਚ ਖਾਮੀਆਂ ਹੈ। ਐਮਐਸਪੀ ਵੀ ਹੈ, ਕਾਨੂੰਨ ਤਾਂ ਹੁਣ ਬਣੇ ਨਾ, ਇਸ ਤੋਂ ਪਹਿਲਾਂ ਤਾਂ ਕਾਨੂੰਨ ਨਹੀਂ ਸੀਗਾ ਸਾਡਾ ਜੀ। ਐਮਐਸਪੀ ਵੀ ਸੀਗੀ, ਸਰਕਾਰੀ ਖਰੀਦ ਵੀ ਹੋ ਰਹੀ ਸੀ, ਲੇਕਿਨ ਇਹਦੇ ਬਾਵਜੂਦ ਤੁਸੀਂ ਕਹਿ ਰਹੇ ਹੋ ਦਿੱਕਤ ਹੈ। ਇਸ ਕਰਕੇ ਦਿੱਕਤਾਂ ਹੈ ਮਾਰਕੀਟਿੰਗ 'ਚ, ਮੈਂ ਬਿਲਕੁਲ ਉਹਨਾਂ ਦਿੱਕਤਾਂ ਨਾਲ ਸਹਿਮਤ ਹਾਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹ ਦਿੱਕਤਾਂ ਠੀਕ ਹੋਣ। ਦੇਖੋ ਸਰਕਾਰੀ ਖਰੀਦ ਵਧੀ ਹੈ, ਔਰ ਮੈਂ ਤੁਹਾਡੇ ਨਾਲ ਥੋੜਾ ਜਿਹਾ ਡਿਸਐਗਰੀ ਕਰੂੰਗਾ। ਇਹ ਸਾਰੀ ਦੀ ਸਾਰੀ ਸਰਕਾਰੀ ਖਰੀਦ ਕੋਈ ਪ੍ਰਾਈਵੇਟ ਪਲੇਅਰ ਨੇ ਖਰੀਦ ਲਈ ਹੋਏਗੀ ਮੰਡੀ 'ਚੋਂ, ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰਦਾ। ਬਿਲਕੁਲ ਠੀਕ ਹੈ, ਕੋਸ਼ਿਸ਼ ਤੇ ਖਰੀਦੀ ਹੋਏਗੀ, ਲੇਕਿਨ ਕਾਫੀ ਵੱਡਾ ਲਾਭ ਜੇ 645 ਕਰੋੜ ਦੀ ਜਗ੍ਹਾ 48,000 ਕਰੋੜ ਦੀ ਖਰੀਦ ਹੋਈ ਹੈ, ਤੇ ਕੁਛ ਨਾ ਕੁਛ ਲਾਭ ਤੇ ਕਿਸਾਨ ਨੂੰ ਵਧਿਆ ਹੋਏਗਾ ਜ਼ਰੂਰ। ਕੁਝ ਕਿਸਾਨਾਂ ਦੀ ਖਰੀਦ ਤੇ ਹੋਈ ਹੋਏਗੀ, ਤਾਂ ਹੀ 75 ਗੁਣਾ ਵਧੀ ਨਾ ਖਰੀਦ। ਅਸੀਂ ਉਹਨੂੰ 75 ਗੁਣਾ ਨਹੀਂ 175 ਗੁਣਾ ਵਧਾਵਾਂਗੇ ਅਗਲੇ 5 ਸਾਲ 'ਚ। ਅਸੀਂ ਦਾਲਾਂ ਦੇ ਮਾਮਲੇ 'ਚ ਹਿੰਦੁਸਤਾਨ ਨੂੰ ਆਤਮ ਨਿਰਭਰ ਕਰਨਾ ਹੈ। ਅਸੀਂ ਜਿਹੜੀ ਇੰਨੀ ਐਮਐਸਪੀ ਵਧਾ ਰਹੇ ਨਾ, ਤੁਸੀਂ ਯਾਰ ਕੀ ਦੇਖੋ, ਰੱਬੀ ਦੀ ਫਸਲ ਆਣੀ ਹੈ ਅਪ੍ਰੈਲ 'ਚ, ਅਸੀਂ ਉਹਦਾ ਐਮਐਸਪੀ ਡਿਕਲੇਅਰ ਕਰਤਾ। ਦਾਲਾਂ ਦੀ ਤੁਸੀਂ ਦੇਖੋ ਕਿੰਨੀ ਗੁਣਾ ਐਮਐਸਪੀ ਹੋਰ ਵਧਾਈ ਹੈ। ਕਿਉਂ? ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇੰਨੇ ਲੱਖ ਕਰੋੜ ਦੀ ਦਾਲ ਅਸੀਂ ਇੰਪੋਰਟ ਬਾਹਰੋਂ ਕਰ ਰਹੇ ਹਾਂ, ਉਹ ਖਤਮ ਕਰਨਾ ਹੈ ਇੰਪੋਰਟ। ਉਹ ਸਾਰਾ ਪੈਸਾ ਦੇਸ਼ ਦੇ ਕਿਸਾਨ ਨੂੰ ਟ੍ਰਾਂਸਫਰ ਕਰਨਾ ਹੈ। ਦਾਲਾਂ ਉਗਾਓ, ਡਾਇਵਰਸੀਫਿਕੇਸ਼ਨ ਜਾਓ, ਅਸੀਂ ਖਰੀਦ ਵੀ ਕਰਾਂਗੇ, ਅਸੀਂ ਐਮਐਸਪੀ ਵੀ ਵਧਾ ਰਹੇ ਹਾਂ। ਇਹ ਸਾਡੀ ਸਰਕਾਰ ਦੀ ਕਮਿਟਮੈਂਟ ਹੈ। ਕਮੀਆਂ ਹੋਣਗੀਆਂ, ਬਿਲਕੁਲ ਮੈਂ ਤੁਹਾਡੀ ਗੱਲ ਨਾਲ ਮੰਨਦਾ। ਜਿਹੜੀ ਵਿਵਸਥਾ ਇੰਨੇ ਸਾਲਾਂ ਤੋਂ ਖੜੀ ਹੈ, ਉਹਨੂੰ ਠੀਕ ਕਰਨ 'ਚ ਟਾਈਮ ਲੱਗੇਗਾ। ਅਸੀਂ ਇੱਕ ਸਵਾਲ ਜੀ, ਤੁਸੀਂ ਕਹਿ ਰਹੇ ਸੀ ਕਿ ਵੀ ਵਪਾਰੀ ਜ਼ਿਆਦਾ ਆਉਣਗੇ, ਖਰੀਦਦਾਰ ਜ਼ਿਆਦਾ ਆਉਣਗੇ। ਇਹ ਵਪਾਰੀ ਖਰੀਦਦਾਰ ਕਿੱਥੋਂ ਆਉਣਗੇ? ਇੱਕ ਕਿਹੜੇ ਬੰਦੇ ਹੋਣਗੇ? ਮੈਂ ਇਹ ਨਹੀਂ ਸਮਝ ਪਾਇਆ ਸੀ। ਬੜੇ ਤੁਸੀਂ ਇੰਪੋਰਟੈਂਟ ਗੱਲ ਕਹੀ ਹੈ ਗੁਰਪ੍ਰੀਤ ਜੀ। ਆਪਾਂ ਇੱਕ ਗੱਲ ਨੂੰ ਥੋੜਾ ਹੋਰ ਸਮਝੀਏ ਇਹਨੂੰ, ਕਿਉਂਕਿ ਮੇਰੀ ਹਾਂ ਬਿਲਕੁਲ ਠੀਕ ਹੈ ਤੁਹਾਡੀ। ਕਿਉਂ ਕਹਿਣਾ ਵੀ ਲੋਕਾਂ ਤੱਕ ਚੀਜ਼ਾਂ ਪਹੁੰਚ ਰਹੀਆਂ, ਇਹਦਾ ਮਤਲਬ ਕੋਈ ਸਿਸਟਮ ਤਾਂ ਪਹੁੰਚਾ ਹੀ ਰਿਹਾ, ਭਾਵੇਂ ਉਹ ਛੋਟਾ ਵਪਾਰੀ ਭਾਵੇਂ ਵੱਡਾ ਵਪਾਰੀ ਹੈ। ਤੇ ਫਿਰ ਉਹ ਨਵੇਂ ਕਿੱਥੋਂ ਆ ਜਾਣਗੇ? ਮੈਂ ਦੱਸਣ ਲੱਗਾ, ਹੁਣ ਜਿਹੜਾ ਸਿਸਟਮ ਪਹੁੰਚਾ ਰਿਹਾ ਨਾ, ਉਹ ਵਿਚੋਲੀਆਂ ਦਾ ਸਿਸਟਮ ਪਹੁੰਚਾ ਰਿਹਾ, ਕਿਉਂਕਿ ਸਟਰਕਚਰਡ ਮਾਰਕੀਟ ਨਹੀਂ ਹੈਗੀ। ਜਦੋਂ ਸਟਰਕਚਰਡ ਮਾਰਕੀਟ ਨਹੀਂ ਹੋਏਗੀ ਤੇ ਫਿਰ ਵਿਚੋਲੀਆਂ ਕੋਲੇ ਛੂਟ ਹੈ। ਉਹ 1 2 3 4 ਵਿਚੋਲੀਏ ਵੀ ਹੋ ਸਕਦੇ ਆ, 5 ਵੀ ਹੋ ਸਕਦੇ ਆ, 10 ਵੀ ਹੋ ਸਕਦੇ ਆ। ਉਹ ਵਿਚੋਲੀਆਂ ਦੇ ਮਾਧਿਅਮ ਨਾਲ ਕੰਜ਼ਿਊਮਰ ਕੋ ਪਹੁੰਚ ਰਿਹਾ ਹੈ। ਇਸ ਕਰਕੇ ਕੰਜ਼ਿਊਮਰ ਨੂੰ ਮਹਿੰਗਾ ਮਿਲ ਰਿਹਾ ਹੈ, ਕਿਸਾਨ ਕੋਲੋਂ ਸਸਤਾ ਚੁੱਕਿਆ ਜਾ ਰਿਹਾ ਹੈ। ਜਦੋਂ ਇੱਕ ਸਟਰਕਚਰਡ ਮਾਰਕੀਟ ਬਣ ਜਾਏਗੀ, ਨੰਬਰ ਆਫ ਪਰਚੇਜ਼ਰ ਵੱਧ ਜਾਣਗੇ, ਉਸ ਸਟਰਕਚਰਡ ਮਾਰਕੀਟ 'ਚ ਫਿਰ ਸਿੱਧੀ ਖਰੀਦ ਵਿਚੋਲੀਏ ਘਟਣਗੇ, ਔਰ ਉਹਦੇ ਕਾਰਨ ਕੀ ਹੋਏਗਾ? ਕਿਸਾਨ ਨੂੰ ਉਹਦੀ ਉਪਜ ਦਾ ਵੀ ਠੀਕ ਮੁੱਲ ਮਿਲੇਗਾ, ਕੰਜ਼ਿਊਮਰ ਨੂੰ ਵੀ ਗੱਲ ਜਿਹੜੀ ਸਸਤੀ ਮਿਲੇਗੀ। ਤੁਸੀਂ ਮੈਨੂੰ ਦੱਸੋ, ਅੱਜ 16% ਕੰਟਰੀਬਿਊਸ਼ਨ ਹੈ ਐਗਰੀਕਲਚਰ ਦੀ ਹਿੰਦੁਸਤਾਨ ਦੀ GDP 'ਚ, ਯਾਨੀ ਪੂਰਾ ਦੇਸ਼ ਜੋ ਉਤਪਾਦਨ ਕਰਦਾ ਹੈ ਉਹਦਾ 16% ਹੀ ਕਿਸਾਨ ਕਰਦਾ ਹੈ। 84% ਉਤਪਾਦਨ, ਚਾਹੇ ਉਹ ਸੇਵਾਵਾਂ ਦਾ ਹੈ, ਸਰਵਿਸਿਜ਼ ਦਾ ਹੈ, ਚਾਹੇ ਉਹ ਮੈਨੂਫੈਕਚਰਿੰਗ ਗੁੱਡਸ ਦਾ ਹੈ, ਉਹ ਬਾਕੀ ਸੈਕਟਰ ਕਰ ਰਹੇ ਨੇ। ਉਹਨਾਂ ਨੂੰ ਕੌਣ ਖਰੀਦ ਰਿਹਾ ਹੈ? ਉਹਨਾਂ ਦੀ, ਕਿਉਂਕਿ ਸਟਰਕਚਰਡ ਮਾਰਕੀਟ ਬਣ ਗਈ। ਇੰਨੀ ਵੱਡੀ ਮਾਰਕੀਟ ਹੈ ਕਿ ਜਿਹੜੇ ਜਦ ਤੁਸੀਂ ਪ੍ਰੋਡਿਊਸ ਕਰਦੇ ਹੋ, ਤੁਸੀਂ ਪੈਨ ਬਣਾਉਂਦੇ ਹੋ, ਮਾਰਕੀਟ ਹੈ ਵੇਚਣ ਲਈ। ਤੁਸੀਂ ਕਾਗਜ਼ ਬਣਾਉਂਦੇ ਹੋ, ਵੇਚਣ ਲਈ ਮਾਰਕੀਟ ਹੈ। ਇਸ ਕਰਕੇ ਉਹ ਕੰਜ਼ਿਊਮਰ ਕੋ ਵੀ ਪਹੁੰਚ ਰਹੀ ਹੈ, ਕੁਆਲਿਟੀ ਵੀ ਅੱਛੀ ਹੋ ਰਹੀ ਹੈ, ਰੇਟ ਵੀ ਠੀਕ ਹੋ ਰਹੇ ਨੇ, ਕਿਉਂਕਿ ਸਟਰਕਚਰਡ ਮਾਰਕੀਟ ਹੈ। 84% ਜਿਹੜਾ ਵਪਾਰ ਹੋ ਰਿਹਾ ਹੈ ਜੀ, ਕਿਆ ਉਹ ਹੋ ਹੀ ਰਿਹਾ ਨਾ? ਉਹ ਇਸੇ ਸਿਸਟਮ 'ਚ ਹੋ ਰਿਹਾ ਹੈ। ਤਾਂ ਕਿਉਂ ਨਹੀਂ ਕਿਸਾਨ ਨੂੰ ਇਹ ਅਧਿਕਾਰ ਹੋਣਾ ਚਾਹੀਦਾ? ਔਰ ਅਸੀਂ ਇੱਕ ਅੱਛੀ ਗੱਲ ਇਹ ਕੀਤੀ ਹੈ ਗੁਰਪ੍ਰੀਤ ਜੀ, ਕਿ ਅਸੀਂ ਇਹਨੂੰ ਮੈਂਡੇਟਰੀ ਨਹੀਂ ਕਰ ਰਹੇ, ਅਸੀਂ ਇਹਨੂੰ ਆਲਟਰਨੇਟ ਦੇ ਰਹੇ ਹਾਂ, ਆਪਸ਼ਨਲ ਰੱਖ ਰਹੇ ਹਾਂ। ਕਿਸਾਨ ਦੀ ਇੱਛਾ ਹੈ ਮੰਡੀ 'ਚ ਜਾਏ, ਮੰਡੀ ਜਾਰੀ ਰਹੇਗੀ, ਜਿੰਨੇ ਮਰਜ਼ੀ ਖਦਸ਼ੇ ਫੈਲਾਈ ਜਾਣ ਜੀ, 2 ਸਾਲ ਚੱਲੇਗੀ, 4 ਸਾਲ ਚੱਲੇਗੀ। ਮੈਂ ਅੱਜ ਤੁਹਾਡੇ ਚੈਨਲ ਤੇ ਕਹਿ ਰਿਹਾ, ਜਦ ਤੱਕ ਹਿੰਦੁਸਤਾਨ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਮੰਡੀ ਜਾਰੀ ਹੈ, ਐਮਐਸਪੀ ਜਾਰੀ ਹੈ, ਸਰਕਾਰੀ ਖਰੀਦ ਜਾਰੀ ਹੈ। ਮੈਂ ਆંકੜੇ ਲੈ ਕੇ ਆਇਆ 6 ਸਾਲ ਦੇ, ਸਾਡੀ ਮਨਸ਼ਾ ਦਿਖਾਉਣ ਲਈ। ਅਗਲੇ 6 ਸਾਲਾਂ 'ਚ ਇਹ ਆંકੜੇ 4 ਗੁਣਾ ਕਰਾਂਗੇ ਸਰਕਾਰੀ ਖਰੀਦ ਦੇ, ਐਮਐਸਪੀ ਦੇ। ਅਸੀਂ ਸਿਰਫ ਵਿਕਲਪ ਦੇ ਰਹੇ ਹਾਂ ਕਿ ਅਗਰ ਕਿਸਾਨ ਨੂੰ ਅੱਛਾ ਦਾਮ ਕਿਤੇ ਹੋਰ ਮਿਲਦਾ ਹੈ, ਅਗਰ ਹੋਰ ਪਲੇਅਰ ਆਉਣਾ ਚਾਹੁੰਦੇ ਆ, ਉਹ ਆਉਣ, ਇੱਕ ਪ੍ਰਾਈਵੇਟ ਮਾਰਕੀਟ ਖੜੀ ਹੋਵੇ, ਸਟਰਕਚਰਡ ਮਾਰਕੀਟ ਖੜੀ ਹੋਵੇ, ਤਾਂ ਕਿ ਕਿਸਾਨਾਂ ਨੂੰ ਚੰਗੀ ਉਪਜ ਦਾ ਦਾਮ ਮਿਲੇ, ਡਾਈਵਰਸੀਫਿਕੇਸ਼ਨ ਵੀ ਵਧੇ। ਸਾਡਾ ਉਦੇਸ਼ ਸਿਰਫ ਇੰਨਾ ਹੈ। 2 ਪੋਲੀਟੀਕਲ ਸਵਾਲ ਕਰਦੇ ਹਾਂ। ਪਹਿਲਾ ਸਵਾਲ ਤਾਂ ਇਹ ਹੈ ਵੀ ਹੁਣ ਇਹ ਕਿਹਾ ਜਾ ਰਿਹਾ ਕਿ ਵੀ ਤੁਸੀਂ ਰਲੇ ਜੇ ਅਕਾਲੀਆਂ ਨਾਲ, ਉਹਨਾਂ ਨੂੰ ਤੁਸੀਂ ਇਸ ਪਾਸੇ ਲਾਇਆ ਵੀ ਰੌਲਾ ਰੱਪਾ ਪਾਓ, ਤੇ ਆਪਾਂ ਆਪਣੇ ਪਾਸਿਓਂ ਧਿਆਨ ਜਿਹਾ ਹਟਾ ਕੇ ਤੇ ਇੱਕ ਤਰ੍ਹਾਂ ਅਸੀਂ ਆਪਣੀ ਇਲੈਕਸ਼ਨ ਲੜ ਲੈਣੇ। ਜਦੋਂ ਤੁਸੀਂ ਕਿਹਾ ਵੀ 117 ਬੰਦੇ ਆਪਾਂ ਪੰਜਾਬ 'ਚੋਂ ਲੱਭ ਲੈਣੇ ਆ, 117 ਅਕਾਲੀਆਂ ਦੇ ਹੋਣਗੇ, ਫਿਰ ਜਦੋਂ ਇਕੱਠੇ ਜੇ ਹੋ ਕੇ ਆਪਣਾ ਬੰਦੇ ਪੂਰੇ ਆ ਗਏ, ਫਿਰ ਆਪਾਂ ਜੁੜ ਕੇ ਸਰਕਾਰ ਬਣਾ ਲਾਂਗੇ। ਇੱਦਾਂ ਇਹ ਸਕੀਮ ਹੈ? ਇਹ ਲੋਕਾਂ ਦਾ ਇਲਜ਼ਾਮ ਹੈ ਜਾਂ ਵਿਰੋਧੀਆਂ ਦਾ ਇਲਜ਼ਾਮ ਹੈ ਜਾਂ ਖਦਸ਼ਾ ਹੈ? ਜੋ ਤੁਸੀਂ ਕਲੀਅਰ ਕਰਨਾ ਚਾਹੋ। ਦੇਖੋ, ਇਹ ਕੋਈ ਸਕੀਮ ਨਹੀਂ ਹੈ। ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ, ਬੀਜੇਪੀ ਅਕਾਲੀ ਜਦੋਂ ਗੱਠਜੋੜ ਹੋਇਆ ਸੀ ਔਰ ਇੰਨੇ ਸਾਲ ਚੱਲਿਆ ਹੈ, ਉਸ ਗੱਠਜੋੜ ਦਾ ਰਾਜਨੀਤਿਕ ਉਦੇਸ਼ ਵੀ ਰਿਹਾ ਹੋਵੇਗਾ ਸੀ, ਲੇਕਿਨ ਉਹਦਾ ਵੱਡਾ ਉਦੇਸ਼ ਸਮਾਜਿਕ ਉਦੇਸ਼ ਸੀ। ਉਹ ਪੰਜਾਬ ਦੀ ਪੀਸ ਸੀ, ਪੰਜਾਬ ਦੀ ਸ਼ਾਂਤੀ ਸੀ, ਭਾਈਚਾਰਾ ਸੀ, ਅਮਨ ਸੀ। ਅੱਜ ਅਕਾਲੀ ਦਲ ਸਾਨੂੰ ਛੱਡ ਕੇ ਗਿਆ, ਸਾਨੂੰ ਅੱਛਾ ਨਹੀਂ ਲੱਗਿਆ। ਹਾਲਾਂਕਿ ਪੰਜਾਬ ਦੇ ਅੰਦਰ ਅੱਛਾ ਕਿਉਂ ਨਹੀਂ ਲੱਗਿਆ? ਤੁਸੀਂ ਤਾਂ ਭੰਗੜੇ ਪਾਏ ਤੁਹਾਡੇ ਵਰਕਰਾਂ ਨੇ, ਰਾਤੋਂ ਰਾਤ ਅਸਤੀਫਾ ਰਾਸ਼ਟਰਪਤੀ ਜੀ ਨੂੰ ਠਾਲ ਕੇ ਤੇ ਭਗਵੰਤ ਮਾਨ ਉਹੀ ਟੀਚਰਾਂ ਕਰਦੇ ਗਏ। ਉਹ ਕਹਿੰਦੇ ਯਾਰ ਤੁਸੀਂ, ਉਹਨਾਂ ਨੂੰ ਤਾਂ ਖੁਸ਼ੀ ਬੜੀ ਸੀ ਵੀ ਕਿਤੇ ਵਾਪਸ ਨਾ ਲੈ ਲੈਣ, ਸਾਈਨ ਵੀ ਕਰਾ ਲਿਆ। ਤੁਸੀਂ ਕਹਿੰਦੇ ਸਾਨੂੰ ਅੱਛਾ ਨਹੀਂ ਲੱਗਿਆ। ਨਹੀਂ, ਮੈਂ ਅੱਛਾ ਇਸ ਕਰਕੇ ਕਹਿ ਰਿਹਾ। ਦੇਖੋ, ਤੁਹਾਡੀ ਗੱਲ ਦੋਨੋਂ ਪੱਖ ਠੀਕ ਹੈ। ਬੀਜੇਪੀ ਦੇ ਪੰਜਾਬ ਦੇ ਬਹੁਤ ਕਾਰਜਕਰਤਾਵਾਂ ਦੇ ਅੰਦਰ ਬਹੁਤ ਵੱਡੇ ਵਰਗ 'ਚ ਇਸ ਗੱਲ ਦੀ ਖੁਸ਼ੀ ਸੀ। ਇਸ ਕਰਕੇ ਸੀ
ਕਿ ਇਸ ਅਲਾਇੰਸ ਦੇ ਕਰਕੇ ਉਹਨਾਂ ਨੇ ਬੜੀ ਪ੍ਰਤਾੜਨਾ ਵੀ ਝੇਲੀ ਹੈ। ਜਿਸ ਪ੍ਰਕਾਰ ਨਾਲ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਜੇਪੀ ਦੇ ਕਾਰਿਆਕਰਤਾਵਾਂ ਨੂੰ ਹਿਊਮਿਲੀਏਟ ਕਰਦੇ ਸੀ, ਪ੍ਰਤਾੜਿਤ ਕਰਦੇ ਸੀ, ਉਹਦੇ ਕਰਕੇ ਕਾਰਿਆਕਰਤਾਵਾਂ 'ਚ ਰੋਸ਼ ਸੀ। ਲੇਕਿਨ ਉਹਦੇ ਬਾਵਜੂਦ ਅਸੀਂ ਇਸ ਅਲਾਇੰਸ 'ਚ ਟਿਕੇ ਹੋਏ ਸੀ, ਕਿਉਂਕਿ ਸਾਨੂੰ ਲੱਗਦਾ ਸੀ ਕਿ ਯਾਰ ਠੀਕ ਹੈ, ਪੋਲੀਟੀਕਲੀ ਅਸੀਂ ਗਰੋ ਨਹੀਂ ਕਰ ਰਹੇ, ਕੋਈ ਗੱਲ ਨਹੀਂ, ਪੰਜਾਬ ਦੀ ਸ਼ਾਂਤੀ ਤੇ ਕਾਇਮ ਹੈ ਨਾ, ਪੰਜਾਬ ਦਾ ਅਮਨ ਤੇ ਕਾਇਮ ਹੈ ਨਾ। ਉਸ ਕੰਟੈਕਸਟ ਮੈਂ ਕਹਿ ਰਿਹਾ ਕਿ ਸਾਨੂੰ ਅੱਛਾ ਨਹੀਂ ਲੱਗਿਆ। ਕਾਰਿਆਕਰਤਾਵਾਂ ਨੂੰ, ਪੰਜਾਬ ਦੇ ਕੈਡਰ ਨੂੰ ਖੁਸ਼ੀ ਹੈ ਕਿ ਪੰਜਾਬ 'ਚ ਬੀਜੇਪੀ ਨੂੰ ਪੋਲੀਟੀਕਲੀ ਗਰੋ ਕਰਨ ਲਈ ਇੱਕ ਬਹੁਤ ਵੱਡੀ ਅਪਰਚੁਨਿਟੀ ਆਈ ਹੈ। ਪੰਜਾਬ ਦੀ ਜਨਤਾ ਲੰਬੇ ਸਮੇਂ ਤੋਂ ਸਾਨੂੰ ਇਹ ਕਹਿ ਰਹੀ ਸੀ ਕਿ ਤੁਸੀਂ ਇਸ ਅਲਾਇੰਸ 'ਚੋਂ ਬਾਹਰ ਆਓ, ਪੰਜਾਬ ਮੋਦੀ ਜੀ ਨੂੰ ਪਸੰਦ ਕਰਦਾ ਹੈ, ਅਸੀਂ ਤੁਹਾਡੀਆਂ ਨੀਤੀਆਂ ਨੂੰ ਪਸੰਦ ਕਰਦੇ ਹਾਂ, ਸਾਨੂੰ ਇਹਨਾਂ ਤੋਂ ਬਹੁਤ ਦਿੱਕਤਾਂ ਹੈ, ਚਾਹੇ ਉਹ ਪਰਿਵਾਰਵਾਦ ਦੀ ਦਿੱਕਤ ਹੈ, ਚਾਹੇ ਬਹੁਤ ਸਾਰੇ ਹੋਰ ਇਸ਼ੂ ਨੇ, ਤੁਸੀਂ ਇਕੱਲੇ ਲੜੋ, ਅਸੀਂ ਤੁਹਾਡੇ ਨਾਲ ਹਾਂ। ਔਰ ਪਿੰਡਾਂ ਦੇ ਅੰਦਰ, ਰੂਰਲ ਏਰੀਆ ਦੇ ਅੰਦਰ, ਮਾਲਵੇ ਏਰੀਆ ਦੇ ਅੰਦਰ, ਔਰ ਮੈਂ ਤੁਹਾਨੂੰ ਕੋਈ ਗੱਲ ਇਹ ਨਹੀਂ ਕਹਿ ਰਿਹਾ, ਤੁਸੀਂ ਅਗਲੇ 2-3 ਮਹੀਨੇ 'ਚ ਦੇਖੋਗੇ ਕਿੰਨੇ ਵੱਡੇ ਲੈਵਲ 'ਤੇ ਪੰਜਾਬ ਦੇ ਅੱਛੇ ਸਤਰ ਦੇ ਲੋਕ ਜਿਹੜੇ ਆ ਭਾਰਤੀ ਜਨਤਾ ਪਾਰਟੀ ਜੁਆਇਨ ਕਰਨਗੇ। ਸਾਨੂੰ ਪੋਲੀਟੀਕਲੀ ਗਰੋ ਕਰਨ ਦਾ ਮੌਕਾ ਮਿਲ ਰਿਹਾ ਹੈ, ਇਸ ਗੱਲ ਦੀ ਸਾਨੂੰ ਖੁਸ਼ੀ ਹੈ। ਆਉਣਗੇ ਕਿੱਥੋਂ ਬੰਦੇ? ਅਕਾਲੀਆਂ 'ਚੋਂ? ਜ਼ਰੂਰੀ ਨਹੀਂ ਹੈ। ਕਾਂਗਰਸ 'ਚੋਂ? ਮੈਂ ਕਹਿੰਦਾ ਜੀ ਅਸੀਂ ਰਾਜਨੀਤਿਕ ਪਾਰਟੀ ਚਲਾ ਰਹੇ ਹਾਂ, ਅਕਾਲੀਆਂ 'ਚੋਂ ਵੀ ਜਿਹੜੇ ਅੱਛੇ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ 'ਚ ਆਉਣਾ ਚਾਹੀਦਾ, ਸਵਾਗਤ ਹੈ। ਕਾਂਗਰਸ 'ਚੋਂ ਵੀ ਆਉਣਗੇ, ਸਵਾਗਤ ਹੈ। ਲੇਕਿਨ ਮੈਂ ਇਸ ਤੋਂ ਵੀ ਅੱਗੇ ਕਹਿ ਰਿਹਾ, ਅਸੀਂ ਨਾ ਤਾਂ ਅਕਾਲੀਆਂ ਦੇ ਲੋਕਾਂ ਨੂੰ ਤੋੜਨ ਦੀ ਕੋਈ ਕੋਸ਼ਿਸ਼ ਕਰਨੀ ਹੈ, ਨਾ ਅਸੀਂ ਕਿਸੇ ਕਾਂਗਰਸ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਹੈ। ਪੰਜਾਬ 'ਚ ਇੱਕ ਪੋਲੀਟੀਕਲ ਵੈਕਿਊਮ ਹੈ ਗੁਰਪ੍ਰੀਤ ਜੀ। ਪੰਜਾਬ 'ਚ ਇੱਕ ਬਹੁਤ ਵੱਡਾ ਵਰਗ ਹੈ ਜਿਹੜਾ ਪੜ੍ਹਿਆ ਲਿਖਿਆ ਹੈ, ਸਮਝਦਾਰ ਹੈ, ਪੋਲੀਟੀਕਲ ਐਂਬੀਸ਼ਨ ਰੱਖਦਾ ਹੈ, ਲੇਕਿਨ ਉਹਨੂੰ ਲੱਗਦਾ ਯਾਰ ਮੈਂ ਜਾਵਾਂ ਕਿੱਥੇ, ਮੇਰੇ ਕੋਲ ਸਪੇਸ ਹੀ ਹੈ ਨਹੀਂ ਜਾਣ ਦੀ। ਕਾਂਗਰਸ ਨੂੰ ਜਾਣਾ ਨਹੀਂ ਚਾਹੁੰਦਾ। ਅਕਾਲੀ ਦਲ ਦਾ ਪਿਛਲੇ ਕੁਝ ਸਾਲਾਂ ਜਿਸ ਪ੍ਰਕਾਰ ਦਾ ਇਹਨਾਂ ਦਾ ਵਿਵਹਾਰ ਰਿਹਾ, ਕਿਰਦਾਰ ਰਿਹਾ, ਉਹਦੇ ਕਰਕੇ ਉਹ ਜਾਣ ਨੂੰ ਦਿਲ ਨਹੀਂ ਕਰਦਾ। ਉਹਨਾਂ ਨੂੰ ਪੋਲੀਟਿਕਸ ਆਉਣ ਦੀ ਇੱਛਾ ਹੈ, ਲੇਕਿਨ ਉਹਨਾਂ ਕੋਲ ਸਪੇਸ ਨਹੀਂ ਹੈ। ਇਸ ਕਰਕੇ ਐਸਾ ਵੀ ਬਹੁਤ ਬੜਾ ਵਰਗ ਜਿਹੜਾ ਹਾਲੇ ਤੱਕ ਪੋਲੀਟਿਕਸ ਤੋਂ ਬਾਹਰ ਹੈ, ਉਹ ਆਏਗਾ ਭਾਰਤੀ ਜਨਤਾ ਪਾਰਟੀ 'ਚ। ਉਹਦੇ 'ਚ ਬਿਊਰੋਕਰੇਟ ਵੀ ਆਉਣਗੇ, ਪੁਰਾਣੇ ਫੌਜੀ ਵੀ ਆਉਣਗੇ। ਤੁਸੀਂ ਦੇਖਣਾ, ਅੱਜ ਤੁਹਾਨੂੰ ਮੇਰੀ ਗੱਲ ਹਾਸਾ ਲੱਗੇਗੀ, ਤੁਹਾਡੇ ਦਰਸ਼ਕ ਸ਼ਾਇਦ ਪਸੰਦ ਨਾ ਕਰਨ, ਪੰਜਾਬ ਦੇ ਵੱਡੇ ਵੱਡੇ ਕਿਸਾਨ ਨੇਤਾ ਭਾਰਤੀ ਜਨਤਾ ਪਾਰਟੀ 'ਚ ਆ ਕੇ ਚੁਣਾਵ ਲੜਨਗੇ। ਪੰਜਾਬ ਦੇ ਅੱਛੇ ਉਦਯੋਗਪਤੀ ਆ ਕੇ ਚੁਣਾਵ ਲੜਨਗੇ। ਅੱਜ ਜਿਹੜੇ ਸਾਡੇ ਕਲਾਕਾਰ ਵੀਰ, ਕਿਉਂਕਿ ਉਹਨਾਂ ਨੂੰ ਵੀ ਬਿੱਲਾਂ ਦੀ ਸ਼ਾਇਦ ਉਨੀ ਸਮਝ ਨਹੀਂ ਆ, ਅਸੀਂ ਉਹਨਾਂ ਨਾਲ ਵੀ ਇੰਟਰੈਕਟ ਕਰ ਰਹੇ ਹਾਂ, ਉਹ ਵੀ ਆ ਕਰਕੇ ਚੁਣਾਵ ਲੜਨਗੇ। ਆਮ ਲੋਕ ਵੀ ਪੰਜਾਬ 'ਚ ਆਉਣਗੇ। ਭਾਰਤੀ ਜਨਤਾ ਪਾਰਟੀ ਪੰਜਾਬ 'ਚ ਪੋਲੀਟੀਕਲੀ ਗਰੋ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅਲਾਇੰਸ ਜਿਹੜਾ ਟੁੱਟਣਾ ਸੀ, ਟੁੱਟ ਗਿਆ। ਅਸੀਂ 2017 'ਚ ਇਕੱਲੇ ਚੁਣਾਵ ਲੜ ਰਹੇ ਹਾਂ, 117 ਸੀਟਾਂ 'ਤੇ ਲੜ ਰਹੇ ਹਾਂ, ਔਰ ਮੈਨੂੰ ਪੂਰੀ ਉਮੀਦ ਹੈ ਬਿਨਾਂ ਕਿਸੇ ਵਿਸਾਖੀ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ, ਜਿਵੇਂ ਮਹਾਰਾਸ਼ਟਰ 'ਚ ਬਣੀ ਸੀ, ਜਿਵੇਂ ਹਰਿਆਣੇ 'ਚ ਬਣੀ, ਜਿਵੇਂ ਤ੍ਰਿਪੁਰਾ 'ਚ ਬਣੀ, ਜਿਵੇਂ ਹੁਣ ਬੰਗਾਲ 'ਚ ਬਣਨ ਵਾਲੀ ਹੈ। ਪੰਜਾਬ 'ਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ। ਇੱਕ ਸਵਾਲ ਪੰਜਾਬੀਆਂ ਵਾਲੇ ਪਾਸੋਂ ਕਰਨ ਲੱਗਿਆ, ਜਿਹੜਾ ਮੈਂ ਤੁਹਾਨੂੰ ਵਿੱਚ ਵੀ ਕੀਤਾ ਸੀ ਅੱਗੇ, ਕਿ ਜਿਹੜਾ ਪੰਜਾਬੀਆਂ ਦੇ ਮਨਾਂ 'ਚ ਪ੍ਰਭਾਵ ਹੈ ਨਾ, ਕਿ ਜੇ ਪੰਜਾਬ ਦੀ ਰਾਜਧਾਨੀ ਆ ਉਹ ਵੀ ਨਹੀਂ ਮਿਲੀ, ਪੰਜਾਬੀ ਬੋਲਦੇ ਇਲਾਕੇ ਉਹ ਵੀ ਨਹੀਂ ਮਿਲੇ, ਜਦੋਂ ਪਾਣੀ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਤੋਂ ਖੋਹਣ ਦੀ ਗੱਲ ਕਰਦੇ ਹਾਂ। ਪੰਜਾਬੀ ਬੋਲੀ ਵਾਲਾ ਸਵਾਲ ਮੈਂ ਤੁਹਾਨੂੰ ਪੁੱਛ ਹੀ ਲਿਆ ਸੀ। ਹੁਣ ਕਿਸਾਨ ਜਿਹੜਾ ਕਿ ਜਿਹਦੇ 'ਤੇ ਪੰਜਾਬ ਚੱਲਦਾ ਹੈ, ਉਹ ਸੜਕਾਂ 'ਤੇ ਬੈਠਾ ਹੈ। ਇਹ ਬੜੇ ਉਲਾਂਭੇ ਨੇ ਕੇਂਦਰ ਵਾਲੀ ਸਰਕਾਰ ਦੇ ਮੱਥੇ, ਤੇ ਕੇਂਦਰ ਦੀ ਕੁਰਸੀ 'ਤੇ ਭਾਵੇਂ ਕਾਂਗਰਸ ਬੈਠੀ ਹੋਵੇ ਉਹਦੇ ਨਾਲ ਵੀ ਲੜਨਗੇ, ਜੇ ਹੁਣ ਬੀਜੇਪੀ ਬੈਠੀ ਤਾਂ ਉਹਦੇ ਨਾਲ ਵੀ ਲੜਨਗੇ। ਮੈਂ ਪਰਟੀਕੂਲਰ ਪਾਰਟੀ ਦੀ ਗੱਲ ਨਹੀਂ ਕਰਦਾ, ਪਰ ਦਿੱਲੀ ਵਾਲੇ ਪਾਸਿਓਂ ਜੇ ਮੋਦੀ ਸਾਹਿਬ ਨੇ ਆਉਣਾ ਹੈ ਤਾਂ ਪਿਛਲੇ ਬਹੁਤ ਸਾਰੇ ਤੁਹਾਡੀ ਪਾਰਟੀ ਦੇ ਐਸੇ ਵਾਅਦੇ ਸੀ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਜੁਮਲੇ ਕਹਿ ਕੇ ਖ਼ਤਮ ਕਰ ਦਿੱਤਾ ਗਿਆ। ਪੰਜਾਬੀ ਯਕੀਨ ਕਿੱਦਾਂ ਕਰ ਲੈਣਗੇ? ਤੁਹਾਨੂੰ ਲੱਗਦਾ ਨਹੀਂ ਕਿ ਇਹ ਸਾਰੀਆਂ ਚੀਜ਼ਾਂ ਪੰਜਾਬੀਆਂ ਦੀਆਂ ਹੱਲ ਕਰਨੀਆਂ ਪੈਣਗੀਆਂ, ਫਿਰ ਤਬਾਰ ਕਰਨਗੇ ਤੁਹਾਡੇ 'ਤੇ? ਦੇਖੋ, ਆਉਣ ਅਜੇ 2022 ਤੱਕ ਕੁਝ ਨਾ ਕੁਝ ਕਰਕੇ ਵਿਖਾਉਣਾ ਪੈਣਾ, ਅਦਰਵਾਈਜ਼ ਤਾਂ ਔਖਾ ਨਹੀਂ। ਮੈਂ ਤੁਹਾਡੀਆਂ ਦੋ ਗੱਲਾਂ ਦਾ ਜਵਾਬ ਦੇ ਦਿਆ। ਪਹਿਲਾਂ ਤਾਂ ਜਿੰਨਾ ਮਾਣ ਪੰਜਾਬੀਆਂ ਨੂੰ ਬੀਜੇਪੀ ਨੇ ਦਿੱਤਾ ਹੈ, ਹਰਿਆਣੇ ਦਾ ਮੁੱਖ ਮੰਤਰੀ ਪੰਜਾਬੀ ਹੈ, ਭਾਰਤੀ ਜਨਤਾ ਪਾਰਟੀ ਨੇ ਬਣਾਇਆ ਹੈ, ਮਨੋਹਰ ਲਾਲ ਖੱਟਰ ਜੀ। ਦਿੱਲੀ ਦੇ ਅੰਦਰ ਮਦਨ ਲਾਲ ਖੁਰਾਨਾ ਪੰਜਾਬੀ ਸੀ, ਭਾਰਤੀ ਜਨਤਾ ਪਾਰਟੀ ਨੇ ਉਹਨੂੰ ਮੁੱਖ ਮੰਤਰੀ ਬਣਾਇਆ। ਅਰੁਣ ਜੇਟਲੀ ਪੰਜਾਬੀ ਸੀ, ਅਸੀਂ ਪ੍ਰਧਾਨ ਮੰਤਰੀ ਤੋਂ ਬਾਅਦ ਦੂਸਰਾ ਬੜਾ ਜੋ ਸਰਕਾਰ ਦਾ ਸੱਤਾ ਦਾ ਕੇਂਦਰ ਸੀ, ਉਹ ਭਾਰਤੀ ਜਨਤਾ ਪਾਰਟੀ ਨੇ ਬਣਾਇਆ। ਚਲੋ ਲੀਡਰ ਤਾਂ ਤੁਸੀਂ ਲੈ ਗਏ, ਮੈਂ ਕਹਿੰਦਾ ਲੋਕਾਂ ਨੂੰ, ਮੈਂ ਲੋਕਾਂ ਦੀ ਗੱਲ ਕਰਨ ਲੱਗਾ। ਤੁਹਾਡਾ ਪਹਿਲਾ ਸਵਾਲ ਸੀ ਨਾ, ਦੇਖੋ ਪੰਜਾਬ ਨੂੰ ਇਸ ਵੇਲੇ ਜ਼ਰੂਰਤ ਕਿਸ ਗੱਲ ਦੀ ਹੈ? ਪੰਜਾਬ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਗੁਰਪ੍ਰੀਤ ਜੀ ਇਸ ਵੇਲੇ, ਉਹ ਹੈ ਅੱਛੇ ਪ੍ਰਸ਼ਾਸਨ ਦੀ। ਟਰਾਂਸਪੇਰੈਂਟ ਪ੍ਰਸ਼ਾਸਨ, ਰੁਜ਼ਗਾਰ, ਆਰਥਿਕ ਤਰੱਕੀ, ਇਹ ਪੰਜਾਬ ਦੇ ਸਭ ਤੋਂ ਇੰਪੋਰਟੈਂਟ ਇਸ਼ੂ ਨੇ। ਨਸ਼ਾ ਮੁਕਤ ਪੰਜਾਬ, ਭ੍ਰਸ਼ਟਾਚਾਰ ਮੁਕਤ ਪੰਜਾਬ, ਪਰਿਵਾਰਵਾਦ ਮੁਕਤ ਪੰਜਾਬ। ਤੁਸੀਂ ਮੈਨੂੰ ਦੱਸੋ, ਦੇਸ਼ ਦੀਆਂ ਬਾਕੀ ਪੋਲੀਟੀਕਲ ਪਾਰਟੀਆਂ ਵੱਲ ਦੇਖ ਕੇ ਕਿ ਪਰਿਵਾਰਵਾਦ ਦੇ ਖਿਲਾਫ ਸਭ ਤੋਂ ਅੱਛਾ ਰਿਕਾਰਡ ਕੀਤਾ ਹੈ, ਭ੍ਰਸ਼ਟਾਚਾਰ ਦੇ ਮਾਮਲੇ ਸਭ ਤੋਂ ਅੱਛਾ ਰਿਕਾਰਡ ਕੀਤਾ ਹੈ। ਤੁਸੀਂ ਮੈਨੂੰ 4 ਉਦਾਹਰਨਾਂ ਗਿਣਾ ਸਕਦੇ ਹੋਵੋਗੇ, ਲੇਕਿਨ ਤੁਸੀਂ ਰਿਕਾਰਡ ਦੇਖ ਲਓ ਬਾਕੀ ਪੋਲੀਟੀਕਲ ਪਾਰਟੀਆਂ ਤੋਂ। ਸਾਡੀ 6 ਸਾਲ ਦੀ ਸਰਕਾਰ ਚੱਲ ਰਹੀ ਹੈ ਕੇਂਦਰ 'ਚ, ਕਿਹਦਾ ਅੱਛਾ ਰਿਕਾਰਡ ਹੈ? ਅੱਛਾ ਪ੍ਰਸ਼ਾਸਨ ਦੇਣ ਦਾ ਰਿਕਾਰਡ। ਤੁਸੀਂ ਮੈਨੂੰ ਕਿਹਾ ਕਿ ਪੰਜਾਬੀਆਂ ਨੂੰ, ਤੁਸੀਂ ਮੈਨੂੰ ਦੱਸੋ, ਇਹ ਲੋਕਡਾਊਨ ਸੀ, ਪੁਰਾਣੀ ਗੱਲ ਨਹੀਂ ਕਰਨੀ ਮੈਂ। ਲੋਕਡਾਊਨ 'ਚ ਪੰਜਾਬ ਦੇ ਅੰਦਰ, ਹਿੰਦੁਸਤਾਨ ਦੀ ਗੱਲ ਛੱਡ ਦਿਓ, ਪੰਜਾਬ ਦੀਆਂ 18 ਲੱਖ ਮਹਿਲਾਵਾਂ ਨੂੰ ਫ੍ਰੀ ਗੈਸ ਸਿਲੰਡਰ ਮਿਲਿਆ ਕਿ ਨਹੀਂ ਮਿਲਿਆ? ਪੰਜਾਬ ਦੇ ਮਹਿਲਾਵਾਂ ਨੂੰ। ਬਾਕੀ ਤਾਂ ਕਰੋੜਾਂ ਹੀ ਦਿੱਤੇ। ਕਿਹਨੇ ਦਿੱਤਾ? ਮੋਦੀ ਸਰਕਾਰ ਨੇ ਦਿੱਤਾ। ਉਹਨਾਂ ਦੇ ਅਕਾਊਂਟ 'ਚ 500 ਰੁਪਇਆ ਆਇਆ, ਮੋਦੀ ਸਰਕਾਰ ਨੇ ਪਾਇਆ। ਤੁਸੀਂ ਮਜ਼ਾਕ ਉਡਾ ਸਕਦੇ ਹੋ ਕਿ 6000 ਰੁਪਇਆ ਤੁਸੀਂ ਕਿਸਾਨ ਦੇ ਅਕਾਊਂਟ 'ਚ ਪਾਉਂਦੇ ਹੋ, ਤੁਸੀਂ ਉਡਾ ਸਕਦੇ ਹੋ, ਵਿਰੋਧੀ ਮਜ਼ਾਕ ਉਡਾ ਸਕਦੇ ਆ, ਲੇਕਿਨ ਮੈਨੂੰ ਦੱਸੋ
ਅੱਜ ਤੱਕ ਕਿਸੇ ਸਰਕਾਰ ਨੇ 6 ਰੁਪਏ ਵੀ ਕਿਸਾਨ ਦੇ ਅਕਾਊਂਟ 'ਚ ਪਾਏ ਸੀਗੇ? 6 ਰੁਪਏ ਵੀ ਪਾਏ ਹੋਣ? ਅਸੀਂ ਬਿਲਕੁਲ ਮਿੱਥੇ ਸਮੇਂ ਤੇ ਠਾ ਕਰਕੇ ਕਿਸਾਨ ਦੇ ਅਕਾਊਂਟ 'ਚ ਪੈਸੇ ਆ ਜਾਂਦੇ ਆ। ਉਹ 6000 ਇੱਕ ਦਿਨ 20000 ਵੀ ਹੋਣਗੇ, ਉਹ 30000 ਵੀ ਹੋਣਗੇ, ਜਿਉਂ-ਜਿਉਂ ਰਿਸੋਰਸਸ ਵੱਧਦੇ ਜਾਣਗੇ। ਇਹ ਸਾਰੀਆਂ ਜਿਹੜੀਆਂ ਅਸੀਂ ਡਿਲੀਵਰੀ ਕਰ ਰਹੇ ਹਾਂ, ਪੰਜਾਬ 'ਚ 1.5 ਲੱਖ ਪਰਿਵਾਰਾਂ ਨੂੰ ਪ੍ਰਾਈਮ ਮਿਨਿਸਟਰ ਆਵਾਸ ਯੋਜਨਾ ਦੇ ਅੰਦਰ ਘਰ ਮਿਲਿਆ, ਕਿੰਨੀਆਂ ਮਹਿਲਾਵਾਂ ਦੇ ਸ਼ੌਚਾਲਿਆ ਬਣੇ। ਇਹ ਸਾਰੀਆਂ ਜਿਹੜੀਆਂ ਯੋਜਨਾਵਾਂ ਦਾ ਲਾਭ ਹੈ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਦਲਿਤ ਲੋਕਾਂ ਨੂੰ ਨਹੀਂ ਮਿਲ ਰਿਹਾ। ਸਕਾਲਰਸ਼ਿਪ ਹੈ, ਕਿੰਨੇ ਘੁਟਾਲਾ ਕੀਤਾ ਸਕਾਲਰਸ਼ਿਪ ਦਾ? ਅਸੀਂ ਤੇ ਪੈਸੇ ਦੇ ਰਹੇ ਹਾਂ, ਕਰੋੜਾਂ ਰੁਪਏ ਪੰਜਾਬ ਦੇ 80 ਵਿਦਿਆਰਥੀਆਂ ਲਈ ਮੋਦੀ ਸਰਕਾਰ ਦੇ ਰਹੀ ਹੈ। ਇਹਨਾਂ ਦਾ ਮੰਤਰੀ ਘੁਟਾਲਾ ਕਰ ਗਿਆ ਉਹਦੇ 'ਚ। ਇਹ ਤਾਂ ਕਾਂਗਰਸ ਵਾਲਿਆਂ ਹੁਣ ਕੀਤਾ, ਅਕਾਲੀ ਭਾਜਪਾ ਸਰਕਾਰ ਵੇਲੇ ਤਾਂ ਸੀਗਾ। ਇਸ ਕਰਕੇ ਮੈਂ ਇਹ ਗੱਲ ਕਰ ਰਿਹਾ ਕਿ ਨਹੀਂ, ਉਹਦੀ ਗੱਲ ਦਾ ਤਾਂ ਜਵਾਬ ਨਹੀਂ, ਮੈਂ ਦੱਸਣ ਲੱਗਾ। ਉਦੋਂ ਭਾਈਵਾਲ ਸੀ ਤੁਸੀਂ, ਕਿ ਉਸ ਪਿਛਲੀ ਸਰਕਾਰ ਵੇਲੇ ਵੀ ਉਸ ਘੁਟਾਲੇ ਦੀ ਰਿਪੋਰਟ ਆ ਗਈ, ਤੁਸੀਂ ਦੇਖ ਹੀ ਲਈ ਹੈ। ਇਸ ਕਰਕੇ ਮੈਂ ਉਹ ਕਹਿ ਰਿਹਾ ਕਿ ਮੋਦੀ ਸਰਕਾਰ ਦੀਆਂ ਜੋ ਟਰੈਕ ਰਿਕਾਰਡ ਹੈ, ਪੰਜਾਬੀ ਕੀ ਚਾਹੁੰਦੇ ਆ? ਪੰਜਾਬ 'ਚ ਅੱਛੀ ਸਰਕਾਰ ਚਾਹੁੰਦੇ ਆ, ਸਾਫ਼ ਸੁਥਰੀ ਸਰਕਾਰ ਜਿਹੜੀ ਮਾਫੀਆ ਰਾਜ ਤੋਂ ਮੁਕਤ ਹੋਵੇ। ਠੀਕ ਹੈ, ਤੁਸੀਂ ਸਾਨੂੰ ਦੋਸ਼ ਦੇ ਸਕਦੇ ਹੋ, ਅਸੀਂ ਭਾਈਵਾਲ ਸੀ ਉਸ ਸਰਕਾਰ 'ਚ, ਉਸ ਸਰਕਾਰ 'ਚ ਵੀ ਮਾਫੀਆ ਰਾਜ ਸੀ। ਕੌਣ ਚਲਾਉਂਦਾ ਸੀ ਸਾਨੂੰ ਪਤਾ ਹੈ। ਲੇਕਿਨ ਕਿਉਂਕਿ ਤੁਹਾਨੂੰ ਮੈਂ ਅੱਗੇ ਵੀ ਦੱਸਿਆ, ਸਾਡੇ ਲਈ ਫਸਟ ਪ੍ਰਾਇੋਰਟੀ ਸੀਗੀ ਪੰਜਾਬ ਦੀ ਅਮਨ ਸ਼ਾਂਤੀ। ਸਾਡੇ ਇੱਕ ਬੈਕ ਮਾਈਂਡ ਤੇ ਸੀਗਾ ਕਿ ਅਕਾਲੀ ਦਲ ਨਾਲ ਸਾਡਾ ਅਲਾਇੰਸ ਜਿਹੜਾ ਹੈ ਗਰੰਟੀ ਹੈ ਪੰਜਾਬ ਦੀ ਪੀਸ ਐਂਡ ਕਮਿਊਨਲ ਹਾਰਮੋਨੀ ਦੀ। ਅੱਜ ਕਾਂਗਰਸ ਸਰਕਾਰ 'ਚ ਕਿੰਨਾ ਮਾਫੀਆ ਰਾਜ ਚੱਲ ਰਿਹਾ, ਅਸੀਂ ਨਹੀਂ ਕਹਿ ਰਹੇ, ਕਾਂਗਰਸ ਦੇ MP ਕਹਿ ਰਹੇ ਨੇ, ਕਾਂਗਰਸ ਦੇ MLA ਕਹਿ ਰਹੇ ਨੇ। ਸੋ ਅਸੀਂ ਮਾਫੀਆ ਰਾਜ ਤੋਂ ਮੁਕਤ ਕਰਾਂਗੇ, ਭ੍ਰਿਸ਼ਟਾਚਾਰ ਤੋਂ ਮੁਕਤ ਕਰਾਂਗੇ, ਪਰਿਵਾਰਵਾਦ ਤੋਂ ਮੁਕਤ ਕਰਾਂਗੇ, ਪੰਜਾਬ ਨੂੰ ਰੁਜ਼ਗਾਰ ਦੇਵਾਂਗੇ, ਪੰਜਾਬ ਨੂੰ ਅੱਛਾ ਆਰਥਿਕ ਵਿਕਾਸ ਦੇਵਾਂਗੇ, ਅੱਛੀ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਦੇਵਾਂਗੇ। ਪੰਜਾਬ ਜਿੰਨਾ ਚੀਜ਼ਾਂ 'ਚ ਪਿਛੜ ਰਿਹਾ ਹੈ, ਅੱਜ ਬਹੁਤ ਸਾਰੀਆਂ ਸਟੇਟਾਂ ਪੰਜਾਬ ਤੋਂ ਅੱਗੇ ਨਿਕਲ ਗਈਆਂ। ਅਸੀਂ ਆਪਣੇ ਆਪ ਨੂੰ ਜਿੰਨੀ ਮਰਜ਼ੀ ਹੱਲਾਸ਼ੇਰੀ ਦਿੰਦੇ ਰਹੀਏ ਕਿ ਅਸੀਂ ਬੜੇ ਤਗੜੇ ਹਾਂ, ਉਹ ਕਿਉਂ ਨਿਕਲ ਗਈਆਂ? ਕਿਉਂਕਿ ਉਹਨਾਂ ਨੇ ਆਰਥਿਕ ਵਿਕਾਸ 'ਤੇ ਧਿਆਨ ਦਿੱਤਾ, ਉਹਨਾਂ ਨੇ ਚੰਗੀ ਐਡਮਿਨਿਸਟ੍ਰੇਸ਼ਨ 'ਤੇ ਜ਼ੋਰ ਦਿੱਤਾ, ਅੱਛੀ ਗਵਰਨਮੈਂਟਸ ਚਲਾਈਆਂ। ਅਸੀਂ ਉਹ ਅੱਛੀ ਸਰਕਾਰ ਪੰਜਾਬ ਨੂੰ ਦੇਵਾਂਗੇ, ਇਹ ਵਾਅਦਾ ਅਸੀਂ ਪੰਜਾਬੀਆਂ ਨਾਲ ਕਰਨਾ ਹੈ। ਚਲੋ ਸੁਭਾਸ਼ ਜੀ, ਤੁਸੀਂ ਆਏ, ਵੈਸੇ ਤਾਂ ਆਪਣੇ ਪ੍ਰੋਗਰਾਮ ਦਾ ਸਮਾਂ ਘੱਟ ਹੁੰਦਾ, ਪਰ ਮੈਨੂੰ ਇਹ ਸੀ ਕਿ ਵੀ ਤੁਸੀਂ ਆਏ ਹੋ, ਚੇਚਾ ਬੜੇ ਸਵਾਲ ਨੇ, ਤੇ ਚਲੋ 10 ਮਿੰਟ ਵੱਧ ਵੀ ਲੱਗੇ ਭਾਵੇਂ, ਪਰ ਫਿਰ ਵੀ ਚਲੋ ਮੈਨੂੰ ਲੱਗਦਾ ਕਿ ਤੁਸੀਂ ਕਾਫੀ ਹੱਦ ਤੱਕ ਆਪਣੀ ਜਿਹੜੀ ਪਾਰਟੀ ਦੀ ਸਥਿਤੀ ਹੈ ਜਾਂ ਜੋ ਤੁਹਾਡੇ ਮਨ 'ਚ ਹੈ ਇਹਨਾਂ ਕਾਨੂੰਨਾਂ ਨੂੰ ਲੈ ਕੇ ਜਾਂ ਆਪਣੇ ਭਾਈਵਾਲਾਂ ਨੂੰ ਲੈ ਕੇ ਕਲੀਅਰ ਕਰ ਲਿਆ। ਜਾਂਦੇ ਜਾਂਦੇ ਕੋਈ ਮੈਸੇਜ ਦੇਣਾ ਚਾਹੋ ਸਾਡੇ ਇਸ ਪਲੇਟਫਾਰਮ ਤੋਂ ਕਿਸਾਨਾਂ ਨੂੰ? ਮੈਂ ਜ਼ਰੂਰ ਦੇਣਾ ਜੀ। ਮੈਂ ਪੰਜਾਬ ਦੇ ਸਾਰੇ ਕਿਸਾਨ ਵੀਰਾਂ ਨੂੰ ਔਰ ਉਹਨਾਂ ਸਾਰੇ ਪੰਜਾਬੀਆਂ ਨੂੰ ਜਿਨ੍ਹਾਂ ਦੇ ਮਨ 'ਚ ਖਦਸ਼ੇ ਨੇ ਇਹਨਾਂ ਕਾਨੂੰਨਾਂ ਨੂੰ ਲੈ ਕੇ। ਕਿਸਾਨ ਅੰਨਦਾਤਾ ਹੈ, ਸਾਡੇ ਲਈ ਕਿਸਾਨ ਈਸ਼ਵਰ ਦਾ, ਰੱਬ ਦਾ ਰੂਪ ਹੈ। ਔਰ ਸਾਡੀ ਸਰਕਾਰ ਦਾ ਟਰੈਕ ਰਿਕਾਰਡ ਦੇਖ ਲਓ ਕਿਸਾਨਾਂ ਲਈ ਕੰਮ ਕਰਨ ਦਾ। ਬੇਸ਼ੱਕ ਹੋ ਸਕਦਾ ਕਿ ਇਹ ਸਫੀਸ਼ੀਐਂਟ ਨਹੀਂ ਹੈ, ਮੈਂ ਆਪ ਇਸ ਗੱਲ ਨੂੰ ਐਗਰੀ ਕਰਦਾ, ਹੋਰ ਜ਼ਿਆਦਾ ਹੋਣਾ ਚਾਹੀਦਾ, ਲੇਕਿਨ ਬਾਕੀ ਸਰਕਾਰਾਂ ਦੇ ਮੁਕਾਬਲੇ ਸਾਡਾ ਅੱਛਾ ਹੈ। ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ, ਤੁਸੀਂ ਗੱਲਬਾਤ ਲਈ ਆਓ। ਅਗਰ ਅਸੀਂ ਤੁਹਾਨੂੰ ਨਹੀਂ ਸਮਝਾ ਸਕਾਂਗੇ, ਕੇਂਦਰੀ ਮੰਤਰੀ ਤੋਮਰ ਜੀ ਕਹਿੰਦੇ ਨੇ ਮੈਂ ਸਮਝਾਵਾਂਗਾ। ਅਗਰ ਮੈਂ ਵੀ ਨਹੀਂ ਸਮਝਾ ਸਕਾਂਗਾ ਤੇ ਪ੍ਰਧਾਨ ਮੰਤਰੀ ਜੀ ਕੋਲ ਲੈ ਕੇ ਜਾਵਾਂਗੇ। ਉਹਦੇ ਬਾਵਜੂਦ ਵੀ ਗੱਲ ਨਹੀਂ ਬਣੇਗੀ ਤੇ ਅਸੀਂ ਬਿਲਕੁਲ ਓਪਨ ਮਾਈਂਡਡਲੀ ਸਾਰੀ ਗੱਲ ਸੁਣਨ ਲਈ ਤਿਆਰ ਹੈ। ਅੰਦੋਲਨ ਦਾ ਰਸਤਾ ਤਿਆਗੋ। ਇਹ ਜਿਹੜੇ ਪੋਲੀਟੀਕਲ ਪਾਰਟੀ ਦੇ ਲੋਕ ਜਿਸ ਪ੍ਰਕਾਰ ਸ਼ਹਿ ਦੇ ਰਹੇ ਨੇ, ਇਹ ਆਪ ਇਹ ਸਭ ਕੁਝ ਕਰਨਾ ਚਾਹੁੰਦੇ ਸੀ। ਇਸ ਕਰਕੇ ਕਿਸਾਨ ਵੀਰਾਂ ਨੂੰ ਸਾਡੀ ਬਹੁਤ ਬੇਨਤੀ ਹੈ, ਅਸੀਂ ਕਿਸਾਨਾਂ ਤੋਂ ਬਿਨਾਂ ਕੁਝ ਹੈ ਹੀ ਨਹੀਂ ਜੀ। ਮੈਂ ਤੁਹਾਨੂੰ ਦੱਸਿਆ ਸਾਡੇ 200 MP ਹਿੰਦੁਸਤਾਨ 'ਚ ਕਿਸਾਨ ਨੇ। ਕੋਈ ਵੀ ਪੋਲੀਟੀਕਲ ਪਾਰਟੀ ਕਿਆ ਕਿਸਾਨਾਂ ਨੂੰ ਨਾਰਾਜ਼ ਕਰਕੇ ਸੱਤਾ 'ਚ ਰਹਿ ਸਕਦੀ ਹੈ? ਬਿਲਕੁਲ ਨਹੀਂ ਰਹਿ ਸਕਦੀ। ਇਸ ਕਰਕੇ ਪੰਜਾਬ ਦੇ ਸਾਰੇ ਕਿਸਾਨ ਵੀਰਾਂ ਨੂੰ ਇੱਕ ਵਾਰ ਫਿਰ ਹੱਥ ਜੋੜ ਕੇ ਬੇਨਤੀ ਹੈ, ਔਰ ਬਾਕੀ ਵੀ ਸਭ ਲੋਕਾਂ ਨੂੰ, ਕਾਨੂੰਨਾਂ ਨੂੰ ਪੜ੍ਹੀਏ, ਸਮਝਣ ਦੀ ਕੋਸ਼ਿਸ਼ ਕਰੀਏ। ਜਿਹੜੇ ਵੱਡੇ ਵੱਡੇ ਅਰਥ ਸ਼ਾਸਤਰੀ ਕਹਿ ਰਹੇ ਆ ਉਸ ਚੀਜ਼ਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ ਔਰ ਟੇਬਲ ਤੇ ਬੈਠ ਕੇ ਗੱਲ ਕਰੀਏ। ਅਸੀਂ ਸੁਣਨ ਨੂੰ ਤਿਆਰ ਹਾਂ, ਖੇਤੀ ਮੰਤਰੀ ਸੁਣਨ ਨੂੰ ਤਿਆਰ ਹੈ। ਜਦੋਂ ਕਹੋਗੇ ਉਸੇ ਦਿਨ ਖੇਤੀ ਮੰਤਰੀ ਸਮੇਂ ਦੇਣ ਲਈ ਤਿਆਰ ਹੈ। 2 ਘੰਟੇ 4 ਘੰਟੇ 2 ਦਿਨ 4 ਦਿਨ ਖੁੱਲ੍ਹ ਕੇ ਚਰਚਾ ਕਰੀਏ ਆਪਸ 'ਚ। ਉਹਦੇ ਬਾਵਜੂਦ ਵੀ ਜੇ ਕੋਈ ਖਦਸ਼ਾ ਰਹਿ ਜਾਏਗੀ ਅਸੀਂ ਉਹਨੂੰ ਠੀਕ ਕਰਾਂਗੇ। ਚਲੋ ਸੁਭਾਸ਼ ਜੀ, ਤੁਸੀਂ ਆਏ, ਇੰਨੀਆਂ ਡਿਟੇਲ 'ਚ ਆਪਣੇ ਵੱਲੋਂ ਤੁਸੀਂ ਗੱਲਾਂ ਰੱਖੀਆਂ, ਤੁਹਾਡਾ ਬੜਾ ਧੰਨਵਾਦ। ਬਹੁਤ ਬਹੁਤ ਅੱਛਾ ਲੱਗਿਆ ਗੁਰਪ੍ਰੀਤ ਜੀ। ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਆਸ ਕਰਦਾ ਕਿ ਜਿੰਨੇ ਕੁ ਸਵਾਲ ਤੁਹਾਡੇ ਮਨਾਂ ਦਿਲਾਂ 'ਚ ਹੋਣਗੇ ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ ਸੀ। BJP ਵੱਲੋਂ ਹੁਣ ਜਿਹੜੇ ਜਵਾਬ ਆਏ ਨੇ ਇਹਨਾਂ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ, ਕਿੰਨੇ ਕੁ ਨਹੀਂ ਹੋ, ਉਹ ਤੁਸੀਂ ਆਪਣੀ ਫੀਡਬੈਕ ਜ਼ਰੂਰ ਰੱਖ ਦੇਣੀ। ਦੇਖਦੇ ਰਹਿਣਾ ਪ੍ਰਾਈਮ ਮਿਨਿਸਟਰ TV, ਤੁਹਾਡਾ ਆਪਣਾ, ਤੁਹਾਡੇ ਲਈ।